ਧੰਨਵਾਦ ਵੀਰ ਜੀ। ਧੰਨਵਾਦ ਜੀ ਸਾਰਿਆਂ ਦਾ। ਤੇ ਇਸ ਬੈਠਕ ਦੇ ਵਿੱਚ ਸੱਦਾ ਦੇਣ ਲਈ ਆਪ ਸਭ ਜੀ ਦਾ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਆਪ ਦਾ ਧੰਨਵਾਦ ਜੀ। ਅਸੀਂ ਸਾਰੇ ਜਿਹੜੇ ਗੱਲ ਵੀਰ ਜੀ ਨੇ ਮੈਨੂੰ ਕਿਹਾ ਸੀ, ਹੁਕਮ ਕੀਤਾ ਸੀ ਬਈ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ, ਉਹਦਾ ਅੰਤਰ ਤੇ ਸਮਾਨਤਾਵਾਂ ਜਾਂ ਜੋ ਵੀ ਅਸੀਂ ਸਮਝਣਾ ਹੈ। ਪਹਿਲੀ ਗੱਲ ਅਸੀਂ ਸਭ ਤੋਂ ਪਹਿਲਾਂ ਸੱਭਿਆਚਾਰ ਸਮਝਾਂਗੇ ਕਿ ਸੱਭਿਆਚਾਰ ਉਹਦਾ ਮੀਨਿੰਗ ਹੀ ਕੀ ਹੈ। ਸੱਭਿਆਚਾਰ ਸੋ ਸੱਭਿਆ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਥੋੜਾ ਸਿਵਲਾਈਜ਼ਡ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਆ ਸੁਲਝਿਆ ਹੋਇਆ, ਤੇ ਆਚਾਰ ਮਤਲਬ ਸਾਡਾ ਬਿਹੇਵੀਅਰ, ਆਚਾਰ ਵਿਹਾਰ, ਕਿ ਸਾਡਾ ਜਿਹੜਾ ਬਿਹੇਵੀਅਰ ਹੈ ਉਹ ਸੁਲਝਿਆ ਹੋਇਆ ਹੋਵੇ ਤੇ ਅਸੀਂ ਕਹਿੰਦੇ ਆ ਵੀ ਸੱਭਿਆਚਾਰੀ ਬੰਦਾ ਹੈ। ਜਾਂ ਸਾਡੇ ਸੱਭਿਆਚਾਰ ਵਿੱਚ ਕਿਹੜੀ ਚੀਜ਼ ਨੂੰ ਉੱਤਮ ਗਿਣਿਆ ਜਾਂਦਾ ਹੈ ਔਰ ਕਿਹੜੀਆਂ ਚੀਜ਼ਾਂ ਨੂੰ ਜਾਂ ਕਿਹੜੇ ਕਰਤਬਾਂ ਨੂੰ ਜਾਂ ਵਿਵਹਾਰ ਨੂੰ ਠੀਕ ਨਹੀਂ ਮੰਨਿਆ ਜਾਂਦਾ। ਅਸੀਂ ਸਾਰੇ ਜਾਣਦੇ ਹਾਂ ਕਿ ਸਾਹਿਬ ਆਲਮ ਗੁਰੂ ਨਾਨਕ ਪਾਤਸ਼ਾਹ ਜੀ ਰਹਿਬਰਾਂ ਦੇ ਰਹਿਬਰ ਤੇ ਸਾਡੇ ਸਤਿਗੁਰੂ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਐਡੀ ਕਲਾ ਵਰਤਾ ਕੇ ਔਰ ਇੰਨੀ ਸਖਤ ਮੁਸ਼ੱਕਤ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਹ ਜਿਹੜੀ ਸਿੱਖੀ ਹੈਗੀ ਹੈ, ਸਿੱਖੀ ਸੇਵਕੀ ਅਸੀਂ ਕਹਿੰਦੇ ਆ, ਉਹ ਬਖਸ਼ੀ। ਸਾਨੂੰ ਉਹਨਾਂ ਨੇ ਹਰ ਇੱਕ ਚੀਜ਼ ਨਵੀਂ ਦਿੱਤੀ, ਹਰ ਚੀਜ਼ ਨਵੀਂ ਦਿੱਤੀ, ਕਿਉਂਕਿ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਹੈ ਪੰਡਿਤ ਮੁੱਲਾ ਛਾਡੇ ਦੋ, ਹਮਰਾ ਝਗੜਾ ਰਹਾ ਨਾ ਕੋ। ਫਿਰ ਉਹ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਸਾਹਿਬ ਨੇ ਨਾ ਹੀ ਪਹਿਲੀਆਂ ਮਨੌਤਾਂ ਤੋਂ ਤੇ ਨਾ ਹੀ ਉਹਨਾਂ ਦੀਆਂ ਸਮਕਾਲੀ ਮਨੌਤਾਂ ਤੋਂ ਜਾਂ ਰਸਤਿਆਂ ਪੰਥਾਂ ਤੋਂ ਕੁਝ ਵੀ ਨਹੀਂ ਲਿਆ। ਉਹਨਾਂ ਦਾ ਜ਼ਿਕਰ ਜ਼ਰੂਰ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਿਉਂਕਿ ਮਹਾਰਾਜ ਨੇ ਸਮਝਾਉਣਾ ਸੀ। ਜਿਹੜੇ ਉਹਨਾਂ ਨੂੰ ਸੁਣਨ ਆਉਂਦੇ ਸਨ ਉਹ ਹਰ ਇੱਕ ਫਿਰਕੇ ਦੇ ਵਿੱਚੋਂ ਸੁਣਦੇ ਸਨ ਸਾਹਮਣੇ ਬੈਠ ਕੇ। ਉਹਨਾਂ ਦੀ ਰਬਾਬ, ਉਹਨਾਂ ਦਾ ਕਲਾਮ, ਉਹਨਾਂ ਦੀ ਰੱਬੀ ਬਾਣੀ, ਉਹਨਾਂ ਦੇ ਗੁਣ, ਜੋ ਵੀ ਉਹਨਾਂ ਦਾ ਉਪਦੇਸ਼ ਹੈ, ਕਿਉਂਕਿ ਸਾਹਿਬ ਨੇ ਇਸ ਉਪਦੇਸ਼ ਨੂੰ ਬਹੁਤ ਰਸ ਭਰਪੂਰ ਬਣਾ ਕੇ ਤੇ ਸਮਝਾਇਆ। ਸੰਗੀਤ ਜਿਹੜਾ ਹੈ, ਗੁਰਮਤਿ ਸੰਗੀਤ ਤੇ ਕਾਵ, ਉਹਨਾਂ ਦੇ ਸੁਮੇਲ ਨਾਲ ਮਨ ਨੂੰ ਟਿਕਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਤੇ ਇਹ ਜਿਹੜੀ ਚੀਜ਼ ਹੈ ਇਹ ਕਿਸੇ ਵੀ ਹੋਰ ਪੰਥ ਕੋਲ ਨਹੀਂ ਹੈ, ਕਿਸੇ ਹੋਰ ਰਸਤੇ ਦੇ ਕੋਲ ਨਹੀਂ ਹੈ, ਕਿ ਬਹੁਤ ਉੱਚਾ ਸੁੱਚਾ ਜਿਹੜਾ ਇਲਾਹੀ ਇਲਹਾਮ ਹੈ, ਜਿਹਨੂੰ ਅਸੀਂ ਗੁਰ ਕੀ ਬਾਣੀ, ਧੁਰ ਕੀ ਬਾਣੀ ਕਹਿੰਦੇ ਆ, ਕਰਤਾਰੀ ਬਾਣੀ ਕਹਿੰਦੇ ਆ, ਉਹ ਮਹਾਰਾਜ ਨੇ ਬੜੀ ਰਹਿਮਤ ਬਖਸ਼ਿਸ਼ ਕਰਕੇ ਇਸ ਧਰਤੀ ਤੇ ਉਤਾਰੀ, ਗਾਈ, ਪ੍ਰਚਾਰੀ, ਸੁਣਾਈ ਔਰ ਲੋਕਾਂ ਦੇ ਮਨਾਂ ਨੂੰ ਹਰਾ ਭਰਾ ਕੀਤਾ। ਜੀਵ ਜੰਤੂਆਂ ਨੂੰ ਜਿੱਥੇ ਜਿੱਥੇ ਸਾਹਿਬ ਗਏ, ਬਾਬਾ ਮਰਦਾਨਾ ਜੀ ਨਾਲ ਗਏ। ਸੋ ਇਹ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਸਾਰਾ ਜਿਹੜਾ ਮਾਹੌਲ ਹੈ ਇਹ ਸਾਹਿਬ ਨੇ ਕਿਉਂ ਸਿਰਜਿਆ ਤੇ ਕਿਉਂ ਐਡੇ ਵੱਡੇ ਵੱਡੇ ਕਰਿਸ਼ਮੇ ਕੀਤੇ। ਕਿਉਂਕਿ ਗੁਰੂ ਜੀ ਉਦਾਂ ਚਮਤਕਾਰਾਂ 'ਚ ਤੇ ਸਾਨੂੰ ਪਤਾ ਹੈ ਸਿੱਖੀ ਚਮਤਕਾਰ 'ਚ ਨਹੀਂ ਵਿਸ਼ਵਾਸ ਕਰਦੀ, ਪਰ ਜਿਹੜੇ ਇਹ ਚਮਤਕਾਰ ਨੇ ਇਹਨਾਂ ਨੂੰ ਸਮਝਣ ਲਈ ਸਾਨੂੰ ਸਾਹਿਬ ਨੇ ਕਿਹਾ। ਮਹਾਰਾਜ ਜੀ ਬਹੁਤ ਬਹੁਤ ਦੂਰ ਪੈਦਲ ਚੱਲ ਕੇ ਗਏ। ਉਹ ਕਹਿੰਦੇ ਨਾ ਅਕ ਨੇ ਮਹਾਹਾਰ ਕਰ ਰੋੜਾਂ ਕੀ ਗੁਰਕਰੀ ਵਿਛਾਈ, ਮਤਲਬ ਬੜੇ ਔਖੇ ਪੈਂਡੇ ਲੰਘ ਕੇ, ਝਾਗ ਕੇ, ਔਰ ਬੜੀ ਹੀ ਜਿਹੜੀਆਂ ਹੈਗੀ ਬੜੀ ਸਿੰਪਲ ਜੀ ਰੁੱਖੀ ਸੁੱਖੀ ਖਾ ਕੇ ਮਹਾਰਾਜ ਨੇ ਦੇਸ਼ਾਂ ਦਸ਼ਾਂਤਰਾਂ ਤੱਕ ਜਿਹੜੇ ਹੈਗੇ ਗੁਰਮੁਖਾਂ ਨੂੰ ਲੱਭਿਆ, ਏਕਾ ਬਾਣੀ ਇੱਕ ਗੁਰ ਦੇ ਪਾਂਧੀਆਂ ਨੂੰ ਲੱਭਿਆ, ਸਭ ਨੂੰ ਸੁਣਾਇਆ। ਵੱਡੇ ਵੱਡੇ ਮੱਠਾਂ, ਜੋਗੀਆਂ, ਪਾਂਡਿਆਂ ਦੇ ਮੱਠਾਂ 'ਚ ਗਏ, ਜੋਗੀਆਂ ਦੇ ਮੱਠਾਂ 'ਚ ਗਏ ਤੇ ਉਹਨਾਂ ਨੇ ਕਾਜ਼ੀਆਂ ਦੇ ਨਾਲ, ਸਭ ਦੇ ਨਾਲ ਮਹਾਰਾਜ ਨੇ ਵਿਚਾਰ ਚਰਚਾਵਾਂ ਕੀਤੀਆਂ, ਵਿਚਾਰ ਗੋਸ਼ਟੀਆਂ ਕੀਤੀਆਂ। ਸਿੱਧ ਗੋਸ਼ਟ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਦਾ ਪ੍ਰਮਾਣ ਸਾਡੇ ਸਾਹਮਣੇ ਹੈ। ਉਹ ਸਾਡਾ ਬੜਾ ਸੁਨਹਿਰੀ ਇਤਿਹਾਸ ਮਹਾਰਾਜ ਨੇ ਆਪਣੇ ਹੱਥੀਂ ਦਰਜ ਕੀਤਾ ਹੈ। ਉਹਨਾਂ ਨੇ ਸਮਾਜ ਦੇ ਵਿੱਚ ਚੱਲ ਰਹੇ ਰਾਜਿਆਂ ਨੇ ਜੋ ਇੰਨਾ ਜ਼ੁਲਮ ਕਤਲੋ ਗਾਰਤ ਕੀਤਾ, ਉਹਦਾ ਸਾਰਾ ਜਿਹੜਾ ਹੈ ਜਿਹੜਾ ਵਿਸਥਾਰ ਹੈ ਉਹ ਗੁਰਬਾਣੀ 'ਚ ਹੈ। ਜਦੋਂ ਮਹਾਰਾਜ ਕਹਿੰਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਰਤ ਉਹ ਹੈਗਾ ਨਾ ਪਾਇਨ ਚਾਕਰ ਨੇ ਪਾਇਨ ਨੇ ਦਾ ਚਾਕਰ ਘਾਓ, ਰਤ ਪਿੱਤ ਕੁੱਤਿਓ ਛੱਡ ਜਾਓ, ਜੋ ਅੱਜ ਵੀ ਚੱਲ ਰਿਹਾ। ਰਾਜੇ ਅੱਜ ਵੀ ਦੇਖੋ ਕਿੰਨੇ ਜ਼ਾਲਮ ਨੇ। ਮਹਾਰਾਜ ਨੇ ਇਹ ਵੀ ਦੱਸਿਆ ਕਿ ਕਿੱਦਾਂ ਸਮਾਜ ਦੇ ਅੰਦਰ, ਕਿਉਂਕਿ ਬਹੁਤ ਜਿਹੜੀ ਹੈਗੀ ਹੈ ਆਪਣੇ ਉਹਨਾਂ ਦੇ ਆਚਾਰ ਦੀ ਗਿਰਾਵਟ,
ਜਦੋਂ ਕਿ ਬੰਦਾ ਸਿਰਫ ਅਯਾਸ਼ੀਆਂ ਵਿੱਚ ਪੈ ਜਾਂਦਾ ਤੇ ਬੜਾ ਮੁਸ਼ਕਲ ਹੁੰਦਾ ਹੈ, ਜਿੱਦਾਂ ਪਠਾਣਾ ਨੇ ਕੀਤਾ ਹੋਇਆ ਸੀ, ਜਿਹੜੇ ਉਸ ਵਕਤ ਪੰਜਾਬ ਤੇ ਰੂਲ ਕਰ ਰਹੇ ਸੀਗੇ। ਸਾਹਿਬ ਕਹਿੰਦੇ ਰੰਨਾ ਹੋਈਆਂ ਬੋਦੀਆਂ ਤੇ ਪੁਰਖ ਹੋਏ ਸਯਾਦ। ਫਿਰ ਜਦੋਂ ਦੱਸਦੇ ਨੇ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਫਿਰ ਉਹ ਸਾਨੂੰ ਇਹ ਵੀ ਸਮਝਾਉਂਦੇ ਕੀ ਹਾਲ ਹੋਇਆ ਜਿਨ ਸਿਰ ਸੋਹਿਨ ਪੱਟੀਆਂ ਮੰਗੀ ਪਾਏ ਸੰਦੂਰ। ਉਸ ਸ਼ਬਦ ਦੇ ਵਿੱਚ ਸਾਨੂੰ ਔਰਤਾਂ ਦੀ ਹਾਲਤ, ਚਾਹੇ ਉਹ ਪਟਿਆਣੀਆਂ ਸੀ, ਚਾਹੇ ਹਿੰਦਵਾਣੀਆਂ ਸੀ, ਚਾਹੇ ਠਕੁਰਾਣੀਆਂ ਸੀ, ਉਹਨਾਂ ਦਾ ਕੀ ਹਾਲ ਹੋਇਆ, ਕਿਵੇਂ ਉਹਨਾਂ ਦੇ ਗਲ ਦੇ ਵਿੱਚ ਧੂੜ ਆਈ ਜਦੋਂ ਜਰਵਾਣੇ ਆ ਗਏ, ਕਿਉਂਕਿ ਉਹ ਸਿਰਫ ਆਪਣੇ ਚੋਲ ਮੋਲ ਕਰਦੀਆਂ ਰਹਿੰਦੀਆਂ ਸਨ ਫੈਸ਼ਨ ਕਰਕੇ ਤੇ ਆਪਣੇ ਮਰਦਾਂ ਨੂੰ ਖੁਸ਼ ਕਰਦੀਆਂ ਸਨ। ਉਹਨਾਂ ਦੇ ਵਿੱਚ ਕੋਈ ਵੀ ਜ਼ਮੀਰ ਦੀ ਜਿਹੜੀ ਅਮੀਰੀ ਹੈ, ਉਹਨਾਂ ਦੇ ਵਿੱਚ ਕੋਈ ਵੀ ਆਚਾਰ ਦੀ ਅਮੀਰੀ ਨਹੀਂ ਰਹਿ ਗਈ ਸੀ। ਸੋ ਇਹ ਮੈਂ ਸਾਰੀ ਗੱਲ ਤਾਂ ਕੀਤੀ ਹੈ ਕਿ ਸਾਹਿਬ ਜੀ ਨੇ ਇਹ ਸਾਰਾ ਕੁਝ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਵਿੱਚ ਦਰਜ ਕੀਤਾ ਹੋਇਆ। ਸੋ ਅਸੀਂ ਆਈਏ ਆਚਾਰ ਦੇ ਵੱਲ। ਪੰਜਾਬ ਜਿਹੜਾ ਖਿੱਤਾ ਹੈ, ਉੱਥੇ ਮਹਾਰਾਜ, ਸਾਨੂੰ ਸਭ ਨੂੰ ਪਤਾ ਹੈ ਕਿ ਮਹਾਰਾਜ ਰਾਏ ਭੋਏ ਜੀ ਤਲਵੰਡੀ ਦੇ ਵਿੱਚ ਜਨਮੇ ਸਨ। ਉੱਥੋਂ ਉਹ ਬਹੁਤ ਦੂਰ ਦੂਰ ਤੱਕ ਗਏ, ਤਿੱਬਤ ਤੱਕ, ਚੀਨ ਤੱਕ, ਬਰਮਾ ਤੱਕ, ਉੱਤੇ ਈਰਾਨ, ਇਰਾਕ, ਅੱਗੇ ਅਫਗਾਨਿਸਤਾਨ ਤੋਂ ਅੱਗੇ ਈਰਾਨ, ਇਰਾਕ, ਤੁਰਕੀ ਤੱਕ ਮਹਾਰਾਜ ਗਏ ਨੇ, ਮੱਕੇ ਮਦੀਨੇ ਤੱਕ ਗਏ ਨੇ। ਥੱਲੇ ਜਿਹੜਾ ਭਾਰਤ ਦੇਸ਼ ਦਾ, ਉਦੋਂ ਕੋਈ ਭਾਰਤ ਦੇਸ਼ ਨਹੀਂ ਸੀ, ਉਦੋਂ ਇਹ ਵੱਡਾ ਇੱਕ ਦਵੀਪ ਸੀ ਜਿਹਦੇ ਵਿੱਚ ਬਹੁਤ ਸਾਰੇ ਦੇਸ਼ ਸਨ। ਤੇ ਆਦੇ 47 ਤੋਂ ਬਾਅਦ ਦੀਆਂ ਗੱਲਾਂ ਨੇ ਕਿ ਇਹਨੂੰ ਇੱਕੋ ਇੱਕ ਭਾਰਤ ਇਹ ਕਹੀ ਜਾਂਦੇ ਆ। ਏਦਾਂ ਇਹਦਾ ਨਾਂ ਤੇ ਮਹਾਦਵੀਪ ਸੀਗਾ, ਜਿਹਦੇ ਵਿੱਚ ਬਹੁਤ ਵੱਖਰੇ ਵੱਖਰੇ ਦੇਸ਼ ਸਨ। ਰਾਜਪੂਤਾਨਾ ਸੀ, ਮਰਾਠਿਆਂ ਦਾ ਸੀ, ਦ੍ਰਵਿੜਾਂ ਦਾ ਸੀ, ਉੱਤੇ ਪੰਜਾਬ ਰਾਜ ਸੀਗਾ, ਤੇ ਥੱਲੇ ਮਹਾਰਾਜ ਲੰਕਾ ਤੱਕ ਗਏ ਨੇ। ਲੰਕਾ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਉੱਥੇ ਜਿਹੜਾ ਰਾਜਾ ਸੀਗਾ, ਉਹਨੂੰ ਜਾ ਕੇ ਉਹਨਾਂ ਨੇ ਸਮਝਾਇਆ। ਰਾਮੇਸ਼ਵਰਮ ਵੀ ਮਹਾਰਾਜ ਦਾ ਗੁਰਦੁਆਰਾ ਹੈਗਾ। ਕਹਿਣ ਦਾ ਮਤਲਬ ਕੀ ਹੈ, ਮਹਾਰਾਜ ਸਾਰੀ ਦੁਨੀਆ ਤੱਕ, ਜਿੱਥੋਂ ਤੱਕ ਉਹ ਜਾ ਸਕੇ ਔਰ ਪੈਦਲ ਚੱਲ ਸਕੇ। ਬਾਬਾ ਮਰਦਾਨਾ ਜੀ ਨਾਲ ਨੇ 55 ਸਾਲ ਆਪਣੀ ਰਬਾਬ ਨਾਲ ਮਹਾਰਾਜ ਨੇ ਤਪਦੇ ਹਿਰਦਿਆਂ ਨੂੰ ਠਾਰਿਆ, ਤੇ ਅੰਤ ਫਿਰ ਉਹਨਾਂ ਨੇ ਆ ਕੇ ਪੰਜਾਬ ਦੇ ਅੰਦਰ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਨਿਵਾਸ ਕੀਤਾ, ਜਿੱਥੇ ਖੇਤੀਬਾੜੀ ਕਰਕੇ ਔਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਉੱਚੀ ਸੁੱਚੀ ਕਿਰਤ ਕਰਨ ਦਾ ਜਿਹੜਾ ਹੈਗਾ ਉਹ ਮਾਡਲ ਬਖਸ਼ਿਆ, ਤੇ ਸਾਨੂੰ ਦੱਸਿਆ ਕਿ ਜ਼ਿੰਦਗੀ 'ਚ ਅਸੀਂ ਕਿਸ ਤਰ੍ਹਾਂ ਸਾਨੂੰ ਜਿਉਣਾ ਹੈ, ਕਿਵੇਂ ਅਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ, ਕਿਵੇਂ ਅਸੀਂ ਸਾਰਿਆਂ ਦੇ ਵਿੱਚ ਜੋ ਵੀ ਸਾਡੇ ਕਰਮ ਨੇ, ਕਰਮ ਸਿਰਫ ਕਮਾਈ ਨਹੀਂ ਹੁੰਦੀ ਜਿਹੜੀ ਅਸੀਂ ਜਾ ਕੇ ਸਿਰਫ ਪੈਸਾ ਕਮਾ ਕੇ ਲਿਆਨੇ ਆ ਕੋਈ ਕੰਮ ਕਰਕੇ। ਕਰਮ ਸਾਡੇ ਬਹੁਤ ਤਰੀਕਿਆਂ ਦੇ ਨੇ, ਜਿਹੜਾ ਆ ਵੀ ਅਸੀਂ ਕਰ ਰਹੇ ਵੀ ਕਰਮ ਹੀ ਹੈ। ਗੁਣ ਵੰਡਣੇ, ਗੁਣ ਵਿਹਾਜਣੇ, ਗੁਣਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ, ਗੁਰਬਾਣੀ ਦੇ ਵਿੱਚੋਂ ਸ਼ਬਦ ਵਿਚਾਰ ਕਰਕੇ, ਸਿੱਖ ਕੇ ਤੇ ਹੋਰਾਂ ਦੇ ਨਾਲ ਉਹਦੀ ਸਾਂਝ ਪਾਉਣੀ, ਤਾਂ ਕਿ ਉਹਨਾਂ ਦਾ ਜੀਵਨ ਮਿਆਰ ਵੀ ਉੱਚਾ ਹੋਵੇ। ਸੋ ਮਹਾਰਾਜ ਨੇ ਫਿਰ ਪੰਜਾਬ ਦੇ ਵਿੱਚ ਆ ਕੇ ਟਿਕਾਣਾ ਕੀਤਾ ਹੈ ਕਰਤਾਰਪੁਰ ਸਾਹਿਬ ਦੇ ਅੰਦਰ, ਤੇ ਸਾਨੂੰ ਸਿਖਾਇਆ ਹੈ ਕਿ ਭਾਈ ਜ਼ਿੰਦਗੀ ਤੁਹਾਡੀ ਬਹੁਤ ਕੀਮਤੀ ਹੈ। ਇਹ ਉਹ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਇੱਥੇ ਅਵਰ ਕਾਜ ਦਾ ਮਤਲਬ ਇਹ ਨਹੀਂ ਵੀ ਕੁਝ ਵੀ ਨਹੀਂ ਕਰਨਾ। ਅਵਰ ਕਾਜ ਦਾ ਮਤਲਬ ਤੂੰ ਹੋਰ ਜਿੰਨੇ ਮਰਜ਼ੀ ਤਰੀਕੇ ਅਪਣਾ ਲਾ, ਕਰਮ ਕਾਂਡ ਕਰ ਲਾ, ਜੋ ਮਰਜ਼ੀ ਕਰ ਲਾ, ਲੇਕਿਨ ਜਦ ਤੱਕ ਤੂੰ ਆਪਣਾ ਆਚਾਰ ਵਿਵਹਾਰ ਰਫਤਾਰ ਗੁਫਤਾਰ ਠੀਕ ਨਹੀਂ ਕਰੇਗਾ ਜਾਂ ਕਰੇਂਗੀ, ਤੇਰੇ ਜੀਵਨ ਦੇ ਵਿੱਚ ਸੁੱਖ ਆਨੰਦ ਨਹੀਂ ਆ ਸਕਦਾ। ਸੋ ਅਸੀਂ ਇਹ ਸਮਝਣਾ ਹੈ, ਦੇਖੋ ਸਭ ਤੋਂ ਪਹਿਲਾਂ ਤੇ ਮਹਾਰਾਜ ਦੀ ਰਮਜ਼ ਹੈ ਬਹੁਤ ਵੱਡੀ। ਪਹਿਲੀ ਰਮਜ਼ ਤੇ ਕੀ ਹੈ ਕਿ ਸਤਿਗੁਰੂ ਜੀ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਕੇ ਆਏ ਨੇ। ਉਹ ਇਰਾਕ ਤੱਕ ਹਮਜ਼ਾ ਪੀਰ ਨੂੰ ਸਮਝਾ ਕੇ ਆਏ ਨੇ, ਉਹ ਤਿੱਬਤ ਵਿੱਚ ਜਾ ਕੇ ਲਾਮਿਆਂ ਨੂੰ ਸਮਝਾ ਕੇ ਆਏ ਨੇ, ਪੰਡਿਆਂ ਨੂੰ ਸਮਝਾਇਆ ਹਰਿਦਵਾਰ ਜਾ ਕੇ, ਥੱਲੇ ਰਾਮੇਸ਼ਵਰਮ ਜਾ ਕੇ, ਬਰਮਾ ਤੱਕ ਜਾ ਕੇ, ਜੋਗੀਆਂ ਦੇ ਮੱਠਾਂ ਤੱਕ, ਸੁਮੇਰ ਪਰਬਤ ਤੱਕ ਆਪ ਪੈਦਲ ਚੱਲ ਕੇ ਗਏ ਨੇ। ਅਚਲ ਬਟਾਲੇ ਉਹਨਾਂ ਨੇ ਸਿੱਧ ਗੋਸ਼ਟ ਕੀਤਾ। ਫਿਰ ਉਹਨਾਂ ਨੇ ਪੰਜਾਬ ਵੀ ਕਿਉਂ ਚੁਣਿਆ? ਸੋ ਪੰਜਾਬ ਦੇ ਅੰਦਰ ਅੱਜ ਵੀ ਜਿਵੇਂ ਅਸੀਂ ਜਾਣਦੇ ਹਾਂ, ਉੱਥੇ ਦੇ ਲੋਕ ਬੜੇ ਬਹਾਦਰ, ਖਾਣਾ ਪੀਣਾ ਸ਼ੌਕ ਹੈ, ਸੋਹਣੇ ਬਣ ਕੇ ਸੋਹਣੇ ਕੱਪੜੇ ਪਾਉਣਾ, ਔਰ ਜਿਹੜੇ ਸਰੀਰ ਨੇ ਬੜੇ ਰਿਸ਼ਟ ਪੁਸ਼ਟ ਨੇ, ਦਿਮਾਗ ਬੜੇ ਰੋਸ਼ਨ ਨੇ, ਭਾਈਚਾਰਾ ਬੜਾ ਚੰਗਾ ਹੈ, ਇੱਕ ਦੂਸਰੇ ਨਾਲ ਮਿਲ ਕੇ ਰਹਿੰਦੇ ਨੇ, ਬੜੇ ਅਗਾਂਹ ਵਧੂ ਲੋਕ ਨੇ। ਕਿਉਂਕਿ ਅਸੀਂ ਸਾਨੂੰ ਪਤਾ ਹੈ ਕਿ ਮਹਾਰਾਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਨਲੰਦਾ ਤਕਸ਼ਿਲਾ ਵੀ ਉੱਥੇ ਨੇ, ਜਿਹੜੇ ਹੁਣ ਪਾਕਿਸਤਾਨ ਪੰਜਾਬ ਦੇ ਅੰਦਰ ਨੇ। ਉੱਥੇ ਯੂਨੀਵਰਸਿਟੀਆਂ ਨੇ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਸਨ। ਇਸ ਇਲਾਕੇ ਦੇ ਲੋਕ ਬੜੇ ਹੀ ਮਿਹਨਤੀ, ਖੁਸ਼ ਮਿਜਾਜ਼, ਔਰ ਕਿਉਂਕਿ ਦਰਿਆਵਾਂ ਦੀ ਧਰਤੀ ਰਹੀ, ਪਹਿਲਾਂ ਇੱਥੇ 7 ਦਰਿਆ ਵਗਦੇ ਸਨ,
5 ਵਜਦੇ ਸਨ, ਹੁਣ ਤੇ 2:30 ਵਜਦੇ ਨੇ। ਉਹਨਾਂ 'ਚ ਵੀ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਿਹਾ ਹੈ, ਔਰ ਤੋੜ ਭੰਨ ਛੱਡਿਆ ਸਾਰਾ ਕੁਝ। ਲੇਕਿਨ ਸਾਹਿਬ ਜੀ ਉੱਥੇ ਵਸੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਲੋਕ ਜ਼ਰੂਰ ਇਹ ਨਵੇਂ ਉਪਦੇਸ਼, ਨਵੀਆਂ ਚੀਜ਼ਾਂ ਨੂੰ ਅਪਣਾਉਂਦੇ ਨੇ। ਅੱਜ ਵੀ ਦੇਖੋ ਪੰਜਾਬ ਦੇ ਲੋਕ ਸਾਰੀ ਦੁਨੀਆ ਦੇ ਵਿੱਚ ਜਾ ਜਾ ਕੇ ਲੋਕਾਂ ਨੇ ਧਾਂਕ ਗੱਡੀ ਹੈ, ਬਹੁਤ ਸੋਹਣੀ ਕਿਰਤ ਕਮਾਈਆਂ ਕਰਕੇ, ਔਰ ਉੱਥੇ ਬੜੇ ਸੁਖੀ ਵਸਦੇ ਨੇ। ਸੋ ਦੂਸਰੀ ਗੱਲ ਇਹ ਹੈ ਕਿ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 152 ਬੋਲੀਆਂ ਨੇ। 152 ਬੋਲੀਆਂ ਵਿੱਚ 27 ਤੇ ਜਿਹੜੀ ਲਿਪੀ ਵਾਲੀਆਂ ਬੋਲੀਆਂ ਜਿਨ੍ਹਾਂ ਦੀ ਲਿਪੀ ਹੈ, ਔਰ 125 ਜਿਹੜੀਆਂ ਉਹ ਡਾਇਲੈਕਟ ਹੈ, ਮਤਲਬ ਬੋਲ ਚਾਲ ਦੀ ਬੋਲੀ, ਜਿਵੇਂ ਡੋਗਰੀ, ਹਰਿਆਣਵੀ, ਲਹਿੰਦੇ ਪੰਜਾਬ ਦੀ ਦੂਜੀ ਪੰਜਾਬੀ ਹੈ, ਇੱਧਰ ਦੀ 20 ਤੇ ਪੰਜਾਬੀ ਦੀਆਂ ਕਿਸਮਾਂ ਨੇ, 20 ਕਿਸਮ ਦੀ ਪੰਜਾਬੀ ਹੈਗੀ ਆ, ਜਿਹੜੀ ਕਿ ਹਰ ਤਰੀਕੇ ਜਿਹੜੇ ਵੱਖਰੇ ਵੱਖਰੇ ਤਰੀਕੇ ਨਾਲ ਬੋਲੀ ਜਾਂਦੀ ਹੈ। ਤੇ ਮਹਾਰਾਜ ਨੇ ਉਹ ਸਾਰਾ ਕੁਝ ਇਸਤੇਮਾਲ ਕੀਤਾ। ਫਿਰ ਉਹਨਾਂ ਨੇ ਗੁਰਬਾਣੀ ਨੂੰ ਸਦਾ ਵਾਸਤੇ ਸਾਨੂੰ ਸਦਾ ਵਾਸਤੇ ਗੁਰਬਾਣੀ ਦੇ ਲੜ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਜਿਹੜਾ ਤਿਆਰ ਕਰਵਾਇਆ, ਉਹਦੀ ਲਿਪੀ ਸਾਹਿਬ ਨੇ ਗੁਰਮੁਖੀ ਰੱਖੀ ਹੈ। ਪੰਜਾਬੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਪਰ ਇਹ ਗੁਰਮੁਖੀ ਹੈ। ਪਹਿਲਾਂ ਇਹਦਾ ਰੂਪ ਹੋਰ ਸੀ, ਸਾਹਿਬ ਦੇ ਆਉਣ ਤੋਂ ਪਹਿਲਾਂ ਲੰਡੇ ਭਾਸ਼ਾ ਹੁੰਦੀ ਸੀ, ਪ੍ਰਾਕ੍ਰਿਤ ਸੀ। ਫਿਰ ਇਹਦਾ ਮਹਾਰਾਜ ਜਿਹੜੀ ਗੁਰਮੁਖੀ ਬਣਾਈ, ਇਸ ਵਿੱਚ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਦਰਜ ਕੀਤੀ। ਬੇਸ਼ੱਕ ਸ਼ਬਦ ਕੋਈ ਅਰਬੀ ਫਾਰਸੀ ਦਾ ਹੈ, ਪਰ ਲਿਪੀ ਗੁਰਮੁਖੀ ਹੈ। ਜਿਵੇਂ ਸ਼ਬਦ ਹੈਗਾ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹਕਾ ਕਰੀਬ ਕਰੀਮ ਤੂੰ ਬੇਅਬ ਪਰਵਦਗਾਰ। ਇਹ ਸ਼ਬਦ ਹੈਗਾ ਅਰਬੀ ਫਾਰਸੀ ਦਾ, ਲੇਕਿਨ ਵਰਤੀ ਹੋਈ ਹੈ ਜਿਹੜੀ ਲਿਖਣ ਲਈ ਬੋਲੀ, ਉਹ ਹੈ ਗੁਰਮੁਖੀ, ਜਿਹੜੀ ਸਾਡੇ ਪੰਜਾਬ ਦੀ ਧੜਕਣ ਹੈ, ਸਾਡੀ ਮਾਂ ਬੋਲੀ ਹੈ, ਸਾਡੇ ਗੁਰਾਂ ਦੀ ਬੋਲੀ। ਔਰ ਇਸ ਬੋਲੀ ਵਿੱਚ ਮਹਾਰਾਜ ਨੇ 55 ਸਾਲ ਆਪਣੀ ਰਬਾਬ ਨਾਲ ਗਾਇਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਸਿਰੰਦੇ ਨਾਲ ਗਾਇਆ, ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਗਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਊਸ ਨਾਲ ਗਾਇਆ, ਢਾਡੀਆਂ ਨੇ ਇਹੀ ਵਾਰਾਂ ਜਿਹੜੀਆਂ ਉਹ ਗਾਈਆਂ ਸਾਰੰਗੀ ਤੇ ਜੋੜੀ ਦੇ, ਸਾਰੰਗੀ ਤੇ ਢੱਡ ਦੇ ਨਾਲ। ਸੋ ਸਾਨੂੰ ਇਹ ਚੀਜ਼ਾਂ ਮੈਂ ਤਾਂ ਦੱਸੀਆਂ ਨੇ। ਦੇਖੋ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਨਹੀਂ ਸਨ। ਪੰਜਾਬੀ ਸੱਭਿਆਚਾਰ ਦੇ ਵਿੱਚ ਗਾਣੇ, ਗਿੱਧੇ, ਭੰਗੜੇ, ਇਹ ਸਭ ਕੁਝ ਹੈ, ਅੱਜ ਵੀ ਹੈ, ਲੇਕਿਨ ਮਹਾਰਾਜ ਨੇ ਸਾਨੂੰ ਉਹਦਾ ਨਵਾਂ ਰੂਪ ਦਿੱਤਾ ਹੈ, ਢਾਡੀ ਵਾਰਾਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਪਹਿਲਾਂ ਵੀ ਵਾਰਾਂ ਗਾਈਆਂ ਜਾਂਦੀਆਂ ਸਨ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਭਾਈ ਮਰਦਾਨਾ ਜੀ ਵੀ ਹਮੇਸ਼ਾ ਹੀ ਢਾਡੀਆਂ ਵਾਲੇ ਕੰਮ ਕਰਦੇ ਸਨ। ਉਹ ਵੱਡੇ ਵੱਡੇ ਰਾਜਿਆਂ ਦੇ ਦਰਬਾਰ 'ਚ, ਨਵਾਬਾਂ ਦੇ ਦਰਬਾਰ 'ਚ ਉਹਨਾਂ ਦੀ ਸਿਫਤੋ ਸਲਾਹ ਕਰਦੇ ਸਨ। ਤੇ ਮਹਾਰਾਜ ਨੇ ਫਿਰ ਜਦੋਂ ਉਹਨਾਂ ਦੀ ਸੁਰੀਲੀ ਆਵਾਜ਼ ਤੇ ਸੁਰੀਲੀ ਰਬਾਬ ਸੁਣੀ, ਤੇ ਉਹਨਾਂ ਨੂੰ ਕਿਹਾ ਵੀ ਤੂੰ ਐਡੀ ਵੀ ਰਬਾਬ ਤੂੰ ਖੂਬ ਵਜਾਮਦਾ ਹੈ। ਮਹਾਰਾਜ ਨੇ ਪੁਰਾਣੇ ਜਿਹੜੀ ਲਿਖਤਾਂ ਉਹਦੇ 'ਚ ਆਉਂਦਾ ਹੈ, ਪਰ ਤੂੰ ਸਿਫਤ ਇੱਕੋ ਸੱਚੇ ਪਾਤਸ਼ਾਹ ਦੀ ਗਾ, ਤੇ ਫਿਰ ਦੇਖ ਕੀ ਸਵਾਦ ਬਣਦਾ। ਹੁਣ ਮਹਾਰਾਜ ਨੇ ਉਹ ਜੋ ਉੱਥੇ ਸਮਾਜ ਦੇ ਵਿੱਚ ਪਸਰਿਆ ਸੀ, ਉਹਨੂੰ ਲੈ ਕੇ ਉਹਨੂੰ ਨਵੇਂ ਰੂਪ ਨਾਲ ਸਾਨੂੰ ਦਿੱਤਾ। ਹੁਣ ਦੇਖੋ ਅਸੀਂ 12 ਮਾਹ ਜਿਵੇਂ ਦੇਖਦੇ ਹਾਂ, 12 ਮਾਹ ਉੱਥੇ ਪਹਿਲਾਂ ਵੀ ਲਿਖੇ ਹੋਏ ਨੇ। ਚੰਡੀਗੜ੍ਹ ਤੁਸੀਂ ਜਾਓ ਤੇ 22 ਸੈਕਟਰ 'ਚ ਉਹਨਾਂ ਨੇ ਸਾਰਾ 12 ਮਾਹ ਲਿਖ ਕੇ ਲਾਇਆ, ਕਿਸੇ ਕਵੀ ਦੇ ਹੱਥਾਂ ਦਾ ਲਿਖਿਆ ਹੋਇਆ, ਤੇ ਉਹ ਬੜੇ ਪਿਆਰ ਨਾਲ ਗਾਉਂਦੇ ਸੀ ਲੋਕ। ਮਹਾਰਾਜ ਨੇ ਸਾਨੂੰ 2 12 ਮਾਹ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ 12 ਮਾਹ ਹੈਗਾ ਰਾਗ ਮਾਝ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦਾ, ਇੱਕ 12 ਮਾਹ ਹੈਗਾ ਜਿਹੜਾ ਰਾਗ ਤੁਖਾਰੀ ਦੇ ਅੰਦਰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਲਿਖਿਆ। ਸੋ ਹੁਣ ਮਾਝ ਰਾਗ ਜਿਹੜਾ ਇਹ ਹੈ ਵੀ ਮਾਝੇ ਦਾ ਰਾਗ, ਇਹ ਦੂਜਾ ਰਾਗ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਫਿਰ ਦੇਖੋ ਕੋਈ ਵੀ ਜਿਹੜੀ, ਜਿਸ ਤਰ੍ਹਾਂ ਉਦੋਂ ਰਾਜ ਸੀਗਾ ਇਸਲਾਮ ਦਾ, ਮੁਸਲਮਾਨਾਂ ਦਾ, ਤੇ ਉੱਥੇ ਸੰਗੀਤ ਮਨਾ ਹੈ ਕਿ ਤੁਸੀਂ ਰੱਬ ਦੀ ਭਗਤੀ ਕਰਨੀ ਹੈ ਤੇ ਤੁਸੀਂ ਸੰਗੀਤ ਨਹੀਂ ਹੋ ਸਕਦਾ ਉੱਥੇ। ਮਹਾਰਾਜ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਕਾਵ ਰੂਪ ਹੈ, ਔਰ ਸੰਗੀਤ ਐਡਾ ਤਕੜਾ ਬਖਸ਼ਿਸ਼ ਕੀਤਾ ਹੈ, ਕਿਉਂਕਿ ਇੱਥੇ ਪਹਿਲਾਂ ਸ਼ਾਸਤਰੀ ਸੰਗੀਤ ਚੱਲਦਾ ਸੀ ਜਿਹੜਾ ਕਿ ਰਵਾਇਤ ਸੀ, ਪਰ ਮਹਾਰਾਜ ਨੇ ਸ਼ਾਸਤਰੀ ਸੰਗੀਤ ਨੂੰ ਨਹੀਂ ਅਪਣਾਇਆ, ਗੁਰਮਤ ਸੰਗੀਤ ਦਿੱਤਾ ਹੈ, ਜਿਹਦੇ ਵਿੱਚ ਅਸੀਂ ਗਿਣਨ ਨੂੰ ਤਾਂ 31 ਰਾਗ ਕਹਿੰਦੇ ਆ, ਪਰ ਉਹ ਬਹੁਤ ਜ਼ਿਆਦਾ ਨੇ। ਕਿਹੜੇ ਘਰ ਵਿੱਚ ਗਾਉਣਾ ਹੈ, ਕਿਹੜਾ ਰਾਗ ਹੈ, ਉਹਦਾ ਟਾਈਮ, ਉਹਦਾ ਮੌਸਮ, ਉਹ ਸਭ ਕੁਝ ਮਹਾਰਾਜ ਨੇ ਸਾਨੂੰ ਲਿਖ ਕੇ ਦਿੱਤਾ। ਦੇਖੋ ਪੰਜਾਬ ਦੇ ਅੰਦਰ ਜਦੋਂ ਕੋਈ ਮਰ ਜਾਂਦਾ ਸੀ ਪਹਿਲਾਂ, ਤੇ ਬਹੁਤ ਬੀਬੀਆਂ ਜਿਹੜੀਆਂ ਉਹਨਾਂ ਨੂੰ ਇੱਕ ਸਪੈਸ਼ਲ ਪਿੱਟਣ ਵਾਲੀ ਲਿਆਉਂਦੇ ਸੀ, ਜਿਹਦੀ ਆਵਾਜ਼ ਬੜੀ ਉੱਚੀ ਹੁੰਦੀ ਸੀ। ਫਿਰ ਉਹ ਵੈਣ ਪਾ ਪਾ ਕੇ
ਰੋਂਦੀ ਸੀ, ਸਾਰੇ ਪਿੰਡ ਦੀਆਂ ਜਨਾਨੀਆਂ ਇਕੱਠੀਆਂ ਹੋ ਗਏ, ਕੋਈ ਮਰ ਜਾਏ ਤੇ ਬੜੇ ਵੈਣ ਪਿੱਟ ਸਿਆਪਾ ਹੁੰਦਾ ਸੀ 7-7 ਦਿਨ। ਤੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਇਹ ਕੰਮ ਤੁਸੀਂ ਨਹੀਂ ਕਰਨਾ, ਤੇ ਅਲਾਣੀਆਂ ਦਾ ਸਾਨੂੰ ਪਾਠ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਅਲਾਣੀਆਂ ਉਹਨੂੰ ਹੀ ਕਹਿੰਦੇ ਸੀ ਵੈਣ ਪਾਉਣਾ, ਤੇ ਮਹਾਰਾਜ ਨੇ ਕਿਹਾ ਤੁਸੀਂ ਆਹ ਪਾਠ ਕਰੋ, ਜਦੋਂ ਕਿਸੇ ਦੀ ਮੌਤ ਹੋ ਜਾਏ ਏਦਾਂ ਪਿੱਟ ਸਿਆਪੇ ਨਹੀਂ ਕਰਨੇ। ਫਿਰ ਮਹਾਰਾਜ ਨੇ, ਹੁਣ ਵਿਆਹ ਸ਼ਾਦੀਆਂ ਹੁੰਦੇ ਉੱਥੇ, ਤੇ ਸਾਰੇ ਵੇਦੀਆਂ ਨਾਲ ਵਿਆਹ ਹੁੰਦੇ ਸੀ, ਪਹਿਲਾਂ ਪੰਡੇ ਬੈਠੇ ਹੁੰਦੇ ਸੀ ਜਾਂ ਕੋਈ ਹੋਰ ਤਰੀਕੇ ਹੁੰਦੇ ਸੀ, ਕਾਜ਼ੀ ਨੇ ਨਿਕਾਹ ਪੜਾਉਣਾ। ਪਰ ਗੁਰਸਿੱਖਾਂ ਨੂੰ ਮਹਾਰਾਜ ਨੇ ਜਿਹੜੇ ਫੇਰੇ, ਜਿਹੜਾ ਲਾਵਾਂ ਦਾ ਪਾਠ ਹੈ, ਉਹ ਲਾਵਾਂ ਦਾ ਪਾਠ ਸਾਨੂੰ ਪਤਾ ਹੈ ਕਿੰਨਾ ਸੋਹਣਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀ ਤੋਂ ਲੈ ਕੇ ਫਿਰ ਜਿਹੜੀਆਂ 4 ਲਾਵਾਂ ਉਹ ਸਾਨੂੰ ਬਣਾ ਕੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਸਾਡੇ ਬੱਚੇ ਬੈਠਦੇ ਨੇ, ਅਸੀਂ ਬੈਠਦੇ ਹਾਂ, ਆਨੰਦ ਕਾਰਜ ਜਦੋਂ ਹੁੰਦਾ, ਉਹਦਾ ਨਾਮ ਹੀ ਵੱਖਰਾ ਹੈ। ਦੇਖੋ, ਨਾ ਤੇ ਇਹਨੂੰ ਵਿਆਹ ਕਹਿੰਦੇ ਨੇ, ਨਾ ਸ਼ਾਦੀ। ਹੁਣ ਕਈ ਜਾਂਦੇ ਨੇ ਚਲੋ ਲੋਕੀ ਦੇਖਾ ਦੇਖੀ, ਪਰ ਅਸਲ 'ਚ ਆਨੰਦ ਕਾਰਜ ਦਿੱਤਾ ਹੈ ਇਹਦਾ। ਇਹ ਹੈ ਆਨੰਦ ਕਾਰਜ, ਆਨੰਦ ਦਾ ਪਾਠ ਦਿੱਤਾ ਹੈ। ਹੁਣ ਸਾਨੂੰ ਪਤਾ ਹੀ ਹੈ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਆ, ਬੀਬੀਆਂ ਜਾਂ ਬੰਦੇ, ਉਹ ਕਹਿੰਦੇ ਜੀ ਇਹਨਾਂ ਦੇ ਕੋਲ ਤਾਂ ਖੁਸ਼ੀ ਮੁੱਕ ਜਾਂਦੀ ਹੈ, ਤੇ ਕਰਾਉਂਦੇ ਰਹਿੰਦੇ ਨੇ, ਤੇ ਪਰੇਸ਼ਾਨ ਰਹਿੰਦੇ ਨੇ, ਇਹ ਮੁਸਕਰਾਉਂਦੇ ਨਹੀਂ ਨੇ। ਪਰ ਕਿੱਡੀ ਕਮਾਲ ਹੈ ਕਿ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ, ਉਹਨਾਂ ਨੇ ਬਾਬਾ ਅਮਰਦਾਸ ਜੀ ਬਣ ਕੇ ਕਿੰਨੇ ਸਾਲ ਉਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ 'ਚ ਰਹੇ, ਸਾਨੂੰ ਸਭ ਨੂੰ ਪਤਾ ਹੈ। ਜਾ ਕੇ 12 ਤੋਂ 14 ਸਾਲ ਤੱਕ, ਉਹ ਵੀ ਪਿਛਲੀ ਉਮਰੇ, 62 ਸਾਲ ਤੋਂ ਤਾਂ ਉਹਨਾਂ ਨੇ ਸ਼ੁਰੂ ਕੀਤਾ ਸੀ, ਤੇ ਫਿਰ ਉਹਨਾਂ ਨੇ ਆਨੰਦ ਸਾਹਿਬ ਉਚਾਰਿਆ ਹੈ 84 ਸਾਲ ਦੀ ਉਮਰੇ। ਤੇ ਸਾਨੂੰ ਹੁਕਮ ਹੈ ਕਿ ਤੁਹਾਡੇ ਘਰੇ ਪੈਦਾਇਸ਼ ਹੋਏ ਪੁੱਤਰ ਦੀ, ਧੀ ਦੀ, ਤੁਹਾਡੇ ਘਰੇ ਵਿਆਹ ਹੋਵੇ, ਇਹ ਸ਼ਗਨਾਂ ਦੇ ਕੋਈ ਕਾਰਜ ਹੋਣ, ਸ਼ਾਦੀ ਹੋਵੇ, ਜਦ ਤੁਹਾਡੇ ਘਰੇ ਸੱਥਰ ਵਿਛ ਜਾਏ, ਕਿਸੇ ਦੀ ਮੌਤ ਹੋ ਜਾਏ, ਪੜਨਾ ਆਨੰਦ ਸਾਹਿਬ ਹੀ ਹੈ। ਪਰ ਸਾਨੂੰ ਖਿਆਲ ਰੱਖਣਾ ਪਏਗਾ ਕਿ 5 ਪੌੜੀਆਂ ਨੂੰ ਆਪੇ ਹੀ ਤੇ ਅੱਗੇ 6ਵੀਂ ਲਾ ਕੇ ਨਾ ਮੁਕਾ ਲਿਆ ਕਰੀਏ। ਇਹ ਵੀ ਕਿਸੇ ਦੀ ਚਾਲ ਹੈਗੀ ਜਿਹੜੀ ਗਲਤ ਹੈ, ਕਿਉਂਕਿ ਗੁਰਾਂ ਦੀ ਬਾਣੀ ਦੇ ਉਲਟ ਹੈ ਇਹ ਚੀਜ਼। ਗੁਰੂ ਨੇ ਤੇ ਨਹੀਂ ਲਿਖਿਆ ਕਿ 5 ਪੜ੍ਹ ਲਿਓ ਤੇ 6ਵੀਂ ਮੁੜ ਕੇ ਆਪੇ ਲਾ ਕੇ ਅੱਗੇ ਤੇ ਆਪੇ ਮੁਕਾ ਲਿਓ, ਨਹੀਂ। ਸੋ ਸਾਨੂੰ ਇਹ ਤੋਂ ਗੁਰੇਜ਼ ਕਰਨਾ ਚਾਹੀਦਾ। ਸੋ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ, ਇਹ ਸਾਰੀਆਂ ਅਸੀਂ ਤੁਲਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਹੀ ਕਰਾਂਗੇ। ਫਿਰ ਮਹਾਰਾਜ ਨੇ ਬੇਸ਼ੱਕ ਮੁਸਲਮਾਨ ਵੀਰ ਨੂੰ ਕਿਹਾ ਹੈ, ਪਰ ਉਹ ਸਾਡੇ ਲਈ ਵੀ ਸਿੱਖਿਆ ਉਨੀ ਹੀ ਵਾਜਬ ਹੈ, ਚਾਹੇ ਉਹ ਜੋਗੀ ਨੂੰ ਕਹਿਣ, ਚਾਹੇ ਉਹ ਪੰਡੇ ਨੂੰ ਕਹਿਣ, ਜਾਂ ਕਾਜ਼ੀ ਨੂੰ ਕਹਿਣ, ਜਾਂ ਉਹ ਕਿਸੇ ਹੋਰ ਧਰਮ ਦੇ ਫਿਰਕੇ ਨੂੰ ਕਹਿਣ। ਲੇਕਿਨ ਅਸੀਂ ਜਾਣਦੇ ਹਾਂ ਨਾ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਉਹ ਸਾਰਿਆਂ ਲਈ ਹੈ। ਜਦੋਂ ਸਾਹਿਬ ਨੇ ਕਿਹਾ ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ, ਜੇ ਉਹ ਸਾਬਤ ਸੂਰਤ ਮੁਸਲਮਾਨ ਵੀਰ ਨੂੰ ਕਹਿ ਰਹੇ ਨੇ ਕਿ ਤੂੰ ਰਹਿ, ਔਰ ਸਿਰ ਤੇ ਦਸਤਾਰ ਸਜਾਉਣਾ ਹੀ ਅਸਲੀ ਜਿਹੜੀ ਹੈ ਉਹ ਇੱਜ਼ਤ ਪੱਤ ਹੁੰਦੀ ਹੈ, ਤੇ ਸਿੱਖ ਲਈ ਕਿਉਂ ਨਹੀਂ? ਸਿੱਖ ਅੱਜ ਪੁੱਛਦੇ ਨੇ ਕਈ ਭੁੱਲੜ, ਉਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਜੀ ਕੇਸ ਰੱਖਣੇ ਤੇ ਪੱਗਾਂ ਬੰਨਣੀਆਂ? ਮੈਂ ਕਿਹਾ ਸਾਹਿਬ ਦੀ ਤੇ ਬਾਣੀ ਕਹਿੰਦੀ ਕੇਸਾਂ ਕਾ ਕਰ ਬੀਜ ਨਾ ਕਰ ਚਵਰ ਟੁਲਾਵਾਂ, ਹਨਾ ਜੀ। ਵਾਰ-ਵਾਰ ਤੇਰੇ ਸੋਹਣੇ ਨੱਕ ਤੇ ਇਸ ਲੰਬੜੇ ਵਾਲਾ, ਉਹ ਆਪਣੇ ਪਰਮੇਸ਼ਰ ਨੂੰ, ਆਪਣੇ ਪਿਆਰੇ ਨੂੰ ਵੀ ਉਸ ਰੂਪ ਵਿੱਚ ਚਿਤਰਦੇ ਨੇ, ਕਿਉਂਕਿ ਸਾਬਤ ਸੂਰਤ ਰਹਿਣਾ ਹੈ ਕਿ ਆਪਣੇ ਸਰੀਰ ਨੂੰ ਜਿੱਦਾਂ ਦਾ ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ, ਉਹਨੂੰ ਉਵੇਂ ਹੀ ਰੱਖਣਾ ਹੈ। ਉਹ ਹੈ ਸਾਬਤ ਸੂਰਤ। ਜਿੱਦਾਂ ਸਾਨੂੰ ਪਤਾ ਹੈ ਕਿ ਜਿਹੜੇ ਮੁਸਲਮਾਨ ਵੀਰ ਨੇ ਜਾਂ ਕ੍ਰਿਸਚਨ ਨੇ, ਉਹ ਖਤਨੇ ਕਰਦੇ ਨੇ ਬੰਦਿਆਂ ਦੇ, ਤੇ ਗੁਰੂ ਜੀ ਨੇ ਉਹਨੂੰ ਵੀ ਸਾਬਤ ਸੂਰਤ ਨਹੀਂ ਕਿਹਾ। ਸਾਨੂੰ ਸਾਬਤ ਸੂਰਤ ਰਹਿਣਾ ਹੈ ਹਰ ਪੱਖੋਂ, ਤੇ ਹਰ ਪੱਖੋਂ ਸਾਬਤ ਸੂਰਤ ਰਹਿ ਕੇ ਸਿਰਾਂ ਤੇ ਸੋਹਣੀਆਂ ਦਸਤਾਰਾਂ, ਮਤਲਬ ਕਿਉਂਕਿ ਆਪਾਂ ਸਿੰਘ ਤੇ ਕੌਰਾਂ ਵਾਂ। ਪੰਜਾਬ 'ਚ ਪਹਿਲਾਂ ਕੋਈ ਸਿੰਘ ਕੌਰ ਨਹੀਂ ਸੀ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ। 10ਵੇਂ ਨਾਨਕ ਜੀ ਨੇ ਤੇ ਪੱਕਾ ਲਾਜ਼ਮੀ ਕਰ ਦਿੱਤਾ ਕਿ ਭਾਈ ਹਰ ਇੱਕ ਮੇਰਾ ਧੀ ਤੇ ਹਰ ਇੱਕ ਮੇਰਾ ਪੁੱਤ ਉਹ ਸਾਬਤ ਸੂਰਤ ਦਸਤਾਰ ਸਿਰਾ ਹੋਵੇਗਾ। ਉਹ 5 ਕਕਾਰਾਂ ਦਾ ਧਾਰਨੀ ਹੈ, ਕਿਉਂਕਿ ਉਹ ਇੱਕ ਸਜਿਆ ਸਜਾਇਆ ਹੋਇਆ ਯੋਧਾ ਸੂਰਬੀਰ ਹੈ। ਜਿਹੜੀ ਆਪਾਂ ਗਲੇ ਦੇ ਵਿੱਚ ਕਿਰਪਾਨ ਪਾਉਂਦੇ ਆ, ਇਹ ਨਾ ਇਹਨੂੰ ਕਹਿੰਦੇ ਸੈਰੇਮੋਨੀਅਲ ਸੋਰਡ, ਗੋਰੇ ਕਹਿੰਦੇ ਆ, ਜਿਹੜਾ ਬਹੁਤ ਪੁਖਤਾ, ਬੜਾ ਚੰਗਾ ਪਹਿਲੇ ਦਰਜੇ ਦਾ ਕੋਈ ਯੋਧਾ ਹੋਵੇ, ਉਹਨੂੰ ਸਿਰੋਂ ਪਾਓ ਵਾਂਗੂ ਸਮਝ ਲਓ, ਉਹਨੂੰ ਇੱਕ ਅਵਾਰਡ ਬਖਸ਼ਿਸ਼ ਕੀਤਾ ਜਾਂਦਾ, ਵਿਚ ਇਜ਼ ਸੈਰੇਮੋਨੀਅਲ ਸੋਰਡ। ਇਹ ਅੱਜ ਵੀ ਪਾਈ ਜਾਂਦੀ ਹੈ। ਸਿਰ ਦੇ ਉੱਤੇ ਦਸਤਾਰ ਹੈ, ਤੇੜ ਕਛਹਿਰਾ ਹੈ,
ਕੋਈ ਕਛਹਿਰੇ ਨਹੀਂ ਪਾਉਂਦਾ ਸੀ, ਧੋਤੀਆਂ ਦਾ ਰਿਵਾਜ ਹੈ, ਬੀਬੀਆਂ ਸਾੜੀਆਂ ਪਾਉਂਦੀਆਂ, ਪਤਾ ਹੀ ਕੁਛ ਨਹੀਂ, ਘੱਗਰੇ ਪਾਏ ਨੇ। ਪਰ ਸਿੱਖ ਤੇ ਸਿੱਖ ਬੰਦਾ ਤੇ ਸਿੱਖ ਬੀਬੀ, ਉਹਨਾਂ ਦੀ ਪੋਸ਼ਾਕ ਸਭ ਤੋਂ ਪਹਿਲਾਂ ਕਛਹਿਰੇ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਕਛਹਿਰਾ, ਫਿਰ ਉਹਦੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਹੈ, ਗਲੇ ਕਿਰਪਾਨ ਹੋਣੀ ਚਾਹੀਦੀ ਹੈ, ਹੱਥ 'ਚ ਕੜਾ ਹੋਣਾ ਚਾਹੀਦਾ, ਕੇਸਾਂ 'ਚ ਕੰਘਾ ਹੋਣਾ ਚਾਹੀਦਾ। ਉਹ ਸਫਾਈ ਦਾ ਪ੍ਰਤੀਕ ਹੈ। ਇਹ ਚੀਜ਼ਾਂ ਪੰਜਾਬੀ ਕਲਚਰ ਨਹੀਂ ਦਿੰਦਾ। ਪੰਜਾਬੀ ਕਲਚਰ ਵਾਲੇ ਤੁਸੀਂ ਦੇਖ ਹੀ ਰਹੇ ਹੋ ਆਲੇ ਦੁਆਲੇ ਆਪਣੇ, ਭਾਵੇਂ ਉਹ ਕੈਨੇਡਾ ਹੈ, ਭਾਵੇਂ ਉਹ ਅਮਰੀਕਾ ਹੈ, ਇੰਗਲੈਂਡ ਹੈ, ਆਸਟ੍ਰੇਲੀਆ ਹੈ, ਜਾਂ ਪੰਜਾਬ ਹੈ, ਗਲੇ ਦੇ ਵਿੱਚ ਵਾਲ ਖਿਲਾਰ ਕੇ ਤੁਰੇ ਫਿਰਨਾ, ਸਿਰ ਗੰਜੇ ਰੱਖਣਾ, ਨੰਗੇ ਰੱਖਣਾ, ਭੱਦਣ ਕਰਾਉਣੇ ਜਿਹੜੇ ਹੈ, ਇਹ ਸਭ ਪੰਜਾਬੀ ਕਲਚਰ ਦਾ ਹਿੱਸਾ ਹੈ। ਪੰਜਾਬੀ ਕਲਚਰ ਵਾਲੇ ਕੇਸਾਂ ਨੂੰ ਸਤਿਕਾਰ ਨਹੀਂ ਦਿੰਦੇ। ਪਰ ਸਾਹਿਬ ਦਾ ਸਿੱਖ ਜਿਹੜਾ ਹੈ, ਸਿੱਖੀ ਕਲਚਰ ਦੇ ਵਿੱਚ ਅਸੀਂ ਸਾਬਤ ਸੂਰਤ ਹੀ ਆਪਣੇ ਬਾਪ ਨੂੰ, ਆਪਣੇ ਮਾਲਕ ਨੂੰ ਸੋਹਣੇ ਲੱਗਦੇ ਹਾਂ। ਜਿਹਦੇ ਨਾਲ ਪਿਆਰ ਮੁਹੱਬਤ ਹੁੰਦਾ ਹੈ, ਉਹਦਾ ਅਸੀਂ ਰੂਪ ਬਣ ਜਾਂਦੇ ਹਾਂ। ਜੇ ਅਸੀਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ, ਫਿਰ ਸਾਡਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਫਤਿਹ ਸਿੰਘ, ਉਹਨਾਂ ਨਾਲ ਕੁਛ ਤੇ ਰਲਣਾ ਚਾਹੀਦਾ ਹੈ। ਕਿਰਦਾਰ ਵੀ, ਗੁਫਤਾਰ ਵੀ, ਰਫਤਾਰ ਵੀ, ਦਸਤਾਰ ਵੀ। ਗੁਰੂ ਉਹਨਾਂ ਨੂੰ ਹੀ ਪਸੰਦ ਕਰਦਾ। ਦੇਖੋ ਸਾਡੀ ਅਰਦਾਸ 'ਚ ਵੀ ਇੰਨੇ ਗੁਰੂ ਦੇ ਸਾਹਿਬਜ਼ਾਦੇ ਹੋਏ ਨੇ, ਹਰ ਇੱਕ ਦੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੱਚੇ ਹੋਏ, ਉਹ ਤੇ ਹੋ ਹੀ ਆਕੀ ਗਏ ਸਨ। ਉਹਨਾਂ ਨੂੰ ਤੇ ਪੁੱਤਰੀ ਕੌਲ ਨਾ ਪਾਲਿਓ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹ ਸਿੱਖ ਨਹੀਂ ਰਹੇ ਤੇ ਮਹਾਰਾਜ ਨੇ ਉਹਨਾਂ ਨਾਲ ਕੋਈ ਲੜਾਈ ਨਹੀਂ ਕੀਤੀ। ਉਹਨਾਂ ਨੂੰ ਕਿਹਾ ਤੁਸੀਂ ਆਪਣੇ ਰਾਜ ਜਾ ਰਹੇ ਹੋ, ਭਾਈ ਜਾਓ। ਇਸ ਤਰ੍ਹਾਂ ਦਾਤੂ ਦਾਸੂ ਸੀਗੇ ਗੁਰੂ ਅੰਗਦ ਪਾਤਸ਼ਾਹ ਜੀ ਦੇ, ਨਹੀਂ ਚੱਲੇ। ਮਹਾਰਾਜ ਨੇ ਕੁਝ ਵੀ ਨਹੀਂ ਕਿਹਾ। ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਜੀ ਬਾ ਕਮਾਲ ਸੁਪੁੱਤਰੀ ਹੈ। ਗੁਰੂ ਪਿਤਾ ਦੀ ਆਗਿਆ ਵਿੱਚ ਰਹਿੰਦੇ ਨੇ। ਉਹਨਾਂ ਦੀ ਆਗਿਆ ਦੇ ਨਾਲ ਹੀ ਉਹਨਾਂ ਦਾ ਆਨੰਦ ਕਾਰਜ ਗੁਰੂ ਰਾਮਦਾਸ ਜੀ ਨਾਲ ਹੁੰਦਾ ਹੈ। ਤੇ ਗੁਰੂ ਰਾਮਦਾਸ ਜੀ ਕਿਉਂਕਿ ਨਜ਼ਰੀ ਚੜ ਗਏ ਨੇ ਗੁਰੂ ਅਮਰਦਾਸ ਜੀ ਦੇ ਕਿ ਕਿੰਨੇ ਮਹਾਨ ਨੇ। ਸੋ ਕਹਿਣ ਦਾ ਮਤਲਬ ਕੀ ਹੈ, ਇੱਥੇ ਉਹੀ ਪ੍ਰਵਾਨ ਹੈ ਜੋ ਗੁਰੂ ਕੇ ਭਾਣੇ ਵਿੱਚ ਆਉਂਦਾ ਹੈ। ਗੁਰ ਕੇ ਭਾਣੇ ਜੋ ਚੱਲੇ ਭਾਈ, ਸੋ ਸਖਾ ਸਿੱਖ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟ ਨਾ ਖਾਏ। ਸੋ ਪੰਜਾਬੀ ਸੱਭਿਆਚਾਰ ਦੇ ਵਿੱਚ ਜੇ ਗੀਤ ਨੇ, ਭੰਗੜੇ ਨੇ, ਗਿੱਧੇ ਨੇ, ਮੁਬਾਰਕ ਹੈ, ਕੋਈ ਉਹਦੇ 'ਚ ਖਰਾਬੀ ਨਹੀਂ ਹੈ। ਲੇਕਿਨ ਜਦੋਂ ਅਸੀਂ ਕਾਮ ਦੇ ਭਰੇ ਜ਼ਿਆਦਾ ਇਹੋ ਜਿਹੇ ਜਿਹਦੇ ਵਿੱਚ ਸਾਡੇ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ ਲਿਖਤਾਂ ਹੋਣ, ਉਹ ਬੋਲ ਹੋਣ ਜਿਹਦੇ ਨਾਲ ਬੱਚੇ ਅਵਾਰਾ ਬਣ ਜਾਣ, ਵੱਡੇ ਬਜ਼ੁਰਗ ਵੀ ਗਲਤ ਹਰਕਤਾਂ ਕਰਨ, ਉਹਨੂੰ ਗੁਰੂ ਪ੍ਰਵਾਨ ਨਹੀਂ ਕਰਦਾ। ਕਿਉਂਕਿ ਸਾਹਿਬ ਕਹਿੰਦੇ ਨੇ ਤੇਰੇ ਮਨ ਦੇ ਅੰਦਰ ਪਰਮਾਤਮ ਦੇ ਸੋਹਣੇ ਗੀਤ ਨਾਦ ਨਹੀਂ ਵੱਜ ਰਹੇ, ਕਿਉਂਕਿ ਗੰਧਣ ਵੈਣ ਰੱਤਾ ਹਿਤਕਾਰੀ, ਬਾਣੀ 'ਚ ਲਿਖਿਆ। ਤੇਰਾ ਮਨ ਗੰਦੇ ਗੀਤਾਂ ਵਿੱਚ ਖੁਸ਼ ਹੁੰਦਾ ਹੈ। ਗੰਧਣ ਵੈਣ, ਭੈੜੇ ਬੋਲ, ਕਾਮ ਦੇ ਭਰੇ ਬੋਲ, ਸੁਣ ਸੁਣ ਕਾਮ ਗਹੇਲੀਏ, ਇਹ ਵੀ ਆਉਂਦਾ ਗੁਰਬਾਣੀ ਦੇ ਵਿੱਚ। ਤੂੰ ਕੀ ਕਾਮਨਾ ਰੱਤੀ ਹੋਈ ਤੁਰੀ ਫਿਰ ਰਹੀ ਹੈ। ਫਿਰ ਔਰਤਾਂ ਨੂੰ ਪੰਜਾਬੀ ਸੱਭਿਆਚਾਰ ਦੇ ਅੰਦਰ ਕੋਈ ਇੱਜ਼ਤ ਮਾਣ ਨਹੀਂ ਦਿੱਤੀ ਜਾਂਦੀ। ਅੱਜ ਵੀ ਸਾੜ ਦਿੱਤੀਆਂ ਜਾਂਦੀਆਂ ਨੇ, ਅੱਜ ਵੀ ਬੈਠੀਆਂ ਨੇ ਉੱਥੇ ਰੋਂਦੀਆਂ ਨੇ। ਪਰਦੇਸੀ ਛੱਡ ਕੇ ਉਹ ਆ ਜਾਂਦੇ ਨੇ, ਦਾਜ ਦੇਖਣੋਂ ਸਾੜ ਦਿੰਦੇ ਨੇ, ਉਹਨਾਂ ਨੂੰ ਹੱਕ ਨਹੀਂ ਦਿੰਦੇ ਨੇ। ਉਹਨਾਂ ਨੂੰ ਘਰੇ ਜੰਮ ਪੈਣ ਤੇ ਕਹਿੰਦੇ ਪੱਥਰ ਜੰਮ ਪਿਆ ਹੈ। ਇਹ ਕੀ ਪੱਥਰ ਵੱਜਿਆ ਸੀ, ਚੰਗੀ ਚੀਜ਼ ਦੇ ਦਿੰਦਾ ਮਤਲਬ ਲੜਕਾ ਹੀ ਪੈਦਾ ਹੁੰਦਾ। ਪੁੱਛੇ ਇਹਨਾਂ ਨੂੰ ਕੋਈ ਵੀ, ਜੇ ਸਾਰੇ ਬੰਦੇ ਹੀ ਹੋ ਗਏ ਤੇ ਦੁਨੀਆ ਤੁਹਾਡੀ ਚੱਲੂ ਕਿੱਦਾਂ। ਪੰਜਾਬੀ ਕਲਚਰ ਅਜੇ ਵੀ ਉੱਥੇ ਹੀ ਖਲੋਤਾ ਹੈ। ਪੰਜਾਬੀ ਕਲਚਰ ਵਾਲੇ ਨਹੀਂ ਉਹਦੇ ਚੋਂ ਨਿਕਲਦੇ। ਪਰ ਗੁਰੂ ਦੀ ਬੇਟੀ ਕੌਰ ਹੈ ਜਿਹੜੀ, ਉਹ ਆਪਣੇ ਭਰਾ ਦੇ ਬਰਾਬਰ ਹੈ। ਅੰਮ੍ਰਿਤ ਖੰਡੇ ਦੀ ਪਾਹਲ ਕਹਿ ਲੋ, ਅੰਮ੍ਰਿਤਪਾਨ ਕਹਿ ਲੋ, ਉਹਨੂੰ ਪੂਰਨ ਅਧਿਕਾਰ ਹੈ। ਉਹਨੂੰ ਦਸਤਾਰ ਦਾ ਅਧਿਕਾਰ ਹੈ। ਉਹਨੂੰ ਗੁਰਦੁਆਰਾ ਸਾਹਿਬ ਕਥਾ ਕੀਰਤਨ ਦਾ ਅਧਿਕਾਰ ਹੈ। ਉਹਨੂੰ ਘਰ ਦੇ ਵਿੱਚ ਮੋਤਬਰ ਹੋਣ ਦਾ ਅਧਿਕਾਰ ਹੈ। ਉਹਦੇ ਨਾਂ ਤੇ ਜਾਇਦਾਦਾਂ ਲੱਗ ਸਕਦੀਆਂ ਨੇ। ਉਹ ਗੁਰੂ ਕੀ ਮੱਤ ਲੈ ਕੇ ਸਾਰੀ ਦੁਨੀਆ ਨੂੰ ਵੰਡ ਸਕਦੀ ਹੈ। ਸਾਰੇ ਕਾਰਜ ਉਹ ਕਰ ਸਕਦੀ ਹੈ ਜੋ ਉਹਦੇ ਭਰਾ ਕਰ ਸਕਦੇ ਹਨ, ਜਾਂ ਉਹਦੇ ਬਾਪ ਕਰ ਸਕਦੇ ਹਨ, ਉਹਦੇ ਬੇਟੇ ਕਰ ਸਕਦੇ ਹਨ। ਪੰਜਾਬੀ ਕਲਚਰ ਦੇ ਅੰਦਰ ਅੱਜ ਵੀ ਜਿਹੜੀ ਲਾਲਸਾ ਹੈ, ਲਾਲਚ ਹੈ, ਹੋਰ 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 ਹੋਰ। ਜੇ ਸਾਨੂੰ ਸਭ ਨੂੰ ਪਤਾ ਹੋਵੇ ਤੇ ਲਾਹੌਰ ਦਾ ਨਾਂ ਹੀ ਉੱਥੋਂ ਪਿਆ ਹੈ ਕਿ ਲਿਆ ਹੋਰ। ਹੈਰਾਨੀ ਦੀ ਗੱਲ ਹੈ। ਪਰ ਉੱਥੇ ਦੇ ਲੋਕ
ਉਹਨਾਂ ਜ਼ਮਾਨਿਆਂ 'ਚ ਵੀ ਤੇ ਅੱਜ ਵੀ ਮੈਨੂੰ ਲੱਗਦਾ ਬਹੁਤ ਲਾਲਚੀ ਲੋਕ ਸਾਡੇ ਹੋ ਗਏ ਨੇ। ਜੋ ਮਰਜ਼ੀ ਸਾਨੂੰ ਮਿਲ ਜਾਏ ਅਸੀਂ ਕਹਿੰਦੇ ਹਾਂ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ, ਥੋੜਾ ਹੈ। ਘਰ ਬਾਰ ਛੱਡ ਦਿੰਦੇ ਆ, ਜ਼ਮੀਨਾਂ ਛੱਡ ਦਿੰਦੇ ਆ, ਮਾਂ ਪਿਓ ਨੂੰ ਛੱਡ ਦਿੰਦੇ ਆ, ਪਰਦੇਸਾਂ ਵਿੱਚ ਆ ਕੇ ਵੀ ਦੁਖੀ, ਉੱਥੇ ਵੀ ਦੁਖੀ। ਇਹ ਹੈ ਪੰਜਾਬੀ ਕਲਚਰ, ਸਿੱਖ ਕਲਚਰ ਨਹੀਂ ਹੈ ਇਹ। ਸਿੱਖ ਬਹੁਤ ਜ਼ਿਆਦਾ ਜ਼ਾਬਤੇ ਸਬਰ ਚ ਸ਼ੁਕਰ ਚ ਰਹਿੰਦਾ ਹੈ, ਕਿਉਂਕਿ ਸਿੱਖ ਦਾ ਹਰ ਵੇਲੇ ਗਾਉਣਾ ਤੇ ਮੰਨਣਾ ਹੈ। ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ, ਰਹਿਣ ਦਿਨਸ ਪ੍ਰਭਾਤ ਤੂਹੇ ਹੀ ਗਾਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੇ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਉਹ ਕਹਿੰਦਾ ਹੈ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਸਿੱਖ ਮੰਨਦਾ ਹੈ, ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਤੇ ਪੰਜਾਬੀ ਕਲਚਰ ਕੀ ਕਰਦਾ ਹੈ? ਪੰਜਾਬੀ ਤੇ ਅੱਜ ਵੀ ਬਾਬਿਆਂ ਪਿੱਛੇ, ਪੀਰਾਂ ਪਿੱਛੇ, ਗੁੱਗਿਆਂ ਪਿੱਛੇ, ਉਹ ਠੱਗਾਂ ਦੇ ਪਿੱਛੇ, ਡੇਰਿਆਂ ਵਿੱਚ ਧੱਕੇ ਖਾਂਦਾ ਫਿਰਦਾ ਹੈ, ਪੱਤ ਲੁਹਾਈ ਜਾਂਦਾ ਹੈ ਆਪਣੀ। ਤੇ ਪੰਜਾਬ ਦੇਸ਼ ਦਾ ਵਾਸੀ ਹੋ ਕੇ ਵੀ, ਐਡੇ ਅਮੀਰ ਵਿਰਸੇ ਦਾ ਮਾਲਿਕ ਹੋ ਕੇ ਵੀ ਉਹ ਕੱਖਾਂ ਤੋਂ ਵੀ ਹੌਲਾ ਹੈ। ਹੁਣੇ ਦੇਖੋ ਕਿਹੋ ਜਿਹੀਆਂ ਖਬਰਾਂ ਅਸੀਂ ਪੜ੍ਹੀਆਂ ਨੇ ਕਿ ਬੱਚਿਆਂ ਦੇ ਰਿਸ਼ਤੇ ਵੀ ਇੱਕ ਕੰਟਰੈਕਟ ਮੈਰਿਜ ਬਣਾ ਰਹੇ ਨੇ। ਕਾਹਦੇ ਲਈ? ਕੈਨੇਡਾ ਅਮਰੀਕਾ ਆਉਣਾ ਹੈ। ਮੈਂ ਨਹੀਂ ਕਹਿੰਦੀ ਨਾ ਆਓ, ਹਰ ਥਾਂ ਜਾਓ। ਸਾਡੇ ਸਾਹਿਬ ਨੇ ਸਾਨੂੰ ਕਿਹਾ, ਸਾਰੀ ਕਾਇਨਾਤ ਤੇਰਾ ਘਰ ਹੈ ਮੇਰੇ ਬੱਚਿਆ, ਤੂੰ ਤੇ ਸ਼ਹਿਜ਼ਾਦਾ ਹੈ ਮੇਰਾ, ਸ਼ਹਿਜ਼ਾਦੀ ਹੈ ਮੇਰੀ। ਜਦੋਂ ਸਾਡਾ ਬਾਪ ਐਡਾ ਅਮੀਰ ਹੈ ਕਿ ਸਾਰੀ ਕਾਇਨਾਤ ਦਾ ਮਾਲਿਕ ਹੈ, ਅਸੀਂ ਵੀ ਕਾਇਨਾਤ ਦੇ ਮਾਲਿਕ ਹੋ ਸਕਦੇ ਹਾਂ। ਲੇਕਿਨ ਆਪਣਾ ਆਚਾਰ ਵਿਹਾਰ ਅਸੀਂ ਆਪਣੇ ਸਾਹਿਬਾਂ ਵਾਲਾ ਰੱਖਣਾ ਹੈ, ਅਸੀਂ ਆਪਣੇ ਬਜ਼ੁਰਗਾਂ ਵਾਲਾ ਰੱਖਣਾ ਹੈ, ਅਸੀਂ ਆਪਣੇ ਵੱਡਿਆਂ ਵਡੇਰਿਆਂ ਤੋਂ ਮੱਤ ਲੈ ਕੇ ਆਪਣੇ ਜੀਵਨ ਨੂੰ ਟਿਕਾ ਕੇ ਰੱਖਣਾ। ਅਸੀਂ ਇਹਨੂੰ ਖਿਲਰਨ ਨਹੀਂ ਦੇ ਸਕਦੇ। ਸੋ ਜਦੋਂ ਜੇ ਗੁਰੂ ਦੀ ਮੱਤ ਪੱਲੇ ਨਹੀਂ ਹੈ, ਫਿਰ ਸਿੱਖ ਵੀ ਨਹੀਂ ਹੋ ਸਕਦਾ। ਸਿੱਖ ਸੱਭਿਆਚਾਰ ਦੀ ਤੁਹਾਨੂੰ ਸੋਝੀ ਕਿੱਥੋਂ ਪੈਣੀ ਹੈ? ਫਿਰ ਸਿੱਖ ਸੱਭਿਆਚਾਰ ਦੇ ਅੰਦਰ ਸਿੱਖ ਜੋ ਹੈ, ਹਰ ਇੱਕ ਰਸ ਜੋ ਮੰਨਿਆ ਗਿਆ, ਕਵਿਤਾ ਦਾ ਰਸ, ਸੰਗੀਤ ਦਾ ਰਸ, ਲਿਖਣ ਦਾ ਰਸ, ਬੋਲਣ ਦਾ ਰਸ, ਉਹਦਾ ਧਾਰ ਨਹੀਂ ਹੁੰਦਾ। ਇਸ ਕਰਕੇ ਉਹ ਬੜਾ ਰੋਸ਼ਨ ਦਿਮਾਗ ਹੈ। ਉਹਦੇ ਘਰੇ ਗੁਰੂ ਦੇ ਸਾਜ਼ ਸੰਗੀਤ ਜ਼ਰੂਰ ਵੱਜਣਗੇ, ਚਾਹੇ ਉਹ ਰਬਾਬ ਵੱਜੇ, ਸਾਰੰਗੀ ਵੱਜੇ, ਤਾਊਸ ਵੱਜੇ, ਦਿਲਰੁਬਾ ਵੱਜੇ, ਜਾਂ ਸਿਰੰਦਾ ਵੱਜੇ, ਜਾਂ ਜੋੜੀ ਵੱਜੇ, ਕੁਛ ਤਾਂ ਵੱਜੇ। ਜੇ ਨਹੀਂ ਵੱਜਦਾ ਫਿਰ ਅਸੀਂ ਗੁਰਾਂ ਤੋਂ ਮੁਨਕਰ ਹਾਂ। ਹੁਣ ਅਸੀਂ ਦੇਖਦੇ ਹਾਂ ਕਿੰਨੇ ਪਰੇਸ਼ਾਨ ਹੁੰਦੇ ਆ ਕਿ ਆ ਸਾਡੇ ਜਿਹੜੇ ਸੋ ਕਾਲਡ ਰਾਗੀ ਬਣੇ ਹੋਏ ਨੇ ਜਾਂ ਦੂਜੇ ਗੁਰਦੁਆਰਿਆਂ ਚ ਉਹ ਇੱਕ ਹਾਰਮੋਨੀਅਮ ਫੜ ਲੈਂਦੇ ਆ, ਉਹ ਫਿਲਮੀ ਤਰ੍ਹਾਂ, ਫਿਲਮੀ ਜਿਹੜੀਆਂ ਹੈਗੀਆਂ ਧੁਨਾਂ, ਉਹਨਾਂ ਦੇ ਮਹਾਰਾਜ ਦੀ ਐਡੀ ਉੱਚੀ ਸੁੱਚੀ ਪਵਿੱਤਰ ਬਾਣੀ ਨੂੰ ਗਾਈ ਜਾਂਦੇ, ਸੰਗਤ ਅੱਗੋਂ ਕੁਝ ਵੀ ਨਹੀਂ ਬੋਲ ਰਹੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ। ਅਸੀਂ ਉਵੇਂ ਹੀ ਗੁਰਬਾਣੀ ਗਾਉਣੀ ਹੈ ਜਿੱਦਾਂ ਗੁਰਾਂ ਨੇ ਗਾਈ ਹੈ। ਗੁਰੂ ਨਾਨਕ ਨੇ ਜਪਜੀ ਦੇ ਉੱਤੇ ਕੋਈ ਰਾਗ ਨਹੀਂ ਲਿਖਿਆ, ਪਰ ਗਾਵਿਆ। ਅਸੀਂ ਵੀ ਜਪਜੀ ਗਾਇਆ ਕਰੀਏ, ਸਵੇਰੇ ਗਾਉਂਦੇ ਆ। ਜਿਹੜੇ ਨਹੀਂ ਗਾਉਂਦੇ ਫਿਰ ਉਹ ਤੇ ਗੁਰੂ ਦੀ ਹੁਕਮ ਦੀ ਉਲੰਘਣਾ ਹੈ ਨਾ। ਜੇ ਗੁਰੂ ਨੇ ਮਾਝ ਰਾਗ ਲਿਖਿਆ ਫਿਰ ਮੈਂ ਮਾਝ ਹੀ ਗਾਵਾਂ, ਜਾਂ ਜੇ ਨਹੀਂ ਮੈਨੂੰ ਮਾਝ ਆਉਂਦਾ, ਘੱਟੋ ਘੱਟ ਮੈਂ ਸੰਥਿਆ ਲੈ ਕੇ ਆਪਣੇ ਸਿੱਧੀਆਂ ਜਿਹੜੀ ਘਰ ਦੇ ਵਿੱਚ ਬਹਿ ਕੇ ਆਪਣੇ ਆਪ ਨੂੰ ਸਰਸ਼ਾਰ ਕਰਾਂ, ਸਿੱਖਾਂ, ਲੱਭਾਂ। ਹੁਣੇ ਅਸੀਂ ਵੀਰ ਜੀ ਨੇ ਹੁਣੇ ਸ਼ਬਦ ਪੜਿਆ ਸੀ, ਸੰਤ ਜਨਾ ਮਿਲ ਹਰ ਜਸ ਗਾਇਓ। ਸੰਤ ਕੌਣ ਨੇ? ਜਿਨ੍ਹਾਂ ਦੇ ਹਿਰਦੇ ਸ਼ਾਂਤ ਹੋ ਗਏ ਨੇ। ਪੰਜਾਬੀਆਂ ਦੇ ਹਿਰਦੇ ਤੇ ਨਹੀਂ ਸ਼ਾਂਤ ਹੋਏ, ਸਿੱਖਾਂ ਦੇ ਹਿਰਦੇ ਸ਼ਾਂਤ ਹੁੰਦੇ ਨੇ। ਜੇ ਸਿੱਖ ਕੋਈ ਹੋਵੇ ਤਾਂ ਬੋਲਾਂ 'ਚ ਵੀ ਮਿਠਾਸ ਹੈ, ਗਾਲਾਂ ਨਹੀਂ ਨੇ। ਪੰਜਾਬੀ ਸੱਭਿਆਚਾਰ ਗਾਲਾਂ ਭਰੀਆਂ ਹੋਈਆਂ ਨੇ। ਉਹ ਤੇ ਮਤਲਬ ਮੈਨੂੰ ਸ਼ਰਮ ਆ ਰਹੀ ਹੈ ਆਪਣੇ ਮੂੰਹ ਚੋਂ ਵੀ ਬੋਲਣਾ ਕਿ ਉਹ ਜਿਹੜੇ ਬੰਦੇ ਨੇ ਸਾਡੇ ਬਹੁਤ ਕਈ, ਉਹ ਤੇ ਮਤਲਬ ਮਾਵਾਂ ਭੈਣਾਂ ਨੂੰ ਵੀ ਨਹੀਂ ਬਖਸ਼ਦੇ। ਉਹਨਾਂ ਦੀਆਂ ਗਾਲਾਂ ਉਹ ਇੱਕ ਇੱਕ ਮਿੰਟ ਤੇ ਕੱਢਦੇ ਨੇ। ਗੁਰੂ ਤੇ ਕਹਿੰਦਾ ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਹੈ। ਨਹੀਂ ਕੌੜਾ ਬੋਲਣਾ, ਮਾੜਾ ਨਹੀਂ ਬੋਲਣਾ। ਸਾ ਉਹ ਕਹਿੰਦੇ ਜਿਤ ਬੋਲੀਏ ਪਤ ਪਾਈਏ, ਸਾ ਬੋਲਿਆ ਪ੍ਰਵਾਨ। ਹੁਣ ਸਾਨੂੰ ਗੁਰੂ ਬੋਲਣਾ ਸਿਖਾਉਂਦੇ ਨੇ, ਸਾਨੂੰ ਗੁਰੂ ਤੁਰਨਾ ਸਿਖਾਉਂਦੇ ਨੇ, ਸਾਨੂੰ ਗੁਰੂ ਖਾਣਾ ਪੀਣਾ ਸਿਖਾਉਂਦੇ ਨੇ, ਸਾਨੂੰ ਗੁਰੂ ਸੱਜਣਾ ਸੰਵਰਨਾ ਸਿਖਾਉਂਦੇ ਨੇ। ਸਿੱਖ ਤੇ ਸੁਹਾਗਣ ਹੈ, ਸੁਹਾਗਣ ਹਮੇਸ਼ਾ ਸੱਜੀਆਂ ਹੁੰਦੀਆਂ ਨੇ। ਆ ਸਜਾਵਟ ਜਿਹੜੀ ਹੈ ਦਸਤਾਰ ਦੀ, ਦੁਪੱਟੇ ਦੀ, ਕਿਰਪਾਨ ਦੀ, ਕੜੇ ਦੀ, ਕਛਹਿਰੇ ਦੀ, ਇਹਦੇ ਵਰਗੀ ਸਜਾਵਟ ਤਾਂ ਦੁਨੀਆ 'ਚ ਕੋਈ ਹੈ ਹੀ ਨਹੀਂ, ਯੂਨੀਕ।
ਅੰਗਰੇਜ਼ੀ ਚ ਬੱਚਿਆਂ ਨੂੰ ਦੱਸੀਦਾ ਨਾ, ਸਾਰੇ ਬੱਚੇ ਕਹਿੰਦੇ ਵੀ were born to stand out, why to merge in। ਅਬੋ ਤੇ ਪੰਜਾਬੀ ਦੇਖੇ ਨੇ ਜਿਹੜੇ ਸਿੱਖ ਘਰਾਂ ਚ ਪੈਦਾ ਹੋਏ ਨੇ। ਵੈਸੇ ਵੀ ਇੱਕ ਚੀਜ਼ ਹੋਰ ਆਪਾਂ ਇੱਥੇ ਜਾਣ ਲਈਏ ਕਿ ਸਿੱਖ ਕਦੇ ਵੀ ਬਾਈ ਬਰਥ ਨਹੀਂ ਹੁੰਦਾ। ਉਹ ਸਿੱਖ ਮਾਂ-ਬਾਪ ਦੇ ਘਰ ਤਾਂ ਜੰਮ ਸਕਦਾ ਬੱਚਾ, ਪਰ ਜਨਮ ਤੋਂ ਕਦੀ ਵੀ ਕੋਈ ਸਿੱਖ ਨਹੀਂ ਹੁੰਦਾ। ਸਿੱਖ ਬਣਨਾ ਪੈਂਦਾ। ਸਿੱਖ ਦਾ ਮਤਲਬ ਹੈ ਸਟੂਡੈਂਟ, ਸਿੱਖਿਆਰਥੀ, ਜੋ ਤਾਉਮਰ ਆਪਣੇ ਆਖਰੀ ਸਾਹ ਤੱਕ ਉਹ ਸਿੱਖਦਾ ਹੀ ਸਿੱਖਦਾ ਰਹਿੰਦਾ ਹੈ। ਉਹ ਕਦੇ ਵੀ ਆਪਣੇ ਆਪ ਨੂੰ ਪਰਿਪੂਰਨ ਨਹੀਂ ਸਮਝਦਾ, ਕਿਉਂਕਿ ਉਹ ਕਹਿੰਦਾ ਹੈ ਮੇਰੇ ਕੋਲ ਤਾਂ ਸਿੱਖਣ ਲਈ ਹੈ ਹੀ ਇੰਨਾ ਕੁਝ, ਜ਼ਿੰਦਗੀ ਛੋਟੀ ਹੈ ਤੇ ਮੈਂ ਆਪਣੇ ਗੁਰੂ ਵੱਲੋਂ ਬਖਸ਼ੀ ਹੋਈ ਇਹ ਅਮੀਰੀ ਜੋ ਹੈ ਉਹਨੂੰ ਮੈਂ ਸੁਰਤ ਵਿੱਚ ਵਸਾ ਲਵਾਂ, ਕਮਾ ਲਵਾਂ, ਗਾ ਲਵਾਂ ਤੇ ਰਸ ਮਾਣ ਲਵਾਂ। ਸਾਹਿਬ ਦੀ ਬਾਣੀ ਕਹਿੰਦੀ ਨਾ, ਰਸ ਮਾਣ ਲੈ ਪਿਆਰਿਆ ਦਿਨ ਥੋੜਾ ਸਮਾਂ ਹੈ ਰਸ ਮਾਣ, ਧਨ ਜੋਬਨ ਔਰ ਫੁੱਲੜਾ ਨਾਠੀ ਅੜੇ ਦਿਨ ਚਾਰ, ਰੰਗ ਮਾਣ ਲੈ ਪਿਆਰਿਆ ਜੋਬਨ ਨੋ ਹੁਲਾ। ਸੋ ਸਾਨੂੰ ਇਹ ਚੀਜ਼ਾਂ ਪੰਜਾਬੀ ਸੱਭਿਆਚਾਰ ਵਿੱਚ ਨਹੀਂ ਨੇ ਤੇ ਨਾ ਸਨ। ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਨੇ ਉਹਨਾਂ ਨੂੰ ਤੇ ਤੀਆਂ ਯਾਦ ਨੇ, ਭੰਗੜਾ ਵੀ ਯਾਦ ਹੈ, ਗਿੱਧਾ ਵੀ ਯਾਦ ਹੈ, ਵੰਨ ਸਵੰਨੇ ਕੱਪੜੇ ਪਾਉਣੇ ਯਾਦ ਨੇ, ਜ਼ਰੂਰ ਪਾਓ, ਗਿੱਧੇ ਵੀ ਪਾਓ, ਭੰਗੜੇ ਵੀ ਪਾਓ, ਉਹਨਾਂ 'ਚ ਕੋਈ ਖਰਾਬੀ ਨਹੀਂ ਹੈ। ਲੇਕਿਨ ਤੁਸੀਂ ਗਾ ਕੀ ਰਹੇ ਹੋ, ਕੀ ਗਾ ਰਹੇ ਹੋ ਤੇ ਬੋਲ ਤੁਹਾਡੇ ਮੂੰਹ 'ਚ ਕਿਹੜੇ ਆ, ਉਹ ਬੜੇ ਇੰਪੋਰਟੈਂਟ ਨੇ। ਮਹਾਰਾਜ ਨੇ ਇੱਥੋਂ ਤੱਕ ਵੀ ਸਾਨੂੰ ਵਰਜਿਆ ਸੀ। ਅਸੀਂ ਵਿਆਹਾਂ ਸ਼ਾਦੀਆਂ ਦੇ ਅੰਦਰ ਘੋੜੀਆਂ ਗਾਉਂਦੀਆਂ ਬੀਬੀਆਂ ਕਈ ਦਿਨ, ਜਦੋਂ ਸਪੈਸ਼ਲੀ ਜਦੋਂ ਬੇਟੇ ਦਾ ਵਿਆਹ ਹੁੰਦਾ ਤੇ ਸਾਨੂੰ ਮਹਾਰਾਜ ਨੇ ਕਿਆ ਘੋੜੀ ਗਾ। ਘੋੜੀਆਂ ਵਡਹੰਸ ਰਾਗ ਦੇ ਅੰਦਰ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਹੋਏ ਨੇ, ਦੇ ਤੇਜਣ ਜੀ ਰਾਮ ਉਪਾਈਆ ਰਾਮ। ਉਹਨੂੰ ਘੋੜੀਆਂ ਦੀ ਤਰਜ਼ ਤੇ ਹੀ ਗਾਉਣਾ ਹੈ। ਫੇਰ ਸਾਨੂੰ ਜਿੱਦਾਂ ਉਹ ਰਾਜਿਆਂ ਦੀਆਂ ਵਾਰਾਂ ਗਾਉਂਦੇ ਸੀ, ਢਾਡੀ ਜਿਹੜੇ ਇਕੱਠੇ ਹੋ ਕੇ, ਕਦੀ ਕਿਸੇ ਰਾਜੇ ਦੀ ਸਿਫਤ ਕਰ ਦੇਣੀ, ਕਦੀ ਲੱਲਾਂ ਬਹਿਲੀਮਾਂ ਦੀ ਕਰਤੀ, ਕਦੀ ਟੁੰਡੇ ਅਸਰਾਜ ਦੀ ਕਰਤੀ। ਇਹਨਾਂ ਦੇ ਸਿਰਲੇਖ ਗੁਰੂ ਗ੍ਰੰਥ ਸਾਹਿਬ ਚ ਮਿਲਦੇ ਆ ਸਾਨੂੰ, ਵਾਰਾਂ ਦੇ ਉੱਪਰ ਲਿਖੇ ਹੋਏ। ਜਦੋਂ ਅਸੀਂ ਆਸਾ ਕੀ ਵਾਰ, ਜਿਹੜਾ ਸਾਨੂੰ ਹਿਦਾਇਤ ਹੈ ਕਿ ਹਰ ਰੋਜ਼ ਇਹਦਾ ਕੀਰਤਨ ਜਿਹੜਾ ਹੈਗਾ ਗੁਰਦੁਆਰਿਆਂ ਚ ਹੋਵੇ, ਤੇ ਉੱਥੇ ਉੱਤੇ ਲਿਖਿਆ ਹੋਇਆ ਮਹਾਰਾਜ ਨੇ, ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਟੁੰਡੇ ਅਸਰਾਜ ਦੀ ਵਾਰ ਦੀ ਧੁਨੀ ਤੇ ਗਾਉਣੀ ਹੈ ਉਹ ਆਸਾ ਕੀ ਵਾਰ। ਉਹ ਆਸਾ ਕੀ ਵਾਰ ਦੇ ਅੰਦਰ ਸ਼ਲੋਕ ਤੇ ਪੌੜੀਆਂ ਨੇ, ਉਹਦੇ ਪਤਾ ਨਹੀਂ ਇੰਨੇ ਗੀਤ ਉਹਦੇ ਵਿੱਚ ਉਹਦੇ ਵਿੱਚ ਸ਼ਬਦ ਕਈ ਐਡ ਕਰ ਦਿੰਦੇ ਆ, ਉਹਦੇ ਚ ਛੰਤ ਐਡ ਕੀਤੇ ਹੋਏ ਆਪੇ ਹੀ। ਮਤਲਬ ਵਾਰ ਦਾ ਛੰਤਾਂ ਦੇ ਨਾਲ ਕੋਈ ਮੇਲ ਹੀ ਨਹੀਂ ਹੈ। ਵਾਰ ਤੇ ਤੁਹਾਡੇ ਅੰਦਰ ਜੋਸ਼ ਭਰਦੀ ਹੈ। ਸੂਰਮਿਆਂ ਦੀ ਗਾਥਾ ਸੁਣਾ ਕੇ ਮਹਾਰਾਜ ਨੇ, ਉਹਦੇ ਚ ਕਿਹੜਾ ਸੂਰਮਾ ਹੈ, ਉਹਦੇ ਚ ਹੈਗਾ ਗੁਰੂ। ਅਸੀਂ ਉਹ ਸ਼ੁਰੂ ਹੁੰਦਾ ਹੈ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤੇ ਇਹਨੂੰ ਟੁੰਡੇ ਅਸਰਾਜ ਦੀ ਧੁਨੀ ਤੇ ਗਾਉਣਾ। ਹੁਣ ਸਾਡੇ ਰਬਾਬੀ ਵੀਰ ਨੇ, ਨਵਜੋਤ ਸਿੰਘ ਹੋਣੀ ਜਿਹੜੇ ਹਰੀਕੇ ਪਤਨ ਰਹਿੰਦੇ ਨੇ, ਉਹਨਾਂ ਨੇ ਰਬਾਬ ਰਿਵਾਈਵਲ ਸ਼ੁਰੂ ਕੀਤੀ, ਉਹ ਗਾਉਂਦੇ ਨੇ। ਜਾਂ ਆਪਣੇ ਸੁਰਿੰਦਰ ਸਿੰਘ ਜੀ ਜਿਹੜੇ ਯੂਕੇ ਵਾਲੇ ਹੈਗੇ, ਰਾਜ ਅਕੈਡਮੀ ਵਾਲੇ, ਉਹਨਾਂ ਨੇ ਗਾਇਆ ਔਰ ਉਹਨਾਂ ਨੇ ਸਮਝਾਇਆ ਕਿ ਇਹ ਵਾਲੀ ਵਾਰ ਉਦਾਂ ਹੀ ਗਾਓ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਹੈ। ਆਪੇ ਕਿਉਂ ਉਹਨੂੰ ਚੇਂਜ ਕਰ ਲਿਆ, ਆਪੇ ਕਿਉਂ ਉਹਦੇ ਚ ਰਲੇ ਪਾ ਲਏ। ਸੋ ਆਪਾਂ ਨੂੰ ਮਹਾਰਾਜ ਨੇ ਵਾਰਾਂ ਗਾਉਣੀਆਂ, ਘੋੜੀਆਂ ਗਾਉਣੀਆਂ, ਛੰਤ ਹੁੰਦੇ ਖੁਸ਼ੀ ਦੇ ਗੀਤ, ਬਹੁਤ ਸੋਹਣੇ ਸੋਹਣੇ ਛੰਤ ਮਹਾਰਾਜ ਦੇ ਅੰਦਰ, ਬਾਣੀ ਦੇ ਅੰਦਰ ਦਰਜ ਨੇ ਔਰ ਸਾਹਿਬਾਂ ਨੇ ਉਹਦੇ ਵਿੱਚ ਦਰਜ ਕੀਤੇ। ਉਹਨੂੰ ਤੁਸੀਂ ਗਾ ਕੇ ਵੇਖੋ, ਤੁਹਾਡੀ ਰੂਹ ਨੂੰ ਮਤਲਬ ਕਿਆ ਸਰੂਰ ਆਉਂਦਾ ਹੈ, ਤੁਹਾਡੇ ਸੁਰਤ ਨੂੰ ਔਰ ਤੁਹਾਡੀ ਰੂਹ ਨੂੰ। ਗੁਰਬਾਣੀ ਹੈਗੀ ਹੈ ਰੱਬੀ ਇਸ਼ਕ ਦੇ ਗੀਤ, ਸੋਹਲੇ। ਸੋਹਲੇ ਵੀ ਲਿਖੇ ਹੋਏ, ਫੁਨਹੇ ਲਿਖੇ ਹੋਏ ਨੇ। ਜੇ ਤੁਸੀਂ ਹੁਣ ਭੱਟ ਸਾਹਿਬਾਨਾਂ ਨੇ ਜਿਹੜੀ ਸਿਫਤ ਕੀਤੀ ਹੈ ਗੁਰੂ ਸਾਹਿਬਾਂ ਦੀ, ਉਹ ਤੁਸੀਂ ਗਾ ਕੇ ਵੇਖੋ, ਕਿਆ ਬਾਤ ਹੈ, ਕਿਆ ਬਾਤ ਹੈ। ਹੁਣ ਜਦੋਂ ਉਹ ਗਾਉਂਦੇ ਨੇ, ਵਾਹਿਗੁਰੂ 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 ਵਾਹ ਜੀਓ, ਇਹ ਵਾਹਿਗੁਰੂ ਭੱਟਾਂ ਨੇ ਕਿਹਾ ਸੀ। ਗੁਰੂ ਤੂੰ ਵਾਹ ਹੈ, ਗੁਰੂ ਤੂੰ ਆਪ ਹੀ ਜੋੜਿਆਂ ਦੀ ਰਾਖੀ ਚ
ਤੂੰ ਆਪ ਹੀ ਤਖਤ ਤੇ ਬਿਰਾਜਮਾਨ ਹੋ ਕੇ ਬ੍ਰਹਮ ਦੀਆਂ ਵਿਚਾਰਾਂ ਸੁਣਾਉਣਾ ਹੈ। ਤੂੰ ਆਪ ਹੀ ਹੱਥ 'ਚ ਚੰਦਾ ਫੜ ਕੇ ਕੀਰਤਨ ਕਰਦਾ ਹੈ। ਤੂੰ ਆਪ ਹੀ ਪ੍ਰਸ਼ਾਦੇ ਪਕਾਉਣਾ ਹੈ ਤੇ ਵਰਤਾਉਣਾ ਹੈ। ਤੂੰ ਆਪ ਹੀ ਦਾਲ ਦੇ ਬਾਟੇ ਲਈ ਫਿਰਦਾ ਹੈ। ਤੂੰ ਕੀ ਹੈ? ਐਸਾ ਤੇ ਕੋਈ ਹੈ ਹੀ ਨਹੀਂ। ਤਾਂ ਉਹਨਾਂ ਨੇ ਕਹਿਤਾ ਸੀ ਗੁਰੂ ਅਰਜਨ ਪ੍ਰਤੱਖ ਹਰ। ਉਹਨਾਂ ਨੇ ਕਹਿਤਾ ਵਾਹਿਗੁਰੂ 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 ਵਾਹ ਜੀਓ ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਭਾਤ ਖਾਏ ਜੀਓ। ਉਹਨਾਂ ਨੇ ਕਿਹਾ ਮੈਂ ਸੁਣੇ ਨੇ ਇਹੋ ਜਿਹੇ ਕ੍ਰਿਸ਼ਨ ਯਸ਼ੋਦਾ ਦੇ ਬੱਚੇ, ਉਹ ਕੀ ਹੈ ਤੇਰੇ ਸਾਹਮਣੇ? ਤੂੰ ਵਾਹ ਹੈ, ਤੂੰ ਤੇ ਪਾਰ ਬ੍ਰਹਮ ਹੈ, ਤੂੰ ਤੇ ਨੂਰੋ ਨੂਰ ਹੈ। ਗੁਰੂ ਅਰਜਨ ਕਾ ਖਿਵੇ ਚੰਦੋਆ। ਹੁਣ ਅਸੀਂ ਪੜਨ ਲੱਗੀਏ ਬਾਣੀ, ਕਿਆ ਕਮਾਲ ਹੈ। ਸਾਨੂੰ ਨਾ ਏਦਾਂ ਗਾਉਣੀ ਚਾਹੀਦੀ ਹੈ ਬੈਠ ਬੈਠ ਕੇ ਬਾਣੀ, ਸਾਰਿਆਂ ਨੂੰ ਇਕੱਠੇ ਹੋ ਕੇ ਘਰਾਂ ਦੇ ਵਿੱਚ। ਇਹ ਹੈ ਰੱਬੀ ਸਿਫਤ ਦੇ ਗੀਤ, ਤੇ ਸਾਨੂੰ ਇਹ ਦਿੱਤੇ ਮਹਾਰਾਜ ਨੇ ਕਿ ਰਾਤ ਦਿਨ ਗਾ ਮੇਰੀਏ ਬੱਚੀਏ। ਹੁਣ ਜੇ ਬੀਬੀਆਂ ਜਦੋਂ ਉਹਨਾਂ ਦਾ ਸਿਰ ਦਾ ਸਾਈਂ ਸੁਹਾਗ ਪ੍ਰਦੇਸ਼ ਜਾਂਦਾ ਹੈ, ਕਿੰਨੀਆਂ ਪਰੇਸ਼ਾਨ ਹੁੰਦੀਆਂ ਨੇ। ਤੇ ਹੁਣ ਬਾਣੀ ਚ ਮਹਾਰਾਜ ਨੇ ਕਿਹਾ ਏਦਾਂ ਹੀ ਪਰੇਸ਼ਾਨ ਹੋ, ਤੇਰਾ ਅਸਲੀ ਪ੍ਰੀਤਮ ਤੇਰੇ ਤੋਂ ਦੂਰ ਹੈ, ਤੇਰੀ ਸੁਰਤ ਵਿੱਚ ਦੁੱਖ ਤਾਂ ਨੇ। ਉਹ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬੇਨ ਖਰੀ ਨਿਮਾਣੀ। ਵੇਖੋ ਉਹੀ ਭਾਵ ਲੈ ਕੇ ਆਉਣੇ। ਫਿਰ ਅਸੀਂ ਕਹਿਣਾ ਹੈ ਆਵੂ ਸੱਜਣਾ ਜੀ। ਜਦੋਂ ਬੀਬੀਆਂ ਉਡੀਕ ਕਰਦੀਆਂ ਨੇ, ਏਦਾਂ ਸਾਡੀ ਜੀਵ ਇਸਤਰੀ ਜਿਹੜੀ ਹੈ, ਰੂਹ ਜਿਹੜੀ ਹੈ, ਏਦਾਂ ਉਹਨੇ ਆਵਾਜ਼ਾਂ ਮਾਰਨੀਆਂ ਨੇ। ਆਵੂ ਸੱਜਣਾ ਜੀ ਹੁਣ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ। ਸੋ ਇਹ ਨਹੀਂ ਹੈ ਪੰਜਾਬੀ ਸੱਭਿਆਚਾਰ ਚ ਮਿਲੇਗਾ ਕਿੱਥੇ ਵੀ। ਸਾਹਿਬ ਨੂੰ, ਈਸ਼ਵਰ ਨੂੰ, ਅੱਲਾ ਨੂੰ, ਖੁਦਾ ਨੂੰ, ਗੁਰੂ ਨੂੰ ਏਦਾਂ ਬੁਲਾਉਣਾ ਔਰ ਗਾਉਣਾ ਰਬਾਬਾਂ ਦੇ ਨਾਲ। ਕੌਣ ਕਹਿੰਦਾ ਕਿ ਲੇਟ ਹੈ? ਇਸ ਉਮਰ ਚ ਮੈਂ ਰਬਾਬ ਸਿੱਖਣੀ ਸ਼ੁਰੂ ਕੀਤੀ, ਸੋਝੀ ਆ ਗਈ, ਟੀਚਰ ਮਿਲ ਗਿਆ, ਸਾਹਿਬ ਨੇ ਬਰਕਤਾਂ ਕਰਤੀਆਂ, ਰੱਬੇ ਆਬ ਘਰ ਦੇ ਵਿੱਚ ਆ ਗਿਆ। ਰੱਬੇ ਆਬ ਮਤਲਬ ਰੱਬੀ ਅੰਮ੍ਰਿਤ ਸੰਗੀਤ ਜਿਹੜਾ ਹੈ, ਗੁਰਮਤ ਸੰਗੀਤ ਔਰ ਗੁਰੂ ਦੀ ਬਾਣੀ, ਇਹਦੀ ਤੇ ਕਿਆ ਬਾਤ ਹੈ। ਇਹ ਤੇ ਸੁਰਤ ਨੂੰ ਸ਼ਿੰਗਾਰ ਕੇ ਚਮਕਾ ਦਿੰਦਾ ਹੈ। ਸੋ ਇਹ ਪੰਜਾਬੀ ਸੱਭਿਆਚਾਰ ਚ ਨਹੀਂ ਹੈ। ਵਾਰਾਂ ਗਾਉਣੀਆਂ ਪੰਜਾਬੀ ਸੱਭਿਆਚਾਰ ਚ ਕਿਸੇ ਬੰਦੇ ਦੀ ਵਾਰ ਤਾਂ ਹੋ ਸਕਦੀ ਹੈ, ਪਰ ਸਾਹਿਬ ਨੇ, ਸਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 ਵਾਰਾਂ ਨੇ। 22, ਇੱਕ ਨਹੀਂ 22। ਮਾਝ ਕੀ ਵਾਰ, ਬਿਲਾਵਲ ਕੀ ਵਾਰ, ਆਸਾ ਕੀ ਵਾਰ, ਗਿਣੀ ਚੱਲੀਏ, ਗੁਜਰੀ ਕੀ ਵਾਰ, ਕਿੰਨੀਆਂ ਵਾਰਾਂ ਨੇ। ਉਹਦੇ ਉੱਤੇ ਉਹਨਾਂ ਨੇ ਸਿਰਲੇਖ ਦਿੱਤੇ ਹੋਏ ਨੇ ਵੀ ਕਿਹੜੀ ਜਿਹੜੀ ਪ੍ਰਚਲਿਤ ਵਾਰ ਸੀਗੀ ਉਸ ਸਮੇਂ ਦੀ, ਪਪੂਲਰ ਵਾਰ, ਉਹਦੀ ਧੁਨ ਦੇ ਉੱਤੇ ਗਾਉਣੀ ਹੈ। ਹੁਣ ਸਾਨੂੰ ਕਹਿੰਦੇ 22 ਵਿੱਚੋਂ ਬਸ 5 ਕੁ ਧੁਨੀਆਂ ਹੁੰਦੀਆਂ, ਬਾਕੀ ਧੁਨੀਆਂ ਨਹੀਂ ਪਤਾ, ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ। ਇਸ ਤੇ ਹੱਥ 'ਚ ਫੜ ਲਿਓ ਮੰਗਤਿਆਂ ਵਾਲੇ ਸਾਜ਼ ਜਿਹੜੇ, ਮਾਫ ਕਰਨਾ। ਗੋਰਿਆਂ ਨੇ ਪੰਜਾਬ ਨੂੰ ਲਿਟਰਮੈਨ ਹੈਗਾ, ਤੁਸੀਂ ਸਰਦਾਰ ਜਿਹੜੇ ਹੈਗੇ ਆ, ਉਹਨਾਂ ਦਾ ਨਾਂ ਹੈਗਾ ਜੀ, ਜਿਹੜੇ ਆਤਮ ਪ੍ਰਗਾਸ ਵਾਲੇ ਵੀਰ ਜੀ ਨੇ, ਵਰਿੰਦਰਪਾਲ ਸਿੰਘ ਪ੍ਰੋਫੈਸਰ ਸਾਹਿਬ, ਜਿਨ੍ਹਾਂ ਨੇ 골ਡ ਮੈਡਲ ਉਸ ਭਾਰਤ ਸਰਕਾਰ ਦਾ ਹੁਣੇ ਮੋੜਿਆ। ਉਹਨਾਂ ਨੇ ਸਮਝਾਇਆ ਹੋਇਆ, ਉਹਨਾਂ ਦੀ ਵੀਡੀਓ ਦੇਖੋ ਕਿ ਗੋਰਿਆਂ, ਇੰਗਲੈਂਡ ਪੰਜਾਬ ਦੇ ਜਿਹੜਾ ਐਜੂਕੇਸ਼ਨ ਸਿਸਟਮ ਸੀ ਤੋਂ ਕਿਤੇ ਪਿੱਛੇ ਸੀ, ਉੱਥੇ ਬੀਬੀਆਂ ਅਨਪੜ੍ਹ ਸੀ, ਪਰ ਪੰਜਾਬ ਦੇ ਪਿੰਡਾਂ ਦੇ 85 ਤੋਂ 88% ਲੋਕ ਪੜ੍ਹੇ ਲਿਖੇ ਸਨ। ਪੰਜਾਬੀ ਮਤਲਬ ਗੁਰਮੁਖੀ, ਉਦੋਂ ਕਹਿੰਦੇ ਕੋਈ ਪੰਜਾਬੀ ਨਹੀਂ ਸੀ ਕਹਿੰਦਾ, ਗੁਰਮੁਖੀ, ਉਰਦੂ, ਫਾਰਸੀ, ਅਰਬੀ ਸਭ ਆਉਂਦੀ ਸੀ। ਰਬਾਬਾਂ ਵੱਜਦੀਆਂ ਸੀ, ਜੋੜੀਆਂ ਵੱਜਦੀਆਂ ਸੀ, ਤਾਊਸ ਵੱਜਦੇ ਸੀ, ਦਿਲਰਬਾ ਵੱਜਦੀ ਸੀ, ਸਿਰੰਦੇ ਵੱਜਦੇ ਸਨ, ਔਰ ਸਰੰਗੀਆਂ ਤੇ ਪੁੱਛੋ ਨਾ, ਸਰੰਗੀ ਤੇ ਢੱਡ ਟੂ ਮੱਚ। ਮੈਂ ਆਪਣੇ ਬਚਪਨ ਚ ਸਾਰੇ ਢਾਡੀਆਂ ਦੇ ਦੀਵਾਨੇ ਸੁਣੇ, ਉੱਥੋਂ ਸਾਨੂੰ ਪਿਆਰ ਲੱਗਾ। ਤੇ ਗੱਲ ਕੀ, ਉਹਨਾਂ ਨੇ ਜਦੋਂ ਰਾਜ ਖਾਲਸਾ ਰਾਜ ਲੈ ਲਿਆ, ਫਿਰ ਉਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਅਸੀਂ ਅਨਪੜ੍ਹ ਕਿੱਦਾਂ ਕਰਨਾ। ਉਹ ਲਿਆਏ ਬੰਦਾ ਜਿਹਨੂੰ ਕਿ 50 ਬੋਲੀਆਂ ਦਾ ਮਾਹਿਰ ਸੀ, ਉਹ ਲਿਟਰਮੈਨ। ਉਹਨੇ 33 ਸਾਲ ਲਾ ਕੇ ਪੰਜਾਬ ਦੇ ਕੋਲੋਂ ਕਾਇਦੇ ਕਿਤਾਬਾਂ ਰਬਾਬਾਂ ਖੋਲੀਆਂ, ਤੇ ਉਹ ਸਿਸਟਮ ਉਹਨੇ ਖਤਮ ਕੀਤਾ। ਤਾਈਓ ਤੇ ਗੁਲਾਮ ਹੁੰਦਾ ਨਾ, ਜਦੋਂ ਬੰਦਾ ਕੁਝ ਪੜ੍ਹਦਾ ਨਹੀਂ, ਕੁਝ ਸਿੱਖਦਾ ਨਹੀਂ, ਕੁਝ ਗਾਉਂਦਾ ਨਹੀਂ, ਕੁਝ ਬੋਲਦਾ ਨਹੀਂ, ਉਹ ਗੁਲਾਮ। ਹੁਣ ਮੂਰਤੀ ਲੱਗੀ ਹੁੰਦੀ ਸਾਹਮਣੇ, ਮੂਰਤੀ ਦੇ ਸਾਹਮਣੇ ਤੁਸੀਂ 100 ਚੀਜ਼ਾਂ ਰੱਖ ਕੇ ਆ ਜਾਓ, ਤੁਹਾਨੂੰ ਮੂਰਤੀ ਕੁਝ ਨਹੀਂ ਦੇਗੀ, ਨਾ ਤੁਹਾਨੂੰ ਕੁਝ ਸਮਝਾਏਗੀ। ਤੁਹਾਡਾ ਆਪਣਾ ਹੀ ਆ, ਹਾਂਜੀ ਮੈਂ ਤਾਂ ਰੱਬ ਨੂੰ ਮਨਾ ਕੇ ਆ ਗਿਆ। ਸਾਹਿਬ ਕਹਿੰਦੇ ਨਾ, ਉਹ ਕਹਿੰਦੇ ਨਾ ਕਿ ਉਹ ਹੈਗਾ, ਜਦੋਂ ਅਸੀਂ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆ,
पाती तोरे मालनी पाती पाती दियो, जिस पाती तोरे मालनी पाती पाती जियो, जिस पाहन को पाती तोरे सो पाहन निर्जियो, भूली मालनी है एओ सतगुर जागता है देओ, पाखाण गढ़ के मूरत कीनी छाती धर के पाऊं, पाखाण गढ़ के मूरत कीनी, पत्थर ਨੂੰ ਥੱਲੇ ਵਿਛਾ ਕੇ ਕਹਿੰਦੀ ਉਹਦੀ ਮੂਰਤੀ ਤੂੰ ਆਪੇ ਘੜ ਲਈ, ਛਾਤੀ ਉਹਦੀ, ਉਹ ਜਿਹੜਾ ਪੱਥਰ ਦੀ ਛਾਤੀ ਦੀ ਤਰ੍ਹਾਂ ਗੋਡਾ ਹੁੰਦਾ ਸੀ। ਜੇ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ, ਜੇ ਸੱਚੀ ਸੁੱਚੀ ਰੱਬ ਦੀ ਮੂਰਤ ਹੁੰਦੀ ਤੈਨੂੰ ਖਾ ਨਾ ਜਾਂਦੀ ਉੱਠ ਕੇ ਕੋਈ ਆਪਣੇ ਗੋਡਾ ਛਾਤੀ ਤੇ ਦਿਵਾਉਂਦਾ। ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਸਾਨੂੰ ਪੱਥਰ ਯੁੱਗ ਵਿੱਚ ਧਕੇਲਿਆ, ਕਿਉਂਕਿ ਸਾਡੇ ਉੱਤੇ ਸਰਕਾਰਾਂ ਦੇ ਹਮਲੇ, ਰਾਜਾਂ ਦੇ ਹਮਲੇ, ਸਿੱਖ ਦਾ ਮੱਥਾ ਜਿਹੜਾ ਹੈਗਾ ਜ਼ਾਲਮ ਰਾਜਾਂ ਨਾਲ ਲੱਗਦਾ, ਚਾਹੇ ਉਹ ਕੋਈ ਵੀ ਜ਼ਾਲਮ ਰਾਜ ਹੋਵੇ, ਚਾਹੇ ਉਹ ਮੁਗਲ ਸੀਗੇ, ਚਾਹੇ ਉਹ ਅੰਗਰੇਜ਼ ਸੀ, ਤੇ ਚਾਹੇ ਹੁਣ ਇਹ ਕਾਲੇ ਨੇ ਜਿਹੜੇ ਉੱਥੇ ਚੜ ਕੇ ਬੈਠੇ ਹੋਏ ਨੇ ਬਿੱਪਰ, ਜਿਹੜੇ ਜੜੀ ਤੇਲ ਦੇ ਰਹੇ ਨੇ। ਕਹਿਣ ਦਾ ਮਤਲਬ ਹੈ ਕਿ ਸਾਨੂੰ ਪੰਜਾਬੀ ਸੱਭਿਆਚਾਰ ਸਦਾ ਹੀ ਸੀ ਤੇ ਰਹੇਗਾ, ਲੇਕਿਨ ਸਿੱਖ ਸੱਭਿਆਚਾਰ ਉਹਦੇ ਤੋਂ ਕਿਤੇ ਉੱਤਮ ਹੈ, ਕਿਤੇ ਉੱਤਮ। ਹਰ ਚੀਜ਼ ਮਹਾਰਾਜ ਨੇ ਨਿਖਾਰ ਕੇ ਸਾਨੂੰ ਹੱਥੀਂ ਲਿਖ ਕੇ ਦਰਜ ਕਰਕੇ ਮੋਹਰਾਂ ਲਾ ਕੇ ਮੁੰਦਾਵਣੀ ਵਰਗੀਆਂ ਉਹ ਸਾਨੂੰ ਬਖਸ਼ੀਆਂ ਨੇ। ਸਾਨੂੰ ਪਤਾ ਹੋਣਾ ਚਾਹੀਦਾ ਹੈ ਮੇਰੀ ਜਿਹੜੀ ਦਿੱਖ ਹੈ ਉਹ ਕਿੱਦਾਂ ਦੀ ਹੈ, ਮੇਰਾ ਆਚਾਰ ਵਿਹਾਰ ਕਿੱਦਾਂ ਦਾ ਹੈ। ਜੇ ਮੈਂ ਕੌਰ ਹਾਂ ਤੇ ਕੌਰ ਇੱਕ ਆਮ ਔਰਤ ਦੀ ਤਰ੍ਹਾਂ ਏਦਾਂ ਗਲੀਆਂ 'ਚ ਨਹੀਂ ਤੁਰੀ ਫਿਰਦੀ, ਨਾ ਉਹਦੇ ਕੰਮ ਕਾਰ ਏਦਾਂ ਦੇ ਹੁੰਦੇ ਨੇ। ਉਹ ਤੇ ਸ਼ਹਿਜ਼ਾਦੀ ਹੈ, ਗੁਰੂ ਗੋਬਿੰਦ ਸਿੰਘ ਦੀ ਬੱਚੀ ਹੈ, ਉਹ ਤੇ ਪੰਥ ਦੀ ਧੀ ਹੈ, ਉਹਦੇ ਬੜੇ ਵੱਡੇ ਫਰਜ਼ ਨੇ। ਮਾਤਾ ਭਾਗ ਕੌਰ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਤਾ ਬੀਬੀ ਭਾਨੀ ਜੀ, ਬੀਬੀ ਵੀਰੋ ਜੀ, ਬੀਬੀ ਹਰਸ਼ਰਨ ਕੌਰ ਜੀ, ਆਪਾਂ ਇਹ ਸਾਡੀਆਂ ਰੋਲ ਮਾਡਲ ਨੇ। ਹੁਣ ਮਾਤਾ ਗੁਜਰੀ ਜੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਲਾਹਕਾਰ ਸਨ ਹਮੇਸ਼ਾ ਤੋਂ। ਉਹਨਾਂ ਨੇ ਸਾਹਿਬ ਨੂੰ ਸਮਝਾਇਆ ਸੀ ਕਿ ਪਹਾੜੀ ਜਿਹੜੇ ਰਾਜੇ ਨੇ, ਪੁੱਤਰ ਜੀ, ਲਾਲ ਜੀ, ਇਹ ਤੇ ਸਾਡੇ ਮੁੱਢ ਕਦੀਮਾਂ ਦੇ ਵੈਰੀ ਨੇ, ਤੁਸੀਂ ਆਨੰਦਪੁਰ ਚ ਹਲੇ ਨਾ ਰਹੋ, ਤੁਸੀਂ ਬਹੁਤ ਛੋਟੇ ਹੋ। ਫਿਰ ਉਹਨਾਂ ਨੇ ਪੌਂਟਾ ਭੇਜਿਆ ਸੀ, ਉੱਥੇ ਰਹੇ ਸਾਹਿਬ, ਸਾਹਿਬਜ਼ਾਦਿਆਂ ਦੇ ਜਨਮ ਉੱਥੇ ਹੋਏ ਨੇ। ਫਿਰ ਜਦੋਂ ਖੰਡੇ ਦੀ ਪਾਹੁਲ ਤਿਆਰ ਕੀਤੀ, ਉਦੋਂ ਵੀ ਇਹ ਭੇਖੀ ਬਿੱਪਰ, ਇਹ ਝੂਠੇ ਔਰ ਮੱਕਾਰ ਗੁਰੂ ਮਾਤਾ ਜੀ ਕੋਲ ਆ ਗਏ ਸਨ ਕਿ ਮਾਤਾ ਜੀ, ਲਾਲ ਜੀ ਦੇ ਦਿਮਾਗ ਨੂੰ ਕੁਝ ਹੋ ਗਿਆ, ਇਹਦੇ ਸਭ ਨੂੰ ਮਾਰਨ ਵੱਢਣ ਲੱਗੇ ਜੇ, ਇਹ ਸਿੱਖੀ ਸੇਵਕੀ ਸਾਰੀ ਮੁੱਕ ਜਾਣੀ ਹੈ। ਤੇ ਮਾਤਾ ਜੀ ਨੇ ਸ਼ੇਰਨੀ ਦੀ ਦਹਾੜ ਪਾ ਕੇ ਕਿਹਾ ਕਿ ਦਫਾ ਹੋ ਜਾਓ ਇੱਥੋਂ ਮੂਰਖੋ, ਉਹ ਪੁੱਤਰ ਨਹੀਂ ਹੈ, ਉਹ ਮੇਰਾ ਗੁਰੂ ਹੈ, ਉਹ ਤੇ ਅਕਾਲ ਰੂਪ ਹੈ। ਜਿੱਦਾਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਿਖਿਆ ਸੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਕਹਿਣ ਦਾ ਭਾਵ ਹੈ ਸਾਡੀਆਂ ਸਿੱਖ ਬੀਬੀਆਂ ਔਰ ਉਹ ਮਹਾਨ ਸਿੰਘਣੀਆਂ ਲਾਹੌਰ ਦੇ ਅੰਦਰ ਜਦੋਂ ਉਹਨਾਂ ਨੂੰ ਬੰਦੀ ਬਣਾ ਕੇ ਮੀਰ ਮੰਨੂ ਨੇ ਸਵਾ ਮਨ ਦੇ ਪੀਸਣ ਨੂੰ ਦਿੱਤੇ, ਖੰਨੀ ਰੋਟੀ ਦਿੱਤੀ, ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ 'ਚ ਪਾਏ, ਪਰ ਉਹ ਬੀਬੀਆਂ ਸਨ ਸਾਹਿਬ ਕਲਗੀਧਰ ਦੀਆਂ ਸ਼ਹਿਜ਼ਾਦੀਆਂ, ਇੱਕ ਵੀ ਨਹੀਂ ਸੀ ਡੋਲੀ, ਔਰ ਸਭ ਜਵਾਨ ਸਨ, ਕੋਈ ਉਹਨਾਂ 'ਚ ਬੁੱਢੀ ਨਹੀਂ ਸੀ, ਸਭ ਨੌਜਵਾਨ ਔਰ ਸ਼ੇਰਨੀਆਂ ਦੀ ਤਰ੍ਹਾਂ। ਉਹਨਾਂ ਨੂੰ ਪਤਾ ਸੀ ਕਿ ਇਹਦੀ ਈਨ ਮੰਨਣ ਦਾ ਮਤਲਬ ਹੈ ਆਪਣੀਆਂ ਨਸਲਾਂ ਨੂੰ ਹਮੇਸ਼ਾ ਲਈ ਗੁਲਾਮ ਕਰਨਾ। ਅੱਜ ਵੀ ਛੀਣੀਆਂ ਮਾਵਾਂ ਹੈਗੀਆਂ ਪੰਜਾਬ ਦੀ ਸੋਹਣੀ ਧਰਤੀ ਦੇ ਉੱਤੇ, ਮੇਰੇ ਸੋਹਣੇ ਦੇਸ਼ ਪੰਜਾਬ ਦੇ ਅੰਦਰ ਬਹੁਤ ਕੁਝ ਸੋਹਣਾ ਹੈ, ਪਰ ਉਹ ਗੁਰਾਂ ਦੇ ਕਰਕੇ ਹੈ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਸ਼ਾਨੋ ਸ਼ੌਕਤ ਤਾਂ ਹੈ ਜੇ ਉੱਥੇ ਸਿੱਖੀ ਦੇ ਪਰਚਮ ਝੂਲਦੇ ਨੇ, ਉਦਾਂ ਪੰਜਾਬ ਕੁਛ ਨਹੀਂ ਹੈ, ਕੁਛ ਨਹੀਂ। ਜੰਗਲ ਰਾਜ ਜਿੱਦਾਂ ਹੋ ਰਿਹਾ, ਨਸ਼ੇ ਵਿਕਾਓ ਜੀ, ਉੱਥੇ ਤਾਂ ਪਾਣੀ ਸਾਰਾ ਖੋ ਲਿਆ, ਉੱਥੇ ਤਾਂ ਜ਼ਮੀਨਾਂ 'ਚ ਜ਼ਹਿਰ ਪਾਤੀ, ਉੱਥੇ ਤਾਂ ਬੀਬੀਆਂ ਦੀ ਬੇਪੱਤੀਆਂ, ਕਿਉਂਕਿ ਉਹਨਾਂ ਨੂੰ ਮਤਲਬ ਲਾਲਚਾਂ ਦੇ ਵਿੱਚ ਜਦੋਂ ਤੁਸੀਂ ਉਲਝਾ ਦੋਗੇ ਕਿਸੇ ਨੂੰ, ਤੇ ਉਲਝੇਗਾ ਕੌਣ? ਜਿਹਨੇ ਗੁਰੂ ਦਾ ਮਾਰਗ ਛੱਡਤਾ, ਜਿਹਨੇ ਆਪਣਾ ਕਿਲਾ ਛੱਡਤਾ, ਜਿਹਨੇ ਆਪਣੀਆਂ ਜੜਾਂ ਛੱਡਤੀਆਂ। ਜੇ ਆਪਣੀ ਬੋਲੀ ਛੱਡਤੀ, ਖਤਮ। ਜੇ ਆਪਣਾ ਵਿਹਾਰ ਗੁਰਾਂ ਵਾਲਾ ਛੱਡਤਾ, ਖਤਮ। ਗੁਰਮਤ ਛੱਡਤੀ, ਖਤਮ। ਜੇ ਆਪਣਾ ਆ ਰੂਪ ਛੱਡਤਾ, ਖਤਮ। ਕੌਣ ਕਹੇਗਾ? ਅੱਜ ਦੇ ਸਰਦਾਰ ਕਹਿੰਦੇ ਜੀ ਆ ਸਿੱਖ ਨੇ, ਉਹ ਬੱਚਿਆਂ ਨੂੰ ਪਛਾਣ ਹੀ ਨਹੀਂ ਸਾਨੂੰ ਆਉਂਦੀ ਵੀ ਇਹ ਕੌਣ ਨੇ, ਕਿਉਂ ਜਿਹੇ ਬਣੇ ਆਏ। ਤੇ ਕਈ ਜਾਣ ਉਹ ਗਫਲਤ ਵਿੱਚ ਜੀ ਵੀ ਜਾਣ, ਪਰ ਚਲੋ ਅਸੀਂ ਕਹਿੰਦੇ ਹਾਂ ਚਲੋ ਜੇ ਕੋਈ ਕਮਜ਼ੋਰ ਵੀ ਹੋ ਗਿਆ, ਚਲੋ ਤਦ ਵੀ ਉਹ ਵਾਪਸ ਆ ਸਕਦਾ ਇਸ ਰਸਤੇ ਤੇ ਆਪਣੇ ਜੀਵਨ ਨੂੰ ਸਵਾਰਨ ਲਈ।
ਖੁਸ਼ ਹੋਣ ਲਈ। ਰਾਜ ਭਾਗ ਜਿਹਨੂੰ ਅਸੀਂ ਮੀਰੀ ਪੀਰੀ ਕਹਿੰਦੇ ਆ, ਪੰਜਾਬੀ ਕਲਚਰ ਚ ਕਿੱਥੇ ਹੈ ਮੀਰੀ ਪੀਰੀ? ਕੋਈ ਬਾਬਾ, ਕੋਈ ਡੇਰਾ, ਕੋਈ ਨਾਥ, ਕੋਈ ਜੋਗੀ, ਕੋਈ ਪਾਂਡਾ ਤੁਹਾਨੂੰ ਮੀਰੀ ਪੀਰੀ ਦੇ ਦੂ? ਕੋਈ ਤੁਹਾਨੂੰ ਦੇ ਦੂਗਾ ਖਾਲਸੇ ਪਰਚਮ, ਬੋਲੇ ਸੋ ਨਿਹਾਲ ਕੋਈ ਦੇ ਦੂ? ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦੂ? ਜਦੋਂ ਆਪਾਂ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਸਾਡੀ ਫਤਿਹ ਨਾਲੇ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਦੇ ਬਣ ਗਏ ਅਸੀਂ ਉਹਦਾ ਰੂਪ ਹੋ ਜਾਂਦੇ ਆ, ਕਿਉਂਕਿ ਗੁਰੂ ਜੀ ਨੇ ਮੁਹੱਬਤ ਦੀ ਖੇਡ ਹੈ। ਉਹ ਕਹਿੰਦੇ ਜੀ ਇੱਥੇ ਇਸ਼ਕ ਮਜਾਜ਼ੀ ਦੀਆਂ ਭੈੜੀਆਂ ਗੱਲਾਂ ਸੁਣਾ ਸੁਣਾ ਕੇ ਬੱਚੇ ਪੁੱਟ ਸੁੱਟੇ, ਵਿਚਾਰੀ ਨੌਜਵਾਨੀ ਜਿਹੜੀ ਹੈ ਬਰਬਾਦ ਕਰੀ ਜਾ ਰਹੀ ਹੈ। ਪੰਜਾਬੀ ਕਲਚਰ ਜਿਹੜਾ ਉੱਥੇ ਗੰਦੇ ਗੀਤ, ਰਫਲਾਂ ਦੇ ਗੀਤ, ਨਸ਼ਿਆਂ ਦੇ, ਇਹ ਕੋਈ ਸਿੱਖੀ ਕਲਚਰ ਹੈ? ਨੋ। ਤੇ ਸਿੱਖੀ ਕਲਚਰ ਦੇ ਗੀਤ ਕੀ ਕਰਦੇ ਨੇ? ਤੁਹਾਡੇ ਅੰਦਰ ਠੰਡ, ਪਿਆਰ, ਆਰਾਮ, ਸੁਖ ਭਰਦੇ ਨੇ। ਜਿਵੇਂ ਸਾਹਿਬ ਜੀ ਬਾਣੀ ਚ ਕਹਿੰਦੇ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੁੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਗੁਰੂ ਤੇ ਮੇਰਾ ਸਭ ਕੁਝ ਹੈ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰੂ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਠੀਕ ਹੈ ਨਾ। ਗੁਰ ਬਿਨ ਅਵਰ ਨਹੀਂ ਮੈਂ ਥਾਉ, ਹੈ ਹੀ ਨਹੀਂ। ਸੋ ਗੁਰੂ ਨੂੰ ਆਪਾਂ ਜਦੋਂ ਆਪਣਾ ਹਿਰਦਾ, ਆਪਣੀ ਸੁਰਤ ਗੁਰੂ ਹਵਾਲੇ ਕਰ ਦਾਂਗੇ ਤੇ ਇਹ ਜਿਹੜੀਆਂ ਮੀਰੀਆਂ ਪੀਰੀਆਂ, ਇਹ ਤੇ ਬਖਸ਼ਿਸ਼ ਹੈ ਉਹਦੇ ਦਰ ਦੀ, ਇਹ ਤੇ ਮਿਲ ਜਾਣੀ ਹੈ। ਪੰਜਾਬੀ ਕਲਚਰ ਨਹੀਂ ਦਿੰਦਾ ਇਹ ਬਖਸ਼ਿਸ਼, ਇਹ ਆਪਣੀ ਮਰਜ਼ੀ ਹੈ। ਸਿਰਫ ਪੰਜਾਬੀ ਕਲਚਰ ਨੂੰ ਚਿੰਬੜੇ ਰਹਿਣਾ ਹੈ ਕਿ ਸਿੱਖ ਕਲਚਰ ਅਪਣਾਉਣਾ ਹੈ। ਕਿਹੜੀ ਆਪਾਂ ਵਧੀਆ ਚੀਜ਼ਾਂ ਲੈਣੇ ਆ ਨਾ। ਹੁਣ ਐਡੀ ਦੂਰ ਆਏ ਅਸੀਂ ਪ੍ਰਦੇਸਾਂ ਦੇ ਅੰਦਰ, ਜੇ ਅਸੀਂ ਇੰਨੀ ਦੂਰ ਆਏ ਆ, ਕੀ ਲੈਣਾ ਆ? ਵਧੀਆ ਖਾਣਾ ਹੋਵੇ, ਬਹੁਤ ਸੋਹਣਾ ਮੇਰਾ ਘਰ ਹੋਵੇ 5 ਮਿਲੀਅਨ ਦਾ, 10 ਮਿਲੀਅਨ ਦਾ, ਕਾਰਾਂ ਮੇਰੀਆਂ ਮਿਲੀਅਨ ਮਿਲੀਅਨ ਦੀਆਂ ਹੋਣ, ਮੇਰੇ ਬੱਚੇ ਸੋਹਣੇ ਸਕੂਲਾਂ ਚ ਪੜਨ, ਮੇਰੇ ਸੋਹਣੇ ਕੱਪੜੇ ਹੋਣ, ਇਹੀ ਲੈਣਾ ਹੈ ਨਾ। ਤੇ ਜੇ ਰੁਲਣਾ ਹੀ ਹੈ ਤੇ ਐਡੀ ਦੂਰ ਆਉਣ ਦਾ ਵੀ ਕੀ ਫਾਇਦਾ? ਇਸੇ ਤਰ੍ਹਾਂ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਮਾਇਆ ਦੀਆਂ ਜਿੰਨੇ ਮਰਜ਼ੀ ਲਿਸ਼ਕਾਰੇ ਤੇਰੇ ਕੋਲ ਹੋਣ, ਜੇ ਤੇਰੀ ਸੁਰਤ ਕੁੰਡ ਹੈ, ਜੇ ਤੇਰੇ ਅੰਦਰ ਗੁੱਸਾ, ਕਾਮ, ਲੋਭ, ਇਹ ਸਾਰਾ ਕੁਝ ਇਹਦੀ ਜਿਹੜੀ ਕਹਿੰਦੇ ਇਹਦੇ ਅੰਗਾਰੇ ਤੇਰੇ ਅੰਦਰ ਭਰੇ ਹੋਏ ਨੇ, ਜੇ ਸਵਾਹ ਅੰਦਰ ਭਰੀ ਹੋਈ ਹੈ, ਫਿਰ ਤੂੰ ਸਵਾਹ ਹੀ ਰਹਿਣਾ। ਫਿਰ ਤੂੰ ਸੁੱਖ ਨਹੀਂ ਲੈ ਸਕਦਾ। ਨਾ ਤੈਨੂੰ ਸੁੱਖ ਮਿਲਣਾ ਹੈ, ਨਾ ਤੇਰੇ ਪਰਿਵਾਰ ਨੂੰ ਮਿਲਣਾ ਹੈ, ਨਾ ਤੇਰੀਆਂ ਨਸਲਾਂ ਨੂੰ ਮਿਲਣਾ ਹੈ, ਨਾ ਤੇਰੇ ਸਮਾਜ ਨੂੰ ਮਿਲਣਾ ਹੈ। ਤੁਸੀਂ ਵੇਖੋ ਘਰ 'ਚ ਇੰਨੀ ਅਮੀਰੀ, ਇੰਨੀਆਂ ਖਾਣ ਨੂੰ ਚੀਜ਼ਾਂ, ਇੰਨੇ ਸੁੱਖ ਆਰਾਮ, ਰੇਸ਼ਮ ਦੇ ਬਿਸਤਰੇ, 에ਅਰ ਕੰਡੀਸ਼ਨ, ਜਿਹੜੇ ਵੱਡੇ ਘਰ, ਤੇ ਮੂੰਹ ਸਭ ਦੇ ਸੜੀ ਜਾ ਰਹੇ ਨੇ। ਕਿਉਂ ਭਾਈ? ਅੱਖਾਂ ਕਾਲੀਆਂ ਹੋ ਗਈਆਂ ਨੇ, ਚਿਹਰੇ ਜਿਹੜੇ ਮਤਲਬ ਝੁਲਸੇ ਹੋਏ ਨੇ, ਝੁਰੜੀਆਂ ਪੈ ਗਈਆਂ, ਬੁਰੇ ਹਾਲ, ਕੰਮ ਤੇ ਗਏ ਜੀ, ਘਰ ਆ ਗਏ ਜੀ, ਬੜਾ ਥੱਕ ਗਏ ਜੀ, ਕੁਛ ਨਹੀਂ ਜੀ। ਕਿਉਂ? ਕਿਉਂਕਿ ਅੰਦਰ ਚਾਹ, ਉਮੰਗ ਨਹੀਂ ਹੈ। ਚਾਹ ਉਮੰਗ ਕਿੱਥੋਂ ਆਉਂਦਾ ਹੈ? ਜਦੋਂ ਅਸੀਂ ਕਿਸੇ ਨਾਲ ਪਿਆਰ ਮੁਹੱਬਤ ਵਿੱਚ ਹੋਈਏ। ਜੋ ਹਿਰਦਾ ਕਿਸੇ ਦੇ ਪਿਆਰ ਵਿੱਚ ਗ੍ਰਿਫਤ ਹੈ, ਮੁਹੱਬਤ ਵਿੱਚ ਹੈ, ਖੇੜਾ ਉਹਦੇ ਕੋਲ ਹੁੰਦਾ। ਤੇ ਇਸ ਕਰਕੇ ਬਾਣੀ ਕਹਿੰਦੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਭਗਤਾਂ ਦੇ ਕੋਲ ਖੁਸ਼ੀ ਖੇੜਾ ਹੁੰਦਾ। ਖੁਸ਼ੀ ਖੇੜਾ, ਅਸੀਂ ਖੁਸ਼ੀ ਖੇੜਾ ਲੈਣਾ। ਉਹ ਖੁਸ਼ੀ ਖੇੜਾ ਸਿੱਖ ਸੱਭਿਆਚਾਰ ਵਿੱਚ ਠਾਠਾਂ ਮਾਰਦਾ, ਜਾਹੋ ਜਲਾਲ ਠਾਠਾਂ ਮਾਰਦਾ। ਸੂਰਬੀਰਤਾ, ਸੂਰਬੀਰਤਾ ਨਹੀਂ ਆਂਦੀ ਜਦ ਤੱਕ ਪਿਆਰ ਨਾ ਹੋਵੇ। ਆ ਨਿੱਕੇ ਨਿੱਕੇ ਬੱਚੇ ਆ, ਮੈਂ ਨਹੀਂ ਕਹਿ ਰਹੀ, ਮੈਂ ਤੁਹਾਨੂੰ ਮਤਲਬ ਸੱਚਾਈ ਦੱਸ ਰਹੀ ਹਾਂ, ਉਹ ਇੱਕ ਦੂਜੇ ਦੇ ਪਿਆਰ ਵਿੱਚ ਗ੍ਰਿਫਤ ਹੋ ਜਾਂਦੇ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ, ਛੋਟੇ ਬੱਚੇ ਹੁੰਦੇ ਆ, ਅਟਰੈਕਟ ਹੋ ਜਾਂਦੇ ਆ। ਉਹ ਦੁਨੀਆ ਉਹਨਾਂ ਨੂੰ ਮਨਾ ਕਰਦੀ, ਉਹ ਮਿਲਣੋਂ ਨਹੀਂ ਬੰਦ ਕਰਦੇ, ਮਰ ਵੀ ਜਾਂਦੇ ਆ ਪਰ ਹਟਦੇ ਨਹੀਂ। ਤੇ ਮਹਾਰਾਜ ਨੇ ਸਾਨੂੰ ਐਸੇ ਰੱਬੀ ਆਸ਼ਿਕ ਬਣਾਇਆ ਕਿ ਮੇਰੇ ਬੱਚਿਆਂ ਤੂੰ ਰੱਬੀ ਆਸ਼ਿਕ ਬਣ। ਜਦੋਂ ਅਸੀਂ ਆਸ਼ਿਕ ਬਣ ਜਾਂਦੇ ਆ ਰੱਬ ਦੇ, ਗੁਰੂ ਦੇ, ਫਿਰ ਸਾਡੇ ਅੰਦਰ ਬਹੁਤ ਜਜ਼ਬਾ ਤੇ ਬੜਾ ਪਿਆਰ ਉਮੜ ਉਮੜ ਪੈਂਦਾ ਹੈ। ਇਸੇ ਕਰਕੇ ਹੀ ਸਿੱਖੀ ਦੇ ਅੰਦਰ ਸ਼ਹੀਦਾਂ ਦੀ ਐਡੀ ਲੰਮੀ ਕਤਾਰ ਹੈ। ਪੰਜਾਬੀ ਕਲਚਰ ਵਿੱਚ ਤੇ ਕਤਾਰ ਨਹੀਂ ਹੈ, ਉਹ ਬੇਸ਼ੱਕ ਬਣਾਈ ਜਾਣ ਝੂਠ ਗਾਥਾਵਾਂ ਗਾ ਗਾ ਕੇ। ਸੋ ਅਸੀਂ ਸਾਰਿਆਂ ਨੇ ਦੇਖਣਾ ਹੈ ਜੀ। ਆਈ ਹੋਪ ਕਾਫੀ ਮੈਂ ਚੀਜ਼ਾਂ ਕਲੀਅਰ ਕੀਤੀਆਂ। ਫਿਰ ਜੇ ਕਿਸੇ ਵੀਰ ਭੈਣ ਨੂੰ ਕੋਈ ਸਵਾਲ ਕੁਐਸਚਨ ਹੋਏ ਤਾਂ ਮੈਂ ਤੁੱਛ ਬੁੱਧੀ ਦੇ ਅਨੁਸਾਰ ਜਿਹੜਾ ਹੈਗਾ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ ਵੀਰ ਜੀ। ਤੇ
ਅੱਗੇ ਚੱਲੀਏ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਆਈ ਥਿੰਕ ਮੈਂ ਤਾਂ ਕਾਫੀ ਕਲੀਅਰ ਹੋਇਆ ਕਈ ਚੀਜ਼ਾਂ ਬਾਰੇ। ਜਿੱਦਾਂ ਤੁਸੀਂ ਕੰਪੇਅਰ ਕੀਤਾ ਕਿ ਹਰ ਜਿਹੜੀ ਸੈਰੇਮਨੀ ਹੈ ਉਹਦੇ ਵਿੱਚ ਉਧਰ ਕੀ ਕਲਚਰ ਹੈ ਤੇ ਇੱਧਰ ਕੀ ਕਲਚਰ ਹੈ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸਿਸ। ਸੋ ਵੀ ਆਰ ਓਪਨ ਫॉर ਕੁਐਸਚਨ ਆਨਸਰ। ਮੈਂ ਕਿਹਾ ਰਣਜੀਤ ਸਿੰਘ ਜੀ ਤੁਸੀਂ ਅਨਮਿਊਟ ਕੀਤਾ? ਹਾਂਜੀ ਹਾਂਜੀ ਹਾਂਜੀ। ਮੇਰਾ ਇੱਕ ਸਵਾਲ ਹੈ ਜੀ, ਵੈਸੇ ਤਾਂ ਬੀਬੀ ਹੁਣੀ ਬੜਾ ਕਲੀਅਰ ਕੀਤਾ ਹੈ ਆਪਣੇ ਹਿਸਾਬ ਦੇ ਨਾਲ, ਪਰ ਦੇਖੋ ਜਿਸਲੇ ਅਸੀਂ ਪੰਜਾਬੀ ਕਲਚਰ ਦੀ ਗੱਲ ਕਰਦੇ ਫਿਰ ਸਾਡਾ ਪੂਰੇ ਪੰਜਾਬ ਦਾ ਕਲਚਰ ਹੈ, ਉਹਦੇ 'ਚ ਪੰਜਾਬ ਵਿੱਚ ਇਕੱਲਾ ਸਿੱਖ ਹੀ ਨਹੀਂ, ਰਾਈਟ, ਉਹਦੇ 'ਚ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਕ੍ਰਿਸਚਨ। ਦੂਜੀ ਨੇ ਮੀਰੀ ਪੀਰੀ ਦੀ ਗੱਲ ਕੀਤੀ ਹੈ, ਸਾਡੇ ਕੋਲ ਮੀਰੀ ਪੀਰੀ ਕਿੱਥੇ ਦਿਖਾ ਸਕਦੇ ਹੋ ਤੁਸੀਂ ਕਿਤੇ? ਲੇਕਿਨ ਪੰਜਾਬੀ ਕਲਚਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ ਇਸ ਵੇਲੇ ਜਿਹਦਾ ਰਾਜ ਉਹ ਕਿਹਦਾ, ਉਹਨਾਂ ਕੋਲ ਮੀਰੀ ਪੀਰੀ ਤਾਂ ਉਹਨਾਂ ਦੇ ਕੋਲ ਹੈ। ਨਹੀਂ ਪੀਰੀ ਕੀ ਉਹ ਸਿੱਖ ਨੇ? ਇੱਕ ਮਿੰਟ ਤੁਹਾਡਾ ਟਾਈਮ ਹੈ, ਬਿਲਕੁਲ ਸਹੀ ਗੱਲ। ਪੰਜਾਬੀ ਕਲਚਰ ਇੱਕ ਬਹੁਤ ਵੱਡਾ ਕਲਚਰ ਹੈ ਜਿਹਦੇ ਵਿੱਚ ਸਾਰੇ ਹੀ ਇਕੱਠੇ ਹੋਏ ਨੇ, ਲੇਕਿਨ ਸਿੱਖ ਕਲਚਰ ਉਹਦਾ ਇੱਕ ਅੰਗ ਹੈ। ਹਾਂ, ਤੁਸੀਂ ਇਹ ਕਹਿ ਸਕਦੇ ਆ ਅਸੀਂ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਉਹ ਅਸੀਂ ਆਪਣੇ ਕਲਚਰ ਨੂੰ ਅਡੋਪ ਨਹੀਂ ਕਰ ਰਹੇ, ਉਹਨੂੰ ਧੱਕਾ ਦੇ ਰਹੇ ਹਾਂ ਦੂਜੇ ਕਲਚਰ ਦੇ ਵਿੱਚ। ਜੋ ਕੁਝ ਅਸੀਂ ਇੱਥੇ ਦੇਖ ਰਹੇ ਹਾਂ ਜਾਂ ਅਸੀਂ ਕਰ ਰਹੇ ਹਾਂ, ਵਿੱਚੇ ਮੈਂ ਵੀ ਤਾਂ ਵਿੱਚੇ ਤੁਸੀਂ ਵੀ ਸਾਰੇ, ਕਿਉਂਕਿ ਹੁਣੇ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਕਿ ਤੁਸੀਂ ਗ੍ਰੰਥੀ ਵੀ ਆ, ਸ਼ਾਇਦ ਤੁਸੀਂ ਪਾਠੀ ਵੀ। ਕੀ ਪਾਠੀ ਲਫ਼ਜ਼ ਸਾਡੇ ਕਲਚਰ ਦੇ ਵਿੱਚ ਹੈਗਾ? ਲੇਕਿਨ ਅਸੀਂ ਲਿਆ ਕੇ ਘਸੋੜ ਦਿੱਤਾ। ਔਰ ਦੂਸਰੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਬਾਣੀ ਗਾਉਣ ਦੀ। ਮੇਰਾ ਖਿਆਲ ਹੈ ਇਸ ਵੇਲੇ ਬਾਣੀ ਗਾਈ ਜਾ ਰਹੀ ਹੈ, ਲੇਕਿਨ ਉਹਨੂੰ ਸਮਝਣਾ ਔਰ ਉਹਤੇ ਅਮਲ ਕਰਨਾ ਕਿੰਨੇ ਕੁ ਕਰਦੇ ਨੇ? ਹਰ ਗੁਰਦੁਆਰੇ ਕਿੰਨੇ ਗੁਰਦੁਆਰੇ ਬਣਦੇ ਨੇ? ਇੱਕ ਸ਼ਹਿਰ ਦੇ ਵਿੱਚ 20 25 ਗੁਰਦੁਆਰੇ, ਉੱਥੇ ਗਾਈ ਜਾਂਦੀ ਬਾਣੀ, 24 ਘੰਟੇ ਗਾ ਹੋ ਰਹੀ ਹੈ, ਲੇਕਿਨ ਉਹ ਤੇ ਅਮਲ ਕੌਣ ਕਰ ਰਿਹਾ? ਉਹਨੂੰ ਸਮਝ ਕੌਣ ਰਿਹਾ? ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗ ਸੰਸਾਰ ਡਿਠਿਆ ਮੁਕਤ ਨਾ ਵੀ ਵਿਚਰ, ਸ਼ਬਦ ਨਾ ਕਰੇ ਵਿਚਾਰ। ਕਿੰਨੇ ਕੁ ਵਿਚਾਰ ਕਰਦੇ ਹਾਂ ਅਸੀਂ? ਜੇ ਅਸੀਂ ਗਾਉਣੇ ਤੇ ਜ਼ੋਰ ਲਾਵਾਂਗੇ ਫਿਰ ਟੂਣਾ ਬਣਨੀਆਂ। ਬੀਬੀ ਜੀ ਜੋ ਕੁਛ ਤੁਸੀਂ ਬਿਲਕੁਲ ਸਹੀ ਕਿਹਾ, ਜੋ ਕੁਛ ਸਾਡੇ ਪਾਠੀ ਜਾਂ ਗ੍ਰੰਥੀ ਜਾਂ ਦੂਸਰੇ ਕਰਦੇ ਨੇ, ਪਾਠੀ ਵੀ ਟਿਊਨਾਂ ਲਾਉਂਦੇ ਨੇ ਔਰ ਜਿਹੜੇ ਸਾਡੇ ਰਾਗੀ ਢਾਡੀ ਲੋਕ ਵੀ ਟਿਊਨਾਂ ਲਾਉਂਦੇ ਨੇ। ਇੱਕ ਢਾਡੀ ਤੋਂ ਤੁਸੀਂ ਉਹੀ ਵਾਰ ਸੁਣੋ, ਉਹ ਕਿਸੇ ਹੋਰ ਮਸਾਲੇ ਨਾਲ ਕਹਿੰਦਾ ਆ, ਬੰਦਾ ਉਹੀ ਹੈ, ਵਾਰ ਉਹੀ ਹੈ, ਦੂਜਾ ਆਉਂਦਾ ਆ ਉਹ ਆਪਣੇ ਮਸਾਲੇ ਨਾਲ ਗੱਲਾਂ ਕਰਦਾ ਹੈ। ਅਸੀਂ ਤਾਂ ਕਹਾਣੀਆਂ ਦੇ ਪਿੱਛੇ ਪੈ, ਸੌਰੀ। ਸੋ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਥੋੜਾ ਜਿਹਾ ਇਹਨੂੰ ਨਖੇੜੋ ਪਏ। ਅਸਲੀ ਸਾਡਾ ਸਿੱਖ ਕਲਚਰ ਆਇਆ, ਸਾਨੂੰ ਸਿੱਖਾਂ ਨੂੰ ਘੱਟੋ ਘੱਟ ਆਪਣੇ ਕਲਚਰ ਨੂੰ ਅਡਾਪਟ ਕਰਨਾ ਚਾਹੀਦਾ। ਬਾਕੀ ਜਿਹੜਾ ਪੰਜਾਬੀ ਕਲਚਰ ਹੈ ਉਹ ਬਹੁਤ ਬੜਾ ਕਲਚਰ ਹੈ ਔਰ ਉਹ ਆਪਣੇ ਆਪ ਨੂੰ ਲੈ ਕੇ ਬੈਠਾ ਹੈ। ਜਿਹੜੇ ਜਿਨ੍ਹਾਂ ਦਾ ਆਪਣਾ ਕਲਚਰ ਹੈ, ਹਿੰਦੂ ਆਪਣੇ ਲੈ ਕੇ ਬੈਠੇ ਨੇ, ਮੁਸਲਮਾਨ ਆਪਣਾ ਕਲਚਰ ਲੈ ਕੇ ਬੈਠੇ ਨੇ, ਕ੍ਰਿਸਚਨ ਆਪਣਾ ਕਲਚਰ ਲੈ ਕੇ ਬੈਠੇ ਨੇ। ਇਹ ਸਾਰੇ ਕਲਚਰ ਪੰਜਾਬ ਦੇ ਵਿੱਚ ਇਕੱਠੇ ਹੋ ਜਾਂਦੇ, ਉਹ ਇੱਕ ਪੰਜਾਬ ਬਣਦਾ। ਲੇਕਿਨ ਜਿਸ ਵੇਲੇ ਸਿੱਖੀ ਦੀ ਗੱਲ ਕਰੀਏ ਫਿਰ ਤੁਹਾਡੀ ਗੱਲ ਸਹੀ ਹੈ, ਫਿਰ ਸਾਨੂੰ ਉੱਥੇ ਜ਼ਰੂਰ ਸਿੱਖੀ ਦੇ ਬਾਰੇ ਸੋਚਣਾ ਚਾਹੀਦਾ ਕਿ ਸਾਨੂੰ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਐਕਚੁਅਲ ਸਾਡਾ ਕਲਚਰ ਕੀ ਹੈ, ਸਾਡਾ ਗੁਰੂ ਗ੍ਰੰਥ ਸਾਹਿਬ। ਪਰ ਇਹਦੇ ਵਿੱਚ ਸੌਰੀ ਮਾਫ ਕਰਨਾ, ਆ ਸਾਡੇ ਕੋਲ ਇੱਕ ਚੀਜ਼ ਜਿਹੜੀ ਸਾਡੇ ਉੱਤੇ 1919 ਦੇ ਵਿੱਚ ਪਾ ਦਿੱਤੀ ਗਈ ਹੈ। ਮੇਰਾ ਖਿਆਲ ਹੈ ਤੁਸੀਂ ਅੱਜ ਸਵੇਰੇ ਰੇਡੀਓ ਟਾਕ ਸ਼ੋ ਦੇ ਵਿੱਚ ਵੀ ਤੁਸੀਂ ਗੱਲ ਥੋੜੀ ਜਿਹੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਕੁਲਦੀਪ ਸਿੰਘ ਦੇ ਪ੍ਰੋਗਰਾਮ ਦੇ ਵਿੱਚ। ਇਹਦੇ ਵਿੱਚ ਜੋ ਜਦ ਤੱਕ ਇਹ ਨਹੀਂ ਅਸੀਂ ਬਦਲਦੇ, ਸਾਡਾ ਗੁਰੂ ਗ੍ਰੰਥ ਸਾਹਿਬ ਦਾ ਇਹ ਹੈ ਹੀ ਨਹੀਂ। ਡੇਢ ਬਾਣੀ ਇਹਦੇ ਚ ਮੇਰੇ ਕੋਲ 1957 ਦੀ ਇੱਕ ਪਈ ਮੇਰੇ ਤੋਂ ਕੋਈ ਲੈ ਗਿਆ, ਮੁੜ ਕੇ ਦਿੱਤੀ ਨਹੀਂ ਹੈ ਉਹਨੇ। ਉਹਦੇ ਸਿਰਫ ਜਪਜੀ ਸਾਹਿਬ ਔਰ ਆਨੰਦ ਸਾਹਿਬ ਦੀਆਂ ਸਿਰਫ 5 ਪੌੜੀਆਂ ਔਰ 6ਵੀਂ ਕਰਕੇ ਉਹ ਖਤਮ ਕਰ ਦਿੱਤੀ। ਬਾਕੀ ਜਿਹੜੀਆਂ 3 ਬਾਣੀਆਂ ਉਹ ਸਾਨੂੰ ਦਿੱਤੀਆਂ ਨੇ, ਜਿਹਨੂੰ ਅਸੀਂ ਨਿਤਨੇਮ ਕਹਿੰਦੇ ਹਾਂ, ਜਿਹਦੇ ਤੁਸੀਂ ਵੀ ਕਹਿੰਦੇ ਵੀ ਕਰੋ, ਉਹ ਕਿੱਥੋਂ ਆਈਆਂ? ਉਹਨੂੰ ਕੀ ਕਰੋਗੇ? ਸਾਡਾ ਅਸਲੀ ਗ੍ਰੰਥ ਆ, ਉਹਦੇ ਇਹਦੇ ਹਿਸਾਬ ਨਾਲ ਉਹ ਬਣ ਗਿਆ। ਵਿਜੇ ਇੱਕ ਮਿੰਟ, ਇੱਕ ਚੀਜ਼ ਆਪਾਂ ਪਹਿਲਾਂ ਇੱਕ ਚੀਜ਼ ਤੇ ਰਹੀਏ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰ ਲਈਆਂ, ਏਦਾਂ ਕੁਝ ਵੀ ਨਹੀਂ ਪੱਲੇ ਪੈਣਾ। ਆਪਾਂ ਇੱਕ ਚੀਜ਼ ਲਵਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੀਰੀ ਪੀਰੀ ਤੇ ਗੱਲ ਕਰਨਾ ਚਾਹਨੀ ਹਾਂ। ਕਰੋ। ਪੰਜਾਬੀ ਕਲਚਰ ਚ ਕੋਈ ਮੀਰੀ ਪੀਰੀ ਨਹੀਂ ਹੈ। ਔਰ ਮੀਰੀ ਤੇ ਪੀਰੀ, ਦੇਖੋ ਮੀਰੀ ਹੁੰਦੀ ਹੈ ਜਿਹਨੂੰ ਤੁਸੀਂ ਰਾਜਪਾਲ ਕਹਿ ਰਹੇ ਹੋ, ਪਰ ਪੀਰੀ ਕੀ ਹੈ?
ਉਹ ਹੈ ਰੱਬੀ ਬਾਦਸ਼ਾਹਤ। ਰੱਬੀ ਬਾਦਸ਼ਾਹਤ ਭਗਤਾਂ ਕੋਲ ਹੁੰਦੀ ਹੈ। ਬੇਸ਼ੱਕ ਉਹ ਬਾਬਾ ਕਬੀਰ ਜੀ ਨੇ, ਰਵਿਦਾਸ ਜੀ ਨੇ, ਸੈਣ ਜੀ ਨੇ, ਕੋਈ ਹੋਰ ਹੈ, ਔਰ ਗੁਰੂ ਸਾਹਿਬ ਸਾਡੇ ਤਾਂ ਸਾਨੂੰ ਪਤਾ ਹੀ ਹੈ ਜੋ ਹੈਗੇ। ਸਿੱਖਾਂ ਨੇ ਉਹ ਮੀਰੀ ਪੀਰੀ ਮਾਣੀ ਹੈ। ਪੰਜਾਬੀ ਕਲਚਰ ਨੂੰ ਕੋਈ ਕੁਝ ਇਹ ਨਹੀਂ ਕਹਿ ਰਿਹਾ ਕਿ ਜੀ ਉਹ ਗਲਤ ਜਾਂ ਠੀਕ, ਅਸੀਂ ਸਿਰਫ ਉਹਦਾ ਨਖੇੜਾ ਕਰ ਰਹੇ ਹਾਂ। ਹੁਣ ਇਹ ਹੈ ਕਿ ਅਸੀਂ ਸਾਰਿਆਂ ਤੇ ਲਾਗੂ ਨਹੀਂ ਕਰਵਾ ਸਕਦੇ, ਕਿਉਂਕਿ ਇਹ ਹਰ ਇੱਕ ਦੀ, ਮੈਂ ਹੁਣੇ ਆਪਣੇ ਲੈਕਚਰ ਦੌਰਾਨ ਤੁਹਾਨੂੰ ਕਿਹਾ ਸੀ, ਕੋਈ ਵੀ ਬਾਏ ਬਰਥ ਸਿੱਖ ਨਹੀਂ ਹੁੰਦਾ, ਸਿੱਖ ਬਣਨਾ ਪੈਂਦਾ। ਸਟੂਡੈਂਟ ਬੱਚਾ ਜਦੋਂ ਜੰਮਦਾ ਮਾਂ ਦੀ ਕੁੱਖ ਚ, ਉਹ ਨਹੀਂ ਹੁੰਦਾ ਸਟੂਡੈਂਟ, ਉਹਨੂੰ ਅਸੀਂ ਬਣਾਉਨੇ ਆ। ਏਦਾਂ ਸਾਹਿਬ ਦੀ ਬਾਣੀ ਕਹਿੰਦੀ ਹੈ, ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਜਦੋਂ ਅਸੀਂ ਗੁਰੂ ਦੀ ਦਰਗਾਹ ਚ ਆ ਜਾਂਦੇ ਹਾਂ, ਗੁਰੂ ਦੇ ਦਰ ਤੇ ਆ ਕੇ ਸਮਰਪਣ ਕਰਦੇ ਆ ਵੀ ਗੁਰੂ ਮੈਂ ਤੇਰੇ ਰਾਹ ਤੇ ਚੱਲੂ, ਪਤਾ ਨਹੀਂ ਆ ਜਿਹੜੇ ਬਾਕੀ ਜਣੇ ਮੇਰੇ ਟੱਬਰ ਚ ਚੱਲਣਗੇ ਕਿ ਨਹੀਂ, ਪਰ ਮੈਂ ਚੱਲੂ। ਸੋ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ। ਹੁਣ ਤੁਸੀਂ ਮੈਨੂੰ ਆ ਗੱਲ ਕੀਤੀ ਹੈਗੀ ਹੈ ਰਹਿਤ ਮਰਿਆਦਾ ਦੀ ਗੱਲ। ਰਹਿਤ ਮਰਿਆਦਾ ਦੀ ਗੱਲ ਅਸੀਂ ਜਿੰਨਾ ਤੋਂ ਠੀਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਪਤਾ ਹੈ ਉਹਦੇ ਤੇ ਕੌਣ ਕਾਬਜ਼ ਹੈ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਉੱਤੇ। ਉਹਦੇ ਵਿੱਚ ਉਹਨਾਂ ਨੇ, ਅਸੀਂ ਜਿਹੜੀ ਉਹਨਾਂ ਤੋਂ ਉਮੀਦ ਕਰ ਰਹੇ ਹਾਂ ਉਹ ਕਦੀ ਵੀ ਨਹੀਂ ਕਰਨਗੇ, ਲੇਕਿਨ ਸਾਨੂੰ ਆਪ ਨਖੇੜਾ ਹੋਣਾ ਚਾਹੀਦਾ ਹੈ। ਕੈਨੇਡਾ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ ਔਰ ਹੋਰ ਕਈ ਵੀਰ ਸਾਡੇ, ਇੱਥੇ ਸਾਡੇ ਕੁਲਦੀਪ ਸਿੰਘ ਜੀ ਵਰਜੀਨੀਆ ਚ ਹੈਗੇ ਆ, ਪ੍ਰਭਦੀਪ ਸਿੰਘ ਹੁਣੀ ਹੈਗੇ, ਔਰ ਬੜੇ ਵੀਰ ਨੇ, ਬਖਸ਼ੀਸ਼ ਸਿੰਘ ਹੁਣੀ ਹੈਗੇ ਆ, ਉਹ ਦੱਸ ਰਹੇ ਨੇ। ਔਰ ਸਾਨੂੰ ਪੁਰਾਣੇ ਸਰੋਤਾਂ ਤੋਂ ਪਤਾ ਲੱਗ ਗਿਆ ਕਿਤਾਬਾਂ ਪੜ੍ਹ ਕੇ ਕਿ ਸਾਡਾ ਜਿਹੜਾ ਰੋਜ਼ ਦਾ ਨਿਤਨੇਮ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਹੈ। ਬਸ ਉਹ ਪਹਿਲੇ 13 ਪੰਨੇ ਹੈ। ਜਿਹੜੇ ਸਿੱਖ ਨੂੰ ਇਹ ਹੀ ਨਹੀਂ ਪਤਾ ਲੱਗਿਆ ਉਹਨੂੰ ਤੇ ਫਿਰ ਕੁਝ ਵੀ ਨਹੀਂ ਪਤਾ ਲੱਗਿਆ। ਸਹੀ ਗੱਲ ਹੈ। ਸਵੇਰੇ ਜਪਜੀ, ਸਵੇਰੇ ਜਪਜੀ, ਫੇਰ ਤੁਸੀਂ ਸੋਦਰ ਤੇ ਸੋਪੁਰਖ ਦੇ 9 ਸ਼ਬਦ, ਰਾਤ ਨੂੰ ਸੋਹਿਲਾ। ਇਹ 13 ਪੰਨੇ ਹੈ। ਅੱਗੋਂ ਸ੍ਰੀ ਰਾਗ ਸ਼ੁਰੂ ਹੁੰਦਾ ਹੈ। ਇਹਨਾਂ ਦੇ ਕੋਈ ਰਾਗ ਨਹੀਂ ਹੈ, ਇਹ ਵੱਖਰੇ ਵੱਖਰੇ ਰਾਗਾਂ ਦੇ ਸ਼ਬਦ ਨੇ। ਗੁਰੂ ਜੀ ਨੇ ਸਾਨੂੰ ਦਿੱਤੇ ਵੀ ਸਿੱਖਾ ਬਾਣੀ ਤਾਂ ਰੋਜ਼ ਜਿੰਨੀ ਮਰਜ਼ੀ ਗਾਈ ਪੜੀ, ਪਰ ਆ ਤੇਰਾ ਮਿਨੀਮਮ ਹੈ। ਘੱਟ ਤੋਂ ਘੱਟ ਤੂੰ ਸਵੇਰੇ ਜਪਜੀ, ਸ਼ਾਮ ਨੂੰ ਸੋਦਰ ਤੇ ਸੋਪੁਰਖ ਦੇ 9 ਸ਼ਬਦ, ਤੇ ਰਾਤ ਨੂੰ ਘੱਟੋ ਸੌਣ ਤੋਂ ਪਹਿਲਾਂ ਆਪਣਾ ਸੋਲਾ ਪੜ ਲਿਆ। ਸੋਲੇ ਦਾ ਮਤਲਬ ਹੁੰਦਾ ਆਖਰੀ ਪਾਠ। ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ, ਬਾਣੀ ਪੜ ਕੇ ਗੁਰੂ ਦੇ ਚਰਨਾਂ ਤੱਕ ਚਲੀ ਜਾਵਾਂ, ਇਹ ਕੀ ਪਤਾ ਸਵੇਰੇ ਸਾਹ ਹੋਣਾ ਹੈ ਕਿ ਨਹੀਂ। ਉਹ ਹੁੰਦਾ ਸਿੱਖ ਦਾ ਸੋਹਿਲਾ। ਸੋ ਤੀਸਰੀ ਗੱਲ ਤੁਸੀਂ ਕੀਤੀ ਹੈ, ਹੁਣ ਕੌਣ ਪੜਦਾ? ਹੁਣ ਕੌਣ ਪੜਦਾ? ਉਹ ਪੁੱਛਣ ਕਿਉਂ ਨਹੀਂ ਪੜ ਰਹੇ? ਜਿਹੜੇ ਸਾਹਮਣੇ ਬੈਠੀ ਸੰਗਤ ਤੁਹਾਡੇ ਗੁਰਦੁਆਰਿਆਂ ਚ ਚੌਧਰੀ ਬਣੇ ਬੈਠੇ ਨੇ, ਉਹਨਾਂ ਨੇ ਬਿਲਕੁਲ ਅਣਜਾਣ ਬੰਦਿਆਂ ਨੂੰ ਆ ਜਿਹੜਾ ਹੈਗਾ ਹਾਰਮੋਨੀਅਮ ਦੇ ਨਾਲ ਜਿਹੜੇ ਧੁਨਾਂ ਕੱਢਣ ਵਾਲੇ ਬੰਦੇ ਰੱਖੇ ਹੋਏ ਨੇ ਉੱਥੇ, ਆਖੇ ਜੀ $100 ਲੈਂਦੇ, ਕੋਈ ਆਂਦਾ ਜੀ ਉਹ 500 ਚ ਲੱਗ ਜਾਂਦੇ ਆ, ਤੁਸੀਂ ਉਹ ਸੁਣਾ ਰਹੇ ਹੋ ਕਿਉਂ ਭਾਈ? ਆਪ ਸਾਡੇ ਘਰਾਂ ਚ ਵੇਖੀਏ ਕਿ ਮੈਂ ਦੁਨੀਆ ਨੂੰ ਸਿਖਾਉਣ ਚੱਲੀ ਆ, ਮੇਰੇ ਘਰ ਚ ਕੋਈ ਗੁਰੂ ਦਾ ਸਾਜ਼ ਹੈਗਾ ਪਹਿਲੋਂ? ਅਸਰ ਕਿਉਂ ਨਹੀਂ ਹੋ ਰਿਹਾ? ਅਸਰ ਤਾਂ ਨਹੀਂ ਹੋ ਰਿਹਾ ਕਿ ਹਰ ਕੋਈ ਦੂਜਿਆਂ ਨੂੰ ਸਿਖਾ ਰਿਹਾ ਜੋ ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ ਹੈ। ਲਓ ਜੀ ਉਹ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ, ਮੈਂ ਤਾਂ ਕਰ ਲਾਂ, ਮੈਂ ਕਰ ਲਾਂ। ਮੈਂ ਹੁਣੇ ਕੈਲੀਫੋਰਨੀਆ ਸੀ ਪਿਛਲੇ ਹਫਤੇ, ਬੋਇਨਾ ਪਾਕ ਗੁਰਦੁਆਰਾ ਸਾਹਿਬ, ਉੱਥੇ ਹਾਜ਼ਰੀ ਲਗਾਈ ਤੇ ਮੇਰਾ ਗੱਲ ਇਹੀ ਸੀ ਸਭ ਨੂੰ ਪੁੱਛਣ ਦੀ। ਮੈਨੂੰ ਪਤਾ ਲੱਗ ਗਿਆ ਗੁਰਬਾਣੀ ਗਾਉਣ ਦੇ ਨਾਲ ਹਿਰਦਾ ਮੇਰਾ ਠੰਡਾ ਹੁੰਦਾ। ਮੈਂ ਤੇ ਗਾ ਲਵਾਂ, ਗਾਣ ਦਾ ਇਹ ਮਤਲਬ ਨਹੀਂ ਹੈ ਗਾਣ ਦਾ, ਗਾਉਂਦਾ ਜਦੋਂ ਅਸੀਂ ਗਾ ਕੇ ਉਹਦੇ ਚੋਂ ਸਵਾਦ ਲੈਨੇ ਆ ਨਾ, ਸਵਾਦ ਉਦੋਂ ਆਉਂਦਾ ਜਦੋਂ ਮੈਨੂੰ ਪਤਾ ਹੋਵੇ ਮੈਂ ਕੀ ਗਾ ਰਹੀ ਹਾਂ। ਉਦਾਂ ਦਾ ਗਾਇਆ ਕੋਈ, ਉਹ ਤੇ ਫਿਰ ਰਟਣ ਹੋ ਜਾਏਗਾ, ਉਹ ਤੇ ਕਰਮ ਕਾਂਡ ਹੋ ਜਾਏਗਾ। ਉਹਨੂੰ ਤੇ ਗਾਉਣਾ ਕਹਿੰਦੇ ਹੀ ਨਹੀਂ। ਭਾਜੀ ਨੂੰ ਸ਼ਾਇਦ ਥੋੜੀ ਜਿਹੀ ਉਹਨਾਂ ਨੂੰ ਮੁਕਾਲਤਾ ਲੱਗ ਗਿਆ। ਗਾਉਣਾ ਉਹਨੂੰ ਨਹੀਂ ਕਹਿੰਦੇ ਵੀ ਉੱਥੇ ਜੀ ਜਿੱਦਾਂ ਦੁਨੀਆ ਉੱਥੇ ਤੁਰੀ ਫਿਰਦੀ, ਉੱਥੇ ਡਾਲੇ ਡਾਲੇ ਰੱਖ ਦਿੰਦੇ ਨੇ ਤੇ ਭਾਈ ਤੁਹਾਨੂੰ ਸੁਣਾ ਦਿੰਦੇ, ਉਹ ਨਹੀਂ ਹੁੰਦਾ ਗਾਉਣਾ। ਗਾਉਣਾ ਉਹ ਹੈ ਜਦੋਂ ਮੇਰੇ ਅੰਦਰ ਉਦਾਂ ਦੇ ਭਾਵ ਬਣੇ ਹੋਏ ਨੇ, ਮੈਂ ਵਜਦ ਵਿੱਚ ਆ ਕੇ ਮੇਰੇ ਮੂੰਹੋਂ ਆਪ ਮੁਹਾਰੇ ਉਹ ਗੁਰਬਾਣੀ ਦੇ ਪਿਆਰੇ ਛੰਤ ਤੇ ਸ਼ਬਦ ਨਿਕਲ ਰਹੇ, ਮੇਰੀ ਰੂਹ ਗਾ ਰਹੀ ਹੈ, ਉਹ ਹੈ ਗਾਉਣਾ। ਬਾਣੀ ਤੇ ਲਿਖਿਆ ਹੈ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਸਾਰੀ ਬਾਣੀ ਮਹਾਰਾਜ ਨੇ ਗਾਈ ਹੈ ਕਿਉਂਕਿ ਕਾਵ ਨੂੰ ਹਮੇਸ਼ਾ ਗਾਇਆ ਜਾਂਦਾ ਹੈ। ਉਹਦੇ ਚ ਛੰਤ ਨੇ, ਉਹਦੇ ਚ ਘੋੜੀਆਂ ਨੇ, ਅਲਾਣੀਆਂ ਨੇ, ਉਹਦੇ ਅੰਦਰ ਕਈ ਤਰੀਕਿਆਂ ਦਾ ਕਾਵ ਹੈਗਾ, ਅਸ਼ਟਪਦੀਆਂ ਨੇ, ਹੁਣ ਉਹਦੇ ਚ ਹੈਗੇ ਆ ਚੌਪਦੇ ਨੇ, ਉਹਦੇ ਚ ਸੋਲਹੇ ਨੇ, ਫੁਨਹੇ ਨੇ। ਇਹ ਸਾਰੀ ਜਿਹੜੀ ਪੋਇਟਰੀ ਹੈ ਉਹ ਗਾਉਣ ਲਈ ਲਿਖੀ ਹੋਈ ਹੈ। ਉੱਤੇ ਮਹਾਰਾਜ ਨੇ ਸਿਰਲੇਖ ਦਿੱਤੇ ਹੋਏ ਵੀ ਕਿੱਦਾਂ ਗਾਉਣਾ ਹੈ। ਹਾਂ, ਸ਼ਬਦ ਵਿਚਾਰ ਬਹੁਤ। ਇੱਕ ਚੀਜ਼ ਮੈਂ ਹੋਰ ਸਾਰਿਆਂ ਨੂੰ ਕਲੀਅਰ ਕਰਦਾ, ਗੁਰਬਾਣੀ ਸਮਝਣ ਦੇ 4 ਲੈਵਲ ਨੇ, 4 ਲੈਵਲ। ਆਈ ਐਮ ਅ ਟੀਚਰ, ਲਿਟਰੇਚਰ ਦੀ ਟੀਚਰ ਹਾਂ ਮੈਂ, ਇਸ ਕਰਕੇ ਆਈ ਕੈਨ ਐਕਸਪਲੇਨ ਟੂ ਯੂ।
ਕੋਈ ਵੀ ਕਾਵ ਐਡਾ ਮਹਿੰਗਾ, ਐਡਾ ਪਿਆਰਾ, ਐਡਾ ਉੱਚਾ ਸੁੱਚਾ ਸਮਝਣਾ ਉਹਦੇ 4 ਲੈਵਲ ਨੇ। ਪਹਿਲੀ ਗੱਲ ਤੇ ਸਾਨੂੰ ਸ਼ਬਦ ਬੋਧ ਹੋਣਾ ਚਾਹੀਦਾ। ਇਹ ਸ਼ਬਦ ਕੀ ਨੇ, ਇਹਨਾਂ ਸ਼ਬਦਾਂ ਦਾ ਮਾਇਨਾ ਕੀ ਹੈ। ਦੂਸਰਾ ਹੈਗਾ ਵਾਕ ਬੋਧ। ਵਾਕ ਬੋਧ ਹੈਗਾ ਵੀ ਗੁਰਬਾਣੀ ਸਾਰੀ ਕਾਵ ਰੂਪ ਹੈ। ਜੇ ਮੈਂ ਗੁਰਬਾਣੀ ਚ ਗਾਵਿਆ ਆਵੋ ਜੀ ਨਾ, ਉਹ ਜੇ ਮੈਂ ਗਾਵਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਇਹ 2 ਸੈਂਟੈਂਸ ਬਣ ਗਏ। ਹੁਣ ਸਮਝ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ, 2 ਸੈਂਟੈਂਸ ਬਣ ਗਏ। ਤਾਂ ਮੈਨੂੰ ਵਾਕ ਬੋਧ ਪਤਾ ਹੋਵੇ, ਵਾਕ ਕਿੱਦਾਂ ਬਣੇ ਹੋਏ ਨੇ, ਕਿੱਥੇ ਪੌਜ਼ ਲਾਉਣਾ। ਮੋਤੀ ਤਮੰਦਰ ਉਸਰਿਆ ਰਤਨੀ ਤਾਂ ਹੋਏ ਜੁੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ, ਇਹ ਮੈਨੂੰ ਪਤਾ ਹੋਣਾ ਚਾਹੀਦਾ ਪੌਜ਼ ਕਿੱਥੇ। ਹੋ ਗਿਆ ਵਾਕ ਬੋਧ। ਫਿਰ ਆ ਗਿਆ ਜੀ ਅਰਥ ਬੋਧ। ਜੇ ਮੈਨੂੰ ਅਰਥ ਹੀ ਨਹੀਂ ਪਤਾ, ਮੈਂ ਜਿਹੜੇ ਮਰਜ਼ੀ ਵਾਕ ਬਣਾਈ ਜਾਵਾਂ, ਵਾਟਸ ਦ ਪੁਆਇੰਟ, ਅੰਦਰ ਤੇ ਨਹੀਂ ਉਤਰੇਗਾ, ਉਹਦਾ ਕੋਈ ਸਵਾਦ ਨਹੀਂ ਆਣਾ। ਫਿਰ ਹੈਗਾ ਭਾਵ ਬੋਧ। ਭਾਵਾਂ ਨੂੰ ਛੂਣਾ, ਭਾਵਾਂ ਤੱਕ ਗੱਲ ਚਲੀ ਜਾਣੀ। ਜਦੋਂ ਅਸੀਂ ਕਹਿੰਦੇ ਆ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਆਪ ਮੁਹਾਰੀ ਅਰਦਾਸ ਨਹੀਂ ਹੋ ਰਹੀ ਤੁਹਾਡੇ ਅੰਦਰੋਂ, ਇਹ ਤੇ ਆਪ ਮੁਹਾਰੀ ਅਰਦਾਸ ਹੋ ਰਹੀ ਹੈ। ਜੇ ਅਸੀਂ ਕਹਿੰਦੇ ਆ ਤੂੰ ਠਾਕੁਰ ਤੁਮ ਪਏ ਅਰਦਾਸ, ਜਿਉ ਪਿੰਡ ਸਭ ਤੇਰੀ, ਜੇ ਪਤਾ ਹੀ ਨਹੀਂ ਹੈ ਵੀ ਮੈਂ ਗਾਈ ਕੀ ਜਾ ਰਹੀ ਹਾਂ, ਪੜੀ ਕੀ ਜਾਣੀ, ਉਹਨੂੰ ਗਾਉਣਾ ਨਹੀਂ ਕਹਿੰਦੇ, ਮਾਫ ਕਰਨਾ। ਉਹ ਤੁਸੀਂ ਖਲੋਤੇ ਹੋ, ਜਿੱਦਾਂ ਕੋਈ ਚਾਈਨੀਜ਼ ਗਾਣਾ ਗਾ ਲਵੇ ਜਾਂ ਕੋਈ ਫ੍ਰੈਂਚ ਗਾਣਾ ਗਾ ਲੇ, ਗਾਈ ਜਾਏ, ਸਪੈਨਿਸ਼ ਗਾਣਾ ਗਾ ਲੇ, ਪਤਾ ਤੇ ਨਹੀਂ, ਉਹਦੇ ਨਾਲ ਤੇ ਜੁੜੇਗਾ ਤੇ ਨਹੀਂ ਮਨ, ਉਹਨੂੰ ਗਾਉਣਾ ਨਹੀਂ ਕਹਿੰਦੇ। ਉਹ ਤੇ ਪਰਫਾਰਮੈਂਸ ਹੋ ਗਈ, ਸਿਰਫ ਦੁਨੀਆ ਨੂੰ ਭਰਮਾਉਣ ਦੇ ਲਈ ਪਰਫਾਰਮੈਂਸ ਜਿੰਨੀ ਮਰਜ਼ੀ ਦੇਈ ਜਾਓ। ਹਾਂ, ਹੁਣ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਬੱਚਿਆਂ ਨੇ ਸਿੱਖਣਾ ਹੁੰਦਾ ਘਰੋਂ, ਮਾਂ-ਬਾਪ ਤੋਂ। ਜੇ ਮਾਂ ਹੀ ਨਹੀਂ ਗਾਉਂਦੀ, ਪਿਓ ਹੀ ਨਹੀਂ ਗਾਉਂਦਾ, ਦਾਦਾ ਹੀ ਨਹੀਂ ਗਾਉਂਦਾ, ਦਾਦੀ ਨਹੀਂ ਗਾਉਂਦੀ, ਕਦੀ ਉੱਥੇ ਬਾਣੀ ਦੀ ਗੱਲ ਨਹੀਂ ਹੁੰਦੀ, ਕਦੀ ਉੱਥੇ ਸਿੱਖੀ ਸਰੂਪ ਦੀ ਗੱਲ ਨਹੀਂ ਹੁੰਦੀ, ਬੱਚੇ ਦਾ ਕੀ ਕਸੂਰ ਹੈ? ਅਸੀਂ ਕਿੱਥੋਂ ਪਾਲ ਰਹੇ ਹਾਂ? ਸਾਨੂੰ ਰਾਗੀ ਢਾਡੀ ਸਿਖਾ ਦੇਣਗੇ? ਨੋ। ਸਿੱਖ ਚੱਲਦਾ ਫਿਰਦਾ ਗੁਰਦੁਆਰਾ ਹੈ। ਹਰ ਸਿੱਖ, ਚਾਹੇ ਉਹ ਬੀਬੀ ਹੈ ਜਾਂ ਬੰਦਾ ਹੈ ਜਿਹਦੇ ਸਿਰ ਤੇ ਦਸਤਾਰ ਹੈ, ਉਹ ਸਮਝ ਲੈ। ਜੇ ਉਹ ਨਹੀਂ ਹੈ, ਜੇ ਉਹ ਸਿੱਖੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ, ਉਹ ਬਾਣੀ ਨਹੀਂ ਪੜ ਸਕਦਾ, ਉਹਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਕੀ ਲਿਖਿਆ, ਕਾਹਦਾ ਸਿੱਖ, ਕਿਹਦਾ ਸਿੱਖ ਹੈ ਉਹ? ਪਤਾ ਤਾਂ ਲੱਗੇ। ਸਿੱਖ ਕਿਹਦਾ? ਸਿੱਖ ਦਾ ਮਤਲਬ ਸਟੂਡੈਂਟ, ਸਿੱਖਿਆਰਥੀ ਹੈ ਨਾ। ਤੁਹਾਡਾ ਬੱਚਾ, ਅਸੀਂ ਕਹਿੰਦੇ ਮੇਰਾ ਬੱਚਾ ਸਟੂਡੈਂਟ ਹੈ, ਫਲਾਣੀ ਯੂਨੀਵਰਸਿਟੀ ਚ ਪੜਦਾ, ਕੀ ਪੜਦਾ ਜੀ? ਮੈਡੀਸਨ ਪੜਦਾ ਹੈ ਜੀ, ਇੰਜੀਨੀਅਰਿੰਗ ਪੜਦਾ, ਉਹ ਇੰਜੀਨੀਅਰਿੰਗ ਦਾ ਸਟੂਡੈਂਟ ਹੈ, ਮੈਡੀਸਨ ਦਾ ਸਟੂਡੈਂਟ ਹੈ, ਫਿਲਾਸਫੀ ਦਾ ਸਟੂਡੈਂਟ ਹੈ। ਸਿੱਖ ਤੇ ਗੁਰਮਤ ਦਾ ਸਟੂਡੈਂਟ ਹੈ। ਜੇ ਸਿੱਖ ਨੇ ਕੱਲਾ ਫਤਵਾ ਆਪੇ ਪੱਟੀ ਲਿਖ ਕੇ ਲਾਈ ਆ ਕਿ ਮੈਂ ਅੱਜ ਸਿੱਖਾਂ, ਪਤਾ ਕੱਖ ਵੀ ਨਹੀਂ, ਤੇ ਉਹ ਆਸ਼ੂਤੋਸ਼ ਦੇ ਡੇਰੇ ਚਲ ਗਿਆ, ਪਨਿਆਰੇ ਵਾਲੇ ਦੇ ਚਲਾ ਗਿਆ, ਉਹ ਹੋਰ ਉਹਨਾਂ ਦੇ ਠਾਠਾਂ 'ਚ ਚਲਾ ਗਿਆ, ਉਹ ਕਦ ਸਿੱਖ? ਕਦ ਸਿੱਖ? ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਮੈਂ ਸਿੱਖ ਹਾਂ, ਮੈਂ ਸਿੱਖਿਆ ਕੀ? ਹਰ ਰੋਜ਼ ਆਪਣੇ ਦਿਲ ਤੋਂ ਪੁੱਛੋ, ਰੋਜ਼ ਸਵੇਰੇ ਪੁੱਛੋ ਜਾਂ ਰਾਤ ਨੂੰ ਪੁੱਛੋ। ਬੰਦੇ ਪੜੋ ਜੀ, ਸਾਰੇ ਪੜ ਲਓ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸ਼ਹਿਰ ਮੇਲਾ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ। ਬੰਦਿਆ ਆਪਣਾ ਦਿਲ ਖੋਜ ਹਰ ਰੋਜ਼। ਇੱਥੇ ਤੇਰੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਗੁਰੂ ਤੋਂ ਇਲਾਵਾ। ਸੋ ਪੰਜਾਬੀ ਕਲਚਰ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਇਹਨੂੰ ਲੈ ਕੇ ਜੀ ਰਹੇ ਨੇ। ਸਾਨੂੰ ਪੰਜਾਬੀ ਕਲਚਰ ਨਾਲ ਮੈਨੂੰ ਨਹੀਂ ਕੋਈ ਪ੍ਰੋਬਲਮ, ਮੈਂ ਤੇ ਬਹੁਤ ਖੁਸ਼ ਹਾਂ। ਪੰਜਾਬ ਦੇ ਲੋਕ ਹੱਸਣ ਵਸਣ, ਗਾਉਣ ਖਾਣ ਟੱਪਣ ਜੋ ਮਰਜ਼ੀ, ਪਰ ਰੋਣ ਨਾ ਫਿਰ। ਹਾਏ ਮੈਂ ਤਾਂ ਪੁੱਤ ਸ਼ਰਾਬਾਂ ਨੇ ਮਾਰਤਾ, ਮੇਰੀ ਤਾਂ ਧੀ ਪਤਾ ਨਹੀਂ ਕਿੱਥੇ ਵਿਆਹ ਕੀਤਾ ਸੀ, ਇੰਨੇ ਲੱਖ ਦੇ ਕੇ ਉਹ ਤਾਂ ਚਲੇ ਗਈ, ਮੇਰੀ ਧੀ ਨੂੰ ਵਸਾਇਆ ਨਾ, ਉਹ ਸ਼ਰਾਬੀ ਟੱਕਰ ਗਿਆ, ਉਹਨਾਂ ਨੇ ਦਾਜ ਤੋਂ ਮੈਨੂੰ ਮਾਰਤਾ, ਜਾਂ ਮੈਂ ਆਪਣੀ ਧੀ ਨੂੰ ਜੰਮੇ ਘਰੇ ਤੇ ਪੱਥਰ ਕਵਾਂ, ਠੀਕ ਹੈ ਨਾ। ਲੜਕੀਆਂ ਨੂੰ ਸਿਰ ਤੇ ਚੜਾਇਆ ਸੀ, ਲੜਕੀਆਂ ਨੇ ਵੱਡੇ ਹੋ ਕੇ ਮਾਂ ਪਿਓ ਨੂੰ ਜਾ ਕੇ ਛੱਡ ਆਏ ਬਿਰਧ ਆਸ਼ਰਮ ਦੇ ਵਿੱਚ, ਗਲੇ 'ਚ ਅੰਗੂਠਾ ਦੇ ਕੇ ਕਹਿੰਦੇ ਨੇ ਬਾਪੂ ਜ਼ਮੀਨ ਵੇਚ ਤੇ ਮੋਟਰਸਾਈਕਲ ਲੈ ਕੇ ਦੇ, ਕਾਰ ਲੈ ਕੇ ਦੇ, ਜਾਂ ਗੁੰਡਾਗਰਦੀਆਂ ਕਰਨ, ਉਹ ਜੋ ਮਰਜ਼ੀ ਕਰਨ। That is also Punjabi culture, no matter they are Hindu or Christian or Sikh or whoever. ਸਿੱਖ ਨਹੀਂ ਏਦਾਂ ਦੇ ਕੰਮ ਕਰਦਾ। ਸਿੱਖ ਉਹ ਹੈ ਜਿਨੇ ਆਪਣਾ ਸਿਰ ਗੁਰੂ ਨੂੰ ਵੇਚਿਆ, ਮਤਲਬ ਆਪਣੀ ਮਤ, ਆਪਣੀ ਹਉਮੈ ਗੁਰੂ ਅੱਗੇ ਰੱਖ ਕੇ ਸਿੱਖਣ ਦਾ ਉਪਰਾਲਾ ਕੀਤਾ ਹੈ। 3 ਸਾਲ ਦੀ ਉਮਰੇ, 4 ਸਾਲ ਦੀ ਉਮਰੇ। ਬਾਬਾ ਫਤਿਹ ਸਿੰਘ ਕਿੱਡੇ ਕੁ ਵੱਡੇ ਨੇ, ਬਾਬਾ ਜ਼ੋਰਾਵਰ ਸਿੰਘ, ਉਹ ਪੰਜਾਬ 'ਚ ਹੀ ਲੱਭੇਗਾ ਨਾ। ਤੇ ਕਿੰਨੇ ਸਿਰਜਿਆ? ਉਹ ਸਿੱਖ ਸੱਭਿਆਚਾਰ ਨੇ ਸਿਰਜਿਆ। कि सिर्फ एक हिंद में तीर्थ है यात्रा के लिए,
ਇਹ ਅੱਲਾ ਯਾਰ ਖਾਂ ਜੋਗੀ ਜੀ ਨੇ ਲਿਖਿਆ ਹੈ। ਉਹ ਮੁਸਲਮਾਨ ਹੋ ਕੇ ਜਦੋਂ ਗੁਰੂ ਗੋਬਿੰਦ ਸਿੰਘ ਬਾਰੇ ਪੜਿਆ, ਗਾ ਹੀ ਉੱਠਿਆ ਬੰਦਾ। ਮਰਸੀਏ ਪੜ੍ਹ ਕੇ ਦੇਖੋ, शहीदाने वफात गंजे शहीदा, सिर्फ एक हिंद में तीर्थ है यात्रा के लिए, जहां कटाए बाप ने बेटे खुदा के लिए। चमकौर दे जर्रियां विच आफताब दा नूर है, जोगी जी कहंदे ने, अल्लाह यार खां जोगी जी। सानू की बीमारी पई है भाई, सॉरी सिखां नू इन्हों पता ही नहींगा। अपनियां निशानियां भी गवा लियां, ਉਹ ਕਿੰਨੇ ਗਵਾਈਆਂ? ਪੰਜਾਬੀ ਕਲਚਰ ਨੇ ਗਵਾਈਆਂ ਨਾ। ਹੁਣ ਸਰਹੰਦ ਦੀ ਦੀਵਾਰ ਨਹੀਂ ਲੱਭ ਰਹੀ, ਉਹਨਾਂ ਨੇ ਖਤਮ ਕਰਤੀ। ਚਮਕੌਰ ਦੀ ਗੜੀ ਨਹੀਂ ਲੱਭ ਰਹੀ, ਠੰਡਾ ਬੁਰਜ ਨਹੀਂ ਲੱਭ ਰਿਹਾ, ਗੁਰੂ ਮਹਾਰਾਜ ਦੇ ਹੱਥਾਂ ਦਾ ਲੱਗਿਆ ਚਿਨਾਰ ਕਸ਼ਮੀਰ ਦੇ ਅੰਦਰ ਨਹੀਂ ਲੱਭ ਰਿਹਾ। ਸਭ ਨਿਸ਼ਾਨੀਆਂ ਨੇਸਤੋ ਨਾਬੂਦ। ਔਰ ਸੰਗੇ ਮਰਮਰ ਚੜਾ ਦਿੱਤਾ ਉੱਤੇ ਮਕਰਾਣੇ ਦਾ। ਕਿਹਨੇ ਚੜਾਇਆ? ਉਹ ਪੰਜਾਬੀ ਕਲਚਰ ਵਾਲਿਆਂ ਨੇ ਚੜਾਇਆ। ਮਾਫ ਕਰਨਾ, ਸਿੱਖ ਤੇ ਪਤਾ ਨਹੀਂ ਕਿੱਧਰ ਗਏ ਉਥੋਂ। ਸਿੱਖ ਬਾਹਰ ਨਿਕਲ ਗਏ, ਸਿੱਖਾਂ ਨੂੰ ਮਾਰ ਹੀ ਦਿੰਦੇ, ਅਗਲੇ ਛੱਡਦੇ ਹੀ ਨਹੀਂ ਹੈ। एनीवेज, सो ਇਹ ਅਸੀਂ ਆਪ ਫੈਸਲਾ ਕਰਨਾ ਹੈ। ਪਰੇਸ਼ਾਨ ਨਹੀਂ ਹੋਣਾ ਕਿ ਉਹ ਕੀ ਕਰਦਾ। ਹੁਣ ਸਾਨੂੰ ਪਤਾ ਹੈ ਖਰਾਬੀਆਂ ਨੇ। ਮੈਂ ਆਪਣੇ ਆਪ ਨੂੰ ਠੀਕ ਕਰਾਂ, ਪਹਿਲੋਂ ਆਪਣਾ ਆਲਾ ਦੁਆਲਾ ਠੀਕ ਕਰਾਂ, ਫਿਰ ਆਪਣੇ ਗੁਰਦੁਆਰੇ ਜਾ ਕੇ ਛੋਟੀ ਛੋਟੀ ਪਿਆਰ ਨਾਲ ਗੱਲ ਕਰਾਂ। ਜੇ ਕੋਈ ਸੁਣ ਲੇ ਤਾਂ, ਨਹੀਂ ਸੁਣਦਾ ਤੇ ਠੀਕ ਹੈ। ਹੁਣ ਮਹਾਰਾਜ ਦੀ ਬਾਣੀ ਨੇ ਸਮਝਾਇਆ ਸਾਨੂੰ। ਕੀ ਸਮਝਾਇਆ ਹੈ? ਮਿਲੇ ਸੰਤ ਕਿਜ ਸੁਣੀਏ ਕਹੀਏ। ਆਪਾਂ ਬੈਠੇ ਨਾ ਹੁਣ ਸਾਰੇ ਇੱਕ ਦੂਜੇ ਦੀ ਗੱਲਬਾਤ ਸੁਣ ਰਹੇ। ਕਹਿੰਦੇ ਮਿਲੇ ਸੰਤ ਕਿਜ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਜਿਹੜੇ ਅਸ਼ਾਂਤ ਨੇ, ਕ੍ਰੋਧੀ ਨੇ, ਬੇਵਕੂਫ ਨੇ, ਸੁਣਨਾ ਹੀ ਕੱਖ ਨਹੀਂ। ਉਹਨਾਂ ਨਾਲ ਨਾ ਗੱਲਾਂ ਕਰੋ ਰੱਬੀ ਗਿਆਨ ਦੀ। ਉਹਨਾਂ ਨੂੰ ਕੀ ਹੈ, ਉਹ ਤਾਂ ਸੁਣਨਾ ਹੀ ਨਹੀਂ ਚਾਹੁੰਦੇ। ਆਪਾਂ ਜ਼ਬਰਦਸਤੀ ਕਿੱਦਾਂ ਉਹਨਾਂ ਦੇ ਅੰਦਰ ਨਾਲਾਂ ਨਾਲ ਪਾ ਦਾਂਗੇ। ਇਹ ਤੇ ਰੱਬੀ ਇਸ਼ਕ ਹੈ। ਇਹ ਹੈਗੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। ਇਹ ਰੱਬੀ ਆਸ਼ਕਾਂ ਦੀ ਖੇਡ ਹੈ। ਤਾਈਓ ਤੇ ਅਸੀਂ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਵਾਂ, ਏਦਾਂ ਥੋੜੀ। ਸੋ ਇਹ ਹਰ ਇੱਕ ਦੇ ਵੱਸ ਦੀ ਨਹੀਂ ਹੈਗੀ। ਇਹ ਤੇ ਤੁਹਾਨੂੰ ਸਿੱਖਣੀ ਪਏਗੀ, ਸਿਖਾਣੀ ਪਏਗੀ, ਰੋਲ ਮਾਡਲ ਬਣਨਾ ਪਏਗਾ। ਬੱਚੇ ਨੂੰ ਤੁਸੀਂ ਗੱਲਾਂ ਨਾਲ ਨਹੀਂ ਸਮਝਾ ਸਕਦੇ, ਰੋਲ ਮਾਡਲ ਬਣੋ। ਰੋਲ ਮਾਡਲ। ਤੁਹਾਡੀ ਬੋਲੀ ਕਿੱਦਾਂ ਦੀ ਹੈ? ਗੁਰੂ ਵਾਲੀ ਬੋਲੀ ਹੈਗੀ ਆ? ਤੁਹਾਡਾ ਖਾਣ ਪਾਨ, ਹੁਣ ਉਹਦੇ ਚ ਵਹਿਮ ਪਾਏ, ਮੀਟ ਨਹੀਂ ਖਾਣਾ, ਖਾਣਾ ਜੀ ਹੱਦ ਹੋ ਗਈ, ਤਾਂ ਮੀਟਾਂ ਦੇ ਆ ਕੇ ਲੜੀ ਜਾ ਰਹੇ ਨੇ ਇੱਕ ਦੂਸਰੇ ਨਾਲ। ਇਹੀ ਕੰਮ ਰਹਿ ਗਿਆ। ਤੁਹਾਰੇ ਦੀ ਬਾਣੀ ਕੀ ਕਹਿ ਰਹੀ ਉਹ ਪਤਾ ਹੀ ਨਹੀਂ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਜਿਹਦੇ ਕੋਲ ਕੋਈ ਗਿਆਨ ਧਿਆਨ ਦੀ ਗੱਲ ਨਹੀਂ ਹੁੰਦੀ ਨਾ, ਉਹ ਮੀਟਾਂ ਰੌਲਾ ਪਾ ਕੇ ਬੈਠੇ। ਦੱਸੋ ਹੈ ਕੋਈ? ਹੈ ਪਹਿਲਾਂ ਰੌਲਾ ਪਾਉਣ ਵਾਲੀ ਗੱਲ ਹੈ ਕੋਈ? ਨੋ। ਆ ਜਿਹੜਾ ਬਚਿੱਤਰ ਨਾਟਕ ਕੂੜ ਗ੍ਰੰਥ ਲਈ ਫਿਰਦੇ ਨੇ, ਮੈਂ ਕਹੂੰਗੀ ਮੈਂ ਪੜ੍ਹਿਆ ਹੀ ਨਹੀਂ ਕਦੀ। 20 ਸਾਲ ਤੋਂ ਇੱਕ ਲਾਈਨ ਵੀ ਨਹੀਂ ਕਦੇ ਪੜ੍ਹੀ ਉਸ ਬਚਿੱਤਰ ਨਾਟਕ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਨਾਲ ਪਤਾ ਨਹੀਂ ਕਿੰਨੀ ਵਾਰੀ ਪੜਿਆ, ਔਰ ਪੜ੍ਹਦੀ ਰਹੂੰਗੀ ਮਰਦੇ ਦਮ ਤੱਕ। ਔਰ ਮੈਨੂੰ ਕੁਝ ਵੀ ਨਹੀਂ ਸਮਝ ਆਇਆ। ਜੋ ਉਹਦੀ ਅਜ਼ਮਤ ਹੈ, ਜੋ ਉਹਦਾ ਜਾਹੋ ਜਲਾਲ ਹੈ, ਜੋ ਉਹਦਾ ਪਿਆਰ ਹੈ, ਜੋ ਉਹਦੇ ਭਾਵ ਨੇ, ਉਹ ਕਿੱਥੇ ਤੇ ਅਸੀਂ ਕਿੱਥੇ? ਸਾਨੂੰ ਨੀਵਿਆਂ ਨੂੰ ਨਾਲ ਬਿਠਾ ਲਿਆ। ਰੋਜ਼ ਅਰਦਾਸ ਕਰੀ ਦੀ, ਮੋਹੇ ਗਰੀਬ ਕੋ ਲਿਓ ਰਲਾਏ, ਨਾਨਕ ਆਏ ਪਏ ਸ਼ਰਨਾਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਨਾਲ ਕਹੀਦਾ ਰਾਮਈਆ ਹੋ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਸਾਡੇ ਅਵਗੁਣ ਘਟਣਾ, ਜਿੱਦਾਂ ਮਾਂ ਘਟਦੀ ਆਪਣੇ ਬੱਚੇ ਦੇ ਅਵਗੁਣਾਂ ਨੂੰ ਯਾਦ ਨਹੀਂ ਰੱਖਦੀ। ਸੁਤ ਅਪਰਾਧ ਕਰਤੇ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇਤੇ। ਜੇ ਅਤ ਕ੍ਰੋਪ ਕਰੇ ਕਰਤਾਇਆ, ਤੋਪੀ ਚੀਤ ਨਾ ਰੱਖ ਸਮਾਇਆ। चिंत पवन मन परियो हमारा, नाम बिना कैसे उतरस पारा। देह बिमल मत सदा शरीरा। मैनू सोहनी मत दे, सोहना शरीर दे, सहज सहज गुण रमे कबीरा। ये इक्को टाइम नहीं आ जाता सहज भी इदां चुटकी वजाई ते आपां सारे ऐ सज के सिख तैयार हो गए ना। ये तो है जिन्नी नाम ते आया गए मशक्कत काल, नानक ते मुख उजले केती छुट्टी नाल। भाई चलना इस राह ते चलो, आओ ना तुरो। जो सिख सखा बंदप है भाई, सो सिख सखा बंदप है भाई, जो गुर के पाने विच आवे। इत्थे अपनी नहीं चला सकते, इत्थे गुरु दी इच्छा विच जज्ब होना हुंदा। जे जज्ब होना आ गया, समझो साहिबां दी रहमत हो गई। सो दुखी नहीं हुंदा कदी सिख। असीं अपना काम करके चले जाना है, पता नहीं अज है कल होवांगे कि नहीं, पर जदों मौत दे बिस्तर ते पए होवांगे उदों बड़ी आराम ते ठंड होएगी कि जिन्नी साडे च महाराज तू जिन्नी ताकत बख्शी सी, तू जिन्नी सुरत बख्शी सी, तेरे राह दे नाल तेरे श्वासां दे श्वास श्वास तेनों ही जप के जा रहे हैं।
ਤੇਰੇ ਚਰਨਾਂ 'ਚ ਜਾ ਰਹੇ ਨੇ। ਸੋ ਸਿੱਖ ਨਹੀਂ ਪਰੇਸ਼ਾਨ ਹੁੰਦਾ ਜੀ। ਥੈਂਕ ਯੂ। ਨਹੀਂ, ਮੇਰਾ ਸਵਾਲ ਅਜੇ ਪੂਰੇ ਨਹੀਂ। ਅੱਛਾ ਤੁਸੀਂ ਦੁਬਾਰਾ ਕਰੋ ਸਵਾਲ, ਕਰੋ ਜੀ ਡਾਕਟਰ ਸਾਹਿਬ ਸਵਾਲ। ਨੂੰ ਨਹੀਂ ਜੀ, ਡਾਕਟਰ ਸਾਹਿਬ ਨੂੰ ਪੁੱਛ ਰਿਹਾ, ਮੈਂ ਇਜਾਜ਼ਤ ਦੇਣਗੇ ਤਾਂ ਕਰ ਦਿਓ। ਹਾਂਜੀ ਲੰਬੀ ਡਿਸਕਸ਼ਨ ਵਿੱਚ ਨਾ ਪਈਏ ਕਿਉਂਕਿ ਫਿਰ ਕਾਫੀ ਲੇਟ ਹੋ ਜਾਂਦਾ। ਮੈਂ ਤੁਹਾਨੂੰ ਫੋਨ ਨੰਬਰ ਉਹਨਾਂ ਦਾ ਸਿੱਧਾ ਦੇ ਦਿਆਂਗਾ ਭੈਣ ਜੀ। ਨਹੀਂ ਨਹੀਂ ਨਹੀਂ, ਮੈਂ ਇਹਨਾਂ ਨੂੰ ਸੁਣਦਾ ਰਹਿੰਦਾ, ਵੈਸੇ ਕਦੀ ਕਿਤੇ ਰੇਡੀਓ ਤੇ ਆਉਂਦੇ ਨੇ ਕਦੀ ਤੁਸੀਂ, ਹਾਂਜੀ ਤਾਂ ਸ਼ਾਇਦ ਇਹਨਾਂ ਨੇ ਉਹ ਆਪਣੇ ਹਿਸਾਬ ਨਾਲ ਬਹੁਤ ਸੋਹਣਾ ਕਿਹਾ, ਪਰ ਇਹਨਾਂ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਜਿਹੜੇ ਬੈਠੇ ਹੋਣੇ ਸਾਰੇ ਇਹ ਤਕਰੀਬਨ ਹੀ ਤੁਹਾਡੇ ਵਾਲੇ ਇਸੇ ਥੋੜੇ ਘੱਟ ਹੋਣਗੇ, ਉਹ 19-21 ਦਾ ਹੀ ਫਰਕ ਹੋਊਗਾ, ਬਾਕੀ ਸਾਰੇ ਇਹੋ ਕੁਝ ਕਰਦੇ ਨੇ। ਲੇਕਿਨ ਮੈਂ ਤਾਂ ਉਹ ਕੁਝ ਕਿਹਾ ਕਿ ਇਹਨਾਂ ਨੇ ਇੱਕ ਉਹ ਵੱਡੇ ਸਾਰੇ ਭਾਂਡੇ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਦੇ ਨਾਲ ਉਹਨੂੰ ਕੰਟੈਕਟ ਕਰ ਦਿੱਤਾ। ਮੈਂ ਤਾਂ ਕਿਹਾ ਵੀ ਸਿੱਖ ਕਲਚਰ ਇੱਕ ਅਲੱਗ ਕਲਚਰ ਹੈ, ਲੇਕਿਨ ਪੰਜਾਬੀ ਕਲਚਰ ਇੱਕ ਬਹੁਤ ਵੱਡਾ ਕਲਚਰ ਹੈ। ਉਹਦੇ ਵਿੱਚ ਇਹਨਾਂ ਨੇ ਜੋ ਕੁਝ ਕਿਹਾ, ਹੁਣ ਜੋ ਕੁਝ ਇਹਨਾਂ ਨੇ ਉਹ ਕਹਿੰਦੇ ਬਦਲੀ ਕਰ ਰਹੇ ਨੇ, ਪੁਰਾਣੀਆਂ ਵਿਰਾਸਤਾਂ ਕਰ ਰਹੇ ਨੇ, ਉਹ ਕੀ ਉਹ ਪੰਜਾਬੀ ਕਲਚਰ ਕਰ ਰਹੇ? ਇਹਨਾਂ ਨੂੰ ਹੁਣੇ ਪੰਜਾਬੀ ਕਲਚਰ ਦਾ ਨਾਂ ਲਿਆ, ਉਹ ਤਾਂ ਅਸੀਂ ਸਿੱਖ ਕਰ ਰਹੇ ਹਾਂ। ਉਹ ਸਾਡੇ ਬਾਬੇ ਉੱਥੇ ਲਾਏ ਹੋ ਆ। ਬਿਲਕੁਲ ਨਹੀਂ, ਬਿਲਕੁਲ ਨਹੀਂ। ਕਿਉਂ ਉਹ ਹੁਣ ਕੌਣ ਉੱਥੇ ਕਰ ਰਿਹਾ ਜਿਹੜਾ ਉੱਥੇ ਆ ਢਾਰਿਆ ਇਮਾਰਤ? ਇਹੀ ਤਾਂ ਸਮਝਣ ਦੀ ਲੋੜ ਹੈ ਭਾਜੀ, ਇਹੀ ਤਾਂ ਸਮਝਣ ਦੀ ਲੋੜ ਹੈ ਹੁਣ ਕਿ ਤੁਸੀਂ ਕੌਣ। ਦੱਸੋ, ਤੁਸੀਂ ਸਮਝਾ ਦਿਓ ਸਾਨੂੰ, ਤਾਂ ਇਹੀ ਸਮਝ ਆਉਂਦਾ। ਡਿਸਕਸ਼ਨ ਵਿੱਚ ਨਾ ਜਾਈਏ, ਥੋੜਾ ਡਿਸਕਸ਼ਨ ਤੋਂ ਕਰੀਏ। ਹੋਰ ਅਸੀਂ ਤਾਂ ਆਪਣੇ ਮੋਹਰੇ ਆਪੇ ਲਾਏ ਹੋਆ, ਬਾਬੇ ਲਾਏ ਹੋਆ। ਦੇਖੋ ਇੱਕ ਗੱਲ ਹੋਰ, ਸਿੱਖੀ ਕਲਚਰ ਹੀ ਵੱਡਾ ਹੈ। ਵੱਡਾ ਕੌਣ ਹੁੰਦਾ ਹੈ ਜਿਹਦੇ ਵਿੱਚ ਵੱਡੇ ਗੁਣ ਨੇ ਤੇ ਜਿਹਦੀ ਆਪਣੇ ਆਪ ਨੂੰ ਵੱਡਾ ਕਹਿੰਦਾ। ਬੀਬੀ ਜੀ ਹਰ ਇੱਕ ਆਪਣੇ ਕੋਈ ਆਪਣੇ ਆਪ ਨੂੰ ਚਲੋ ਕਿਸੇ ਨੂੰ ਕੰਪੈਰੀਜ਼ਨ ਨਾ ਕਰੀਏ, ਆਪਣੇ ਆਪ ਨੂੰ ਉੱਚਾ ਚੱਕੀਏ, ਆਪਣੇ ਆਪ ਨੂੰ ਡਿਵੈਲਪ ਕਰੀਏ, ਕਿਸੇ ਨੂੰ ਮਾੜਾ ਨਾ ਕਹੀਏ। ਹਰ ਇੱਕ ਨੇ ਆਪਣਾ ਆਪਣਾ ਰਾਹ ਫੜਿਆ, ਜਿਹੜਾ ਜਿਸ ਰਾਹ ਜਾਂਦਾ ਉਹਦੇ ਲਈ ਉਹੀ ਉੱਚਾ ਹੈ। ਅਸੀਂ ਤਾਂ ਮਾੜਾ ਤੇ ਨਹੀਂ ਕਹਿ ਰਹੇ, ਅਸੀਂ ਤਾਂ ਨਿਖੇੜ ਰਹੇ ਹਾਂ। ਹੁਣ ਮੂਰਤੀਆਂ ਵੀ ਕਹਿੰਦੇ, ਮੂਰਤੀਆਂ ਨੂੰ ਜਦੋਂ ਅਸੀਂ ਰੋਕ ਸਕਦੇ ਹਾਂ। ਉਹ ਭਾਜੀ ਚਲੋ ਛੱਡੋ, ਚਲੋ ਇਸ ਨੂੰ ਅਜੇ ਥੋੜਾ ਜਿਹਾ ਡਿਸਕਸ਼ਨ ਹੈ। ਥੈਂਕ ਯੂ। ਜਸਵਿੰਦਰ ਸਿੰਘ ਢਿੱਲੋਂ ਜੀ, ਤੁਸੀਂ ਬੜੀ ਦੇਰ ਤੋਂ ਪੁੱਛਣਾ। ਉਸ ਤੋਂ ਬਾਅਦ ਸਾਰਾ ਵੀਰਾਂ ਭੈਣਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਦੇਖੋ ਜੀ, ਆਪਣੇ ਪਹਿਲਾਂ ਤਾਂ ਵੀ ਭੈਣ ਜੀ ਸਾਹਿਬ ਦੇ ਵਿਚਾਰ ਬਹੁਤ ਹੀ ਵਧੀਆ ਸੀ, ਜਿਨ੍ਹਾਂ ਨੇ ਪੰਜਾਬੀ ਕਲਚਰ ਬਾਰੇ, ਸਿੱਖ ਬਾਰੇ ਨੂੰ, ਸਿੱਖੀਜ਼ਮ ਬਾਰੇ ਨੂੰ ਐਕਸਪਲੇਨ ਕੀਤਾ, ਕੋਸ਼ਿਸ਼ ਕੀਤੀ ਹੈ, ਚਾਹੇ ਅੰਡਰਸਟੈਂਡ ਕੋਈ ਹੋਇਆ ਜਾਂ ਨਹੀਂ ਹੋਇਆ, ਚਲੋ ਉਹ ਆਪੋ ਆਪਣੀ ਸਮਝ ਹੈ। ਪਰ ਜਿਹੜੀਆਂ ਜਦੋਂ ਗੱਲਾਂ ਹੁਣ ਫਸ ਗਈ, ਜਿਹੜਾ ਇੱਕ ਦੋ ਡਿਫਰੈਂਟ ਕਲਚਰ ਹੈਗੇ, ਇੱਕ ਸਿੱਖੀਜ਼ਮ ਜਿਹਨੂੰ ਆਪਾਂ ਸਿੱਖੀ ਕਹਿ ਦਿੰਦੇ ਹਾਂ, ਇੱਕ ਪੰਜਾਬੀ ਕਲਚਰ। ਹਾਂ, ਜੇ ਆਪਾਂ ਪੰਜਾਬੀ ਕਲਚਰ ਨੂੰ ਬਹੁਤਾਤ ਗਿਣਤੀ ਵਿੱਚ ਜੋੜੀਏ ਰਹੇ, ਜਿਹਦੇ ਵਿੱਚ ਕਾਮ ਆ, ਕ੍ਰੋਧ ਆ, ਲੋਭ ਆ, ਮੋਹ, ਅਹੰਕਾਰ ਆ, ਨਸ਼ੇ ਆ, ਬਾਕੀਆਂ ਚੀਜ਼ਾਂ ਹੈਗੀਆਂ, ਜਿਹੜੇ ਆਪਾਂ ਬਕਾਰ ਕਹਿ ਦਿੰਦੇ ਹਾਂ, ਬਕਾਰਾਂ ਵਿੱਚ ਬਹੁਤ ਘਿਰੇ ਹੋਏ ਪੰਜਾਬੀ ਹੈਗੇ ਆ ਬਹੁਤਾਤ ਗਿਣਤੀ ਵਿੱਚ। ਤੇ ਇਹ ਜਿਹੜੀ ਬਹੁਤਾਤ ਗਿਣਤੀ ਉਹਦੇ ਵਿੱਚ ਅਸੀਂ ਤਕਰੀਬਨ ਸਾਰੇ, ਉਹ ਜੇ ਤਾਂ ਕੋਈ ਨਹੀਂ ਫਰਕ ਸਮਝਦਾ ਵੀ ਸਿੱਖ ਕੌਣ ਆ, ਪੰਜਾਬੀ ਕੌਣ ਆ, ਉਹ ਤਾਂ ਸਾਰੇ ਕਲਚਰ ਇੱਕ ਥਾਂ ਲਪੇਟ ਦਿੰਦਾ। ਪਰ ਨੰਬਰ 2 ਗੱਲ ਇਹ ਆ ਵੀ ਜਿਹੜਾ ਹੁਣ ਸਮਝ ਵਾਲਾ ਸਿੱਖ ਆ, ਉਹਨੇ ਦੇਖਣਾ ਵੀ ਦੋ ਡਿਫਰੈਂਟ ਕਲਚਰ ਆ। ਮੈਂ ਜਿਹੜੇ ਇਹ ਬਕਾਰ ਆ ਉਹਨਾਂ ਦਾ ਜੀਵਨ ਨਹੀਂ, ਮੈਂ ਗੁਰੂ ਵਾਲਾ ਸੱਤ, ਸੰਤੋਖ, ਦਇਆ, ਧਰਮ, ਪਰਉਪਕਾਰ, ਨਿਰਭਉਤਾ, ਨਿਰਵੈਰਤਾ, ਜਜ਼ਬਾ, ਕੁਰਬਾਨੀ, ਸੇਵਾ, ਸਿਮਰਨ, ਪਿਆਰ ਵਾਲੇ ਗੁਣਾਂ ਨਾਲ ਮੈਂ ਜ਼ਿੰਦਗੀ ਜੀਣੀ। ਕਦੇ ਗੁਰੂ ਦਾ ਜਿੰਨਾ ਤੁਸੀਂ ਗੁਰੂ ਨਾਲ ਜੁੜੋਗੇ, ਤੁਸੀਂ ਉਹ ਪਿਆਰ ਹੀ ਵਿੱਚੋਂ ਮਿਲਣਾ ਹੈ। ਉਹਦੇ ਵਿੱਚੋਂ ਜਿਹੜੇ ਪੰਜਾਬੀਆਂ ਵਾਲੇ ਗੁਣ ਆ, ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਉਹ ਤੁਸੀਂ ਆਪਣੇ ਕੰਟਰੋਲ ਵਿੱਚ ਕਰ ਲੈਣੇ ਆ, ਰਾਈਟ। ਉਹ ਜਿਹੜਾ ਫਰਕ ਹੈ ਹੁਣ ਪੰਜਾਬੀ ਦਾ, ਸਿੱਖੀ ਦਾ, ਇਹ ਹੀ ਆ ਵੀ ਜਿਹੜੇ ਔਗਣਾਂ ਦੇ ਹੀ ਫਾਇਦੇ, ਉਹਨੂੰ ਕਨਵਰਟ ਕਰਕੇ ਗੁਣਾਂ ਵਿੱਚ ਬਦਲ ਲੈਣਾ ਆ। ਤੇ ਗੁਰੂ ਦਾ ਸਾਡਾ ਸਿੱਧਾ ਰਾਸਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਉਹ ਜਿਹੜੀ ਆਈਡੀਓਲੋਜੀ ਆ ਜਾਂ ਫਿਲਾਸਫੀ ਗੁਰੂ ਨਾਨਕ ਸਾਹਿਬ ਦੀ ਆ, ਜਿਹੜਾ ਵੇ ਆਫ ਲਾਈਫ ਆ, ਪਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਆ, ਜੋ ਗੁਰੂ ਕਹਿੰਦੇ ਉਹਨੂੰ ਇੰਪਲੀਮੈਂਟ ਕਰਨਾ ਪੈਣਾ। ਬਿਲਕੁਲ, ਜੇ ਤੁਸੀਂ ਇੰਪਲੀਮੈਂਟ ਨਹੀਂ ਕੀਤਾ, ਪੜ੍ਹ ਕੇ ਲੰਘ ਗਿਆ, ਫਿਰ ਪੰਜਾਬੀਆਂ ਵਿੱਚ ਤੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਪਰ ਜੇ ਗੁਰੂ ਦੇ ਸ਼ਬਦ ਦੀ ਤੁਸੀਂ ਇੰਪਲੀਮੈਂਟ ਕਰ ਲਿਆ, ਰਾਈਟ, ਉਹ ਤੂੰ ਗੁਰੂ ਨਾਲ ਜੁੜੇ ਰਹਿਣਾ ਹੈ। ਪਰ ਚਾਹੇ ਕੋਈ ਹਨੇਰੀ ਆਵੇ, ਝੱਖੜ ਆਵੇ, ਜੋ ਮਰਜ਼ੀ ਆਵੇ, ਪਰ ਗੁਰੂ ਦੇ ਪਿਆਰ ਵਿੱਚ ਗੁਰੂ ਦਾ ਸਿੱਖ ਪਿੱਛੇ ਨਹੀਂ ਹਟਦਾ ਕਦੇ। ਪਰ ਇਹ ਜਿਹੜੇ ਗੁਣਾਂ ਵਾਲੀ ਜ਼ਿੰਦਗੀ ਆ, ਇਹ ਹਮੇਸ਼ਾ ਜਿਉਣੀ ਚਾਹੀਦੀ ਹੈ। ਪਰ ਦੂਜੀ ਹੁਣ ਇਹ ਵੀ ਗੱਲ ਨਾਲ ਆ, ਪਰ ਜੇ ਅਸੀਂ ਆਪ ਰੋਲ ਮਾਡਲ ਬਣਾਂਗੇ ਆਪਣੇ ਪਰਿਵਾਰ ਨੂੰ, ਪਰ ਤੁਹਾਨੂੰ ਤੁਸੀਂ ਆਪ ਨਾ ਕਹੋ, ਪਰ ਦੂਜਾ ਕਹੇ ਵੀ ਹਾਂ ਬੰਦੇ ਵਿੱਚ ਚੇਂਜ ਕਿੱਦਾਂ ਹੈ, ਕਿਹੜੇ ਨਾਲ ਇਹ ਜੀਂਦਾ ਹੈਗਾ, ਕਿਹੜੇ ਗੁਣਾਂ ਨਾਲ ਸਾਂਝ ਹੈ। ਪਰ ਜੇ ਤੁਹਾਡੇ ਵਿੱਚ ਗੁਣ ਹੋਣਗੇ, ਫੇਰ ਹੀ ਕੋਈ ਕਹੂਗਾ। ਜੇ ਪੰਜਾਬੀਆਂ ਦੇ ਗੁਣ ਆਏ, ਖਾਣ ਪੀਣ ਦੇ, ਬੜੀਆਂ ਕੋਠੀਆਂ, ਬੜੇ ਮਕਾਨ, ਦੂਜੇ 50
50,000 ਪਾਰਟੀਆਂ ਕਰਕੇ ਮੈਂ ਨਸ਼ੇ ਪੱਤੇ ਲਿਆ ਕੇ ਲੋਕਾਂ ਨੂੰ ਖਿਲਾਵਾਂ, ਪਾਰਟੀਆਂ ਕਰ ਲਵਾਂ, ਪਰ ਉਹ ਸਿੱਖ ਦਾ ਕੰਮ ਨਹੀਂ ਹੈਗਾ। ਪਰ ਸਿੱਖ ਦਾ ਕੰਮ ਨਹੀਂ ਹੈ। ਸਿੱਖ ਤਾਂ ਚਲੋ ਆਪਣੇ ਆਪ ਨੂੰ ਚਲੋ ਨਿਰਾਲਾ ਰੱਖਦਾ, ਨਿਰਾਲਾ ਚਲੋ ਉਹਨੇ ਇਹ ਚੀਜ਼ਾਂ ਕਰਨੀਆਂ ਵੀ ਨਹੀਂ, ਰੋਕਣੀਆਂ ਵੀ ਹੈਗੀਆਂ ਕਰਕੇ। ਜੇ ਤੁਸੀਂ ਇਹਨਾਂ ਚੀਜ਼ਾਂ ਵਿੱਚੋਂ ਨਿਕਲਣਗੇ ਕਰਕੇ, ਜਿਹੜਾ ਮਟੀਰੀਅਲਿਸਟਿਕ ਵਰਲਡ ਹੈ, ਜਿਹੜਾ ਮਟੀਰੀਅਲਿਸਟਿਕ ਆਪਾਂ ਕਹਿੰਦੇ ਹਾਂ, ਜਿਹੜੇ ਬਹੁਤਾਤ ਪੰਜਾਬੀ ਇਹਦੇ ਵਿੱਚ ਹੈਗੇ ਆ, ਉਹ ਸਿੱਖਾਂ ਨੂੰ ਵੀ ਨਾਲ ਲਪੇਟੀ ਜਾਂਦੇ ਹਨ। ਪਰ ਜਿਹੜਾ ਕੋਈ ਸਿੱਖ ਨਿਕਲਣਾ ਚਾਹੁੰਦਾ ਉਹਨੂੰ ਕਹਿੰਦਾ ਤੂੰ ਛੱਡ ਪਰਾਂ, ਇਕੱਲਾ ਕੀ ਕਰਨਾ ਹੈ, ਅਸੀਂ ਬਾਕੀ ਕਰਦੇ ਹੀ ਆ। ਕੱਲਾ ਜੀ ਖੜ ਜਾਵੇ ਹੈ ਨਹੀਂ, ਉਹ ਬਹੁਤ ਸੋਹਣਾ, ਬਹੁਤ ਸੋਹਣਾ, ਕੱਲਾ ਜੀ ਥੰਮ ਬਣ ਕੇ ਖੜ ਜਾਵੇ, ਫਿਰ ਬਾਕੀ ਵੀ ਉਹਨੂੰ ਲਿਸਨ ਫੋਲੋ ਕਰਨ ਲੱਗ ਪੈਂਦਾ। ਜਿੱਦਾਂ ਆ ਕਰੋਨਾ ਬਾਅਦ ਮੈਂ ਕਹਿੰਦਾ ਇੰਨਾ ਦੁਨੀਆ ਦਾ ਫਾਇਦਾ ਕੀਤਾ ਵੀ ਜਿਹੜਾ ਪਾਰਟੀਆਂ ਆ ਉਹਨਾਂ ਵਿੱਚੋਂ ਕੱਢ ਦਿੱਤਾ, ਬੜੀ ਵਿਆਹਾਂ ਵਿੱਚੋਂ ਕੱਢ ਦਿੱਤਾ। ਪਰ ਜੇ ਸਧਾਰਨ ਜਾਂ ਸਿੰਪਲ ਜ਼ਿੰਦਗੀ ਜੀ ਲਿਵ ਕਰਾਂਗੇ, ਅਸੀਂ ਗੁਰੂ ਨਾਲ ਜੁੜੇ ਰਹਾਂਗੇ। ਜਿੰਨਾ ਦੁਨੀਆਦਾਰੀ ਮਗਰ ਫਿਰਾਂਗੇ ਉਹਨਾਂ ਅਸੀਂ ਗੁਰੂ ਸਾਹਿਬ ਤੋਂ ਪਿੱਛੇ ਹਟਣਾ। ਕਿਉਂਕਿ ਕੋਈ ਨੇ ਪੰਕਤੀ ਕਹਿ ਕੇ ਮਾਫੀ ਚਾਹੁੰਦਾ, ਫਰੀਦਾ ਦੀਨ ਗਵਾ ਦੁਨੀ ਸਿਓ, ਦੁਨੀ ਨਾ ਚਾਲੀ ਸਾੜਾ ਮਾਰਿਆ ਗਾਫਲੇ ਆਪਣੇ ਹੱਥ। ਠੀਕ ਹੈ, ਥੈਂਕ ਯੂ ਜੀ। ਡਾਕਟਰ ਸੁਖਮੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭੈਣ ਜੀ ਨੇ ਸਿੱਖੀ ਜੀਵਨ ਦੱਸਿਆ। ਮੇਰਾ ਤੇ ਇੱਕ ਪ੍ਰੈਕਟੀਕਲ ਕੁਐਸਚਨ ਛੋੜਾ ਜਾਏ। ਪੰਜਾਬ ਦੇ ਵਿੱਚ ਇਸ ਵੇਲੇ ਉਹ ਕਲਚਰ ਦੀ ਭਰਮਾਰ ਹੈ ਜਿਹੜਾ ਕਿ ਟ੍ਰੈਸ਼ੀ ਤੇ ਵਲਗੈਰਿਟੀ ਨਾਲ ਭਰਿਆ, ਚਾਰੇ ਪਾਸੇ ਇਹ ਖਿਲਾਰਿਆ ਜਾ ਰਿਹਾ। ਇਸ ਕਲਾਈਮੇਟ ਦੇ ਵਿੱਚ ਸਿਰਫ ਦੋ ਗੱਲਾਂ ਮੈਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਅਸੀਂ ਬਚਾਈਏ। ਕਿਉਂਕਿ ਮੇਰੇ ਆਪਣੇ ਰਿਸ਼ਤੇਦਾਰਾਂ 'ਚ ਭਤੀਜੇ ਭਾਂਜੇ ਜਾਂਦੇ ਨੇ, ਕਹਿੰਦੇ ਨੇ ਸਾਨੂੰ ਜਿਵੇਂ ਪੱਗ ਬੰਨ ਕੇ ਜਾਣਾ, ਤੇ ਬਾਕੀ ਮੁੰਡੇ ਮੋਨੇ ਦੇ ਕਹਿੰਦੇ ਗਿਆਨੀ ਜੀ ਕੀ ਹਾਲ ਹੈ, ਕਦੋਂ ਬੰਦਾ ਬਣੋਗੇ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰੀਸ ਜਾਂ ਪ੍ਰੈਸ਼ਰ ਕਰਕੇ। ਤਾਂ ਮੇਰਾ ਕੁਐਸਚਨ ਨੰਬਰ 1, ਹਾਊ ਡੂ ਵੀ ਇਹੋ ਜਿਹੇ ਕਲਚਰ ਦੇ ਵਿੱਚ ਅਸੀਂ ਕਿਵੇਂ ਆਪਣੀ ਸੰਭਾਲ ਕਰਾਂਗੇ, ਤੇ ਕਿਸ ਤਰ੍ਹਾਂ ਸਾਡਾ ਸਿੱਖੀ ਜਜ਼ਬਾ ਥਰੂ ਇੰਸਪੀਰੇਸ਼ਨਲ or by way of dislodging corrupt power system ਉਹਦੇ ਜ਼ੋਰ ਨਾਲ ਕਿਵੇਂ ਬਚਾਵਾਂਗੇ? ਸਹੀ ਸਵਾਲ ਹੈ ਜੀ। ਹਾਂਜੀ ਹਾਂਜੀ, ਇਹ ਮੈਨੂੰ ਲੱਗਦਾ ਵੀਰ ਜੀ ਹਰ ਇੱਕ ਸਿੱਖ ਦੀ ਦਰਦ ਹੈ ਇਸ ਟਾਈਮ। ਇਹੋ ਜਿਹੇ ਜਿਹੜੇ ਹਾਲਾਤ ਚੱਲ ਰਹੇ ਨੇ, ਉਹ ਹਰ ਇੱਕ ਸਿੱਖ ਹਿਰਦਾ ਜਿਹੜਾ ਇਸ ਦਰਦ ਦੇ ਵਿੱਚੋਂ ਦੀ ਲੰਘ ਰਿਹਾ। ਕਿਉਂਕਿ ਸਾਨੂੰ ਪਤਾ ਹੈ ਕਿ 84 ਚ ਜਦੋਂ ਸਾਨੂੰ ਮਾਰਿਆ ਸੀ ਸਿੱਧਾ ਹਥਿਆਰਾਂ ਦੇ ਨਾਲ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਮਾਰ ਕੇ ਨਹੀਂ ਮੁਕਾ ਸਕਦੇ, ਇਸ ਕਰਕੇ ਨਸ਼ਿਆਂ 'ਚ ਤੋਰਿਆ ਗਿਆ। ਉੱਥੇ ਹੜ ਵਗਾਇਆ ਗਿਆ ਨਸ਼ੇ ਦਾ, ਔਰ ਨੱਚਰਤਾ ਗੰਦਗੀ ਦਾ, ਜਿਹੜਾ ਗੰਦੇ ਗੀਤ ਤੇ ਗੈਂਗ ਵਾਰ ਤੇ ਹਥਿਆਰ ਤੇ ਨਾਲ ਇਹ ਜਿਹੜੇ ਬਹੁਤ ਜ਼ਿਆਦਾ ਗੰਦੇ ਵਲਗੈਰਿਟੀ ਭਰੇ ਗੀਤ ਨੇ, ਉਹ ਸਾਰੀ ਗੱਲ ਦੇਖੋ, ਇਹ ਹਰ ਇੱਕ ਨੂੰ ਨਾ ਜਿੱਦਾਂ ਮੋਰਚਾ ਸਾਂਭਣਾ ਪੈਣਾ। ਇਹ ਉਦਾਂ ਨਹੀਂ ਠੀਕ ਹੋਣਾ। ਹਰ ਇੱਕ ਨੂੰ ਜਿਹੜਾ ਦਰਦਮੰਦ ਹੈ ਉਹਨੂੰ ਆਪਣਾ ਮੋਰਚਾ ਸੰਭਾਲਣਾ ਪੈਣਾ, ਜਿਵੇਂ ਅਸੀਂ ਪੱਛਮ 'ਚ ਸੰਭਾਲਿਆ। ਇੱਥੇ ਵੀ ਦੇਖੋ, ਇੱਥੇ ਵੀ ਕਿਹੜੀਆਂ ਮੁਸ਼ਕਲਾਂ 'ਚੋਂ ਸਿੱਖ ਨਹੀਂ ਗੁਜ਼ਰਿਆ, ਉਹ US ਹੋਏ ਜਾਂ ਕੈਨੇਡਾ ਹੋਵੇ। ਪਰ ਆਪਾਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ, ਇੱਥੇ ਵੀ ਜਿਹੜੇ ਮਾਂ-ਬਾਪ ਲੈ ਕੇ ਤੁਰੇ ਨੇ, ਕਿਆ ਹੀਰਿਆਂ ਵਰਗੇ ਉਹਨਾਂ ਦੇ ਬੱਚੇ ਸਿੱਖੀ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਉਹ ਹਰ ਥਾਂ ਜਾਂਦੇ ਨੇ। ਬੁਲਿੰਗ ਤੇ ਅਸੀਂ ਕੰਮ ਕਰਦੇ ਹਾਂ, ਅਮਰੀਕਨ ਸਿੱਖ ਕੌਂਸਲ ਦਾ ਮੈਂ ਕੰਮ ਕਰਦੀ ਹਾਂ, ਤੇ ਅਸੀਂ ਬੁਲਿੰਗ ਤੇ ਸਕਾਊਟਿੰਗ ਦੇ ਦੁਆਰਾ ਅਸੀਂ ਐਜੂਕੇਟ ਕਰਦੇ ਹਾਂ ਆਪਣੇ ਬੱਚਿਆਂ ਨੂੰ, ਬਾਹਰ ਲੋਕਾਂ ਨੂੰ, ਜਿਹੜੇ ਸਾਡੇ ਆਂਢ ਗੁਆਂਢ ਨੇ ਉਹਨਾਂ ਨੂੰ। ਇੱਥੇ ਚਲੋ ਆਰਾਮ ਹੈ ਕਿ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਧੂੰਦਾ, ਇੱਥੇ ਬੰਦਾ ਖੁਦ ਹੀ ਕਮਜ਼ੋਰ ਪੈਂਦਾ। ਮੇਰੀ ਇੱਕੋ ਗੁਜ਼ਾਰਿਸ਼ ਹੋਏਗੀ ਕਿ ਮਾਵਾਂ ਨੇ ਜਿਹੜੀਆਂ ਔਰ ਬਾਪ ਜਿਹੜੇ ਜਵਾਨ ਜੋੜੇ ਨੇ, ਉਹਨਾਂ ਨੂੰ ਇਹ ਦੇਖਣਾ ਪੈਣਾ ਕਿ ਮੈਂ ਆਪਣੇ ਬੱਚੇ ਦਾ ਭਵਿੱਖ ਕਿਹੋ ਜਿਹਾ ਚਾਹੁੰਦੀ ਹਾਂ। ਜੇ ਆਲਰੇਡੀ ਬਾਪ ਸ਼ਰਾਬ ਪੀਂਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ, ਉਹ ਤੇ ਭੁੱਲ ਜਾਏ ਕਿ ਉਹਦਾ ਬੱਚਾ ਕਦੀ ਕੋਈ ਸੇਧ ਲੈ ਲੇਗਾ। ਕੋਈ ਕਰਿਸ਼ਮਾ ਹੋ ਜਾਏਗਾ ਤੇ ਲੈ ਸਕਦਾ, ਵਰਨਾ ਉਹ ਦੂਣਾ ਗਲਤਾਨ ਹੋਏਗਾ। ਜੇ ਮਾਂ ਤੇ ਬਾਪ ਲੱਚਰਤਾ ਭਰੇ ਸੰਗੀਤ ਦੀਆਂ ਮਹਿਫਲਾਂ 'ਚ ਜਾਂਦੇ ਨੇ, ਉਹਨਾਂ ਦਾ ਬੱਚਾ ਕਦੇ ਵੀ ਨਹੀਂ ਬਚਣਾ। ਤੇ ਉੱਥੇ ਉਹਨਾਂ ਚੀਜ਼ਾਂ ਦਾ ਬੜਾ ਜ਼ੋਰ ਹੈ, ਇੱਥੇ ਵੀ ਬੜਾ ਜ਼ੋਰ ਹੈ। ਇਹ ਹੈਗੀ ਜੀ ਨਿੱਜੀ ਮਿਹਨਤ ਕਰਨੀ ਪੈਣੀ ਆ। ਇਹ ਤੇ ਉਹ ਕਹਿੰਦੇ ਨਾ, ਜਿੱਦਾਂ ਉਹ ਕਹਿੰਦੇ ਜਿਉਂ ਮੰਦਰ ਕੋ ਥੰਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਮਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਥੰਮ ਹੋਵੇ, ਗੁਰੂ ਦੇ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਹੋਵੇ, ਸਾਡੀ ਸੁਰਤ ਦੇ ਵਿੱਚ ਗੁਰੂ ਦਾ ਗੋਬਿੰਦ ਦਾ ਸ਼ਬਦ ਗੱਜਦਾ ਹੋਵੇ, ਫੇਰ ਅਸੀਂ ਨਿੰਮੋ ਝੂਣੇ ਨਹੀਂ ਹੋਵਾਂਗੇ। ਆਪਣੇ ਬੱਚੇ ਨੂੰ ਅਸੀਂ ਜ਼ਬਰਦਸਤੀ ਨਹੀਂ, ਨਾ ਗੁੱਸੇ ਦੇ ਨਾਲ, ਲੇਕਿਨ ਪਿਆਰ ਮੁਹੱਬਤ ਦੇ ਨਾਲ। ਜਦੋਂ ਮੈਂ ਦਸਤਾਰ ਬੰਨਾ, ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਹੋਏ। ਜਦੋਂ ਮੈਂ ਗੁਰਬਾਣੀ ਗਾਵਾਂ, ਮੇਰੀ ਚਿਹਰੇ ਤੋਂ ਖੁਸ਼ੀ ਜਿਹੜੀ ਹੈ ਢਲਕੇ ਉਹ ਬੱਚਾ ਮਹਿਸੂਸ ਕਰਦਾ ਹੈ। ਤੇ ਉਹ ਬੱਚੇ ਨੂੰ ਤੁਹਾਨੂੰ ਸ਼ੁਰੂ ਤੋਂ ਇਹ ਪਾਣ ਚਾੜਨੀ ਪਏਗੀ, ਉਹਦੇ ਰਾਖੇ ਤੁਹਾਨੂੰ ਬਣਨਾ ਪਏਗਾ। ਉਹਦੇ ਭੈਣ ਭਰਾ ਲਾਗੇ ਜਿਹੜੇ ਉਹਦੇ ਕਜ਼ਨਸ ਨੇ, ਮਾਸੀਆਂ ਮਾਮੇ ਨੇ, ਉਹ ਵੀ ਉਦਾਂ ਦੇ ਹੋਣ। ਤਾਂ ਕਰਕੇ ਤੁਹਾਨੂੰ ਦੇਖੋ ਯਾਦ ਹੈ, ਸਾਡੇ ਗੁਰਾਂ ਨੇ ਨਗਰ ਵਸਾਏ ਸੀ,
ਸਭ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਵਸਾਇਆ ਹੈ। ਕਿਉਂ? ਕਹਿੰਦੇ ਇੱਕੋ ਜੀ ਰਹਿਤ ਬਹਿਤ ਵਾਲੇ ਇਕੱਠੇ ਰਹਿਣਾ। ਤੁਸੀਂ ਤਕੜੇ ਰਹੋਗੇ ਤੇ ਤੁਹਾਡੇ ਬੱਚੇ ਤਕੜੇ ਰਹਿਣਗੇ, ਤੁਹਾਡੇ ਭੈਣ ਭਰਾ ਤਕੜੇ ਰਹਿਣਗੇ। ਫਿਰ ਉਹਨਾਂ ਨੇ ਖਡੂਰ ਵਸਾਇਆ। ਕਿਉਂ ਵਸਾਇਆ? ਕਿ ਇੱਕੋ ਜੀ ਸੁਰਤ ਵਾਲੇ, ਇੱਕੋ ਜੇ ਆਚਾਰ ਵਿਵਹਾਰ ਸੱਭਿਆਚਾਰ ਵਾਲੇ ਇਕੱਠੇ ਰਹੋ। ਇਕੱਠ ਦੇ ਵਿੱਚ ਬਰਕਤ ਹੈ ਔਰ ਹਿੰਮਤ ਹੈ। ਫਿਰ ਉਹਨਾਂ ਨੇ ਗੋਇੰਦਵਾਲ ਵਸਾਇਆ। ਵਸਾਏ ਕਿ ਨਹੀਂ ਨਗਰ? ਹੁਣ ਅਸੀਂ ਕੀ ਕੀਤਾ? ਸਾਡੀਆਂ, ਮੈਨੂੰ ਇੱਕ ਵੀ ਦੱਸ ਦਿਓ ਸਿੱਖਾਂ ਨੇ ਆਪਣਾ ਨਗਰ ਕੈਨੇਡਾ 'ਚ ਵਸਾਇਆ। ਚਲੋ ਸਰੀ 'ਚ ਮੈਂ ਸ਼ੁਕਰ ਹੈ ਕਿ ਬਹੁਤ ਸਿੱਖ ਨੇ ਉੱਥੇ। ਫਿਰ ਵੀ ਬੱਚਾ ਜਿਹੜਾ ਹੈਗਾ ਜੋ ਆਪ ਹੀ ਵਿਗੜਨਾ ਚਾਹੇ ਠੀਕ ਹੈ, ਨਹੀਂ ਤੇ ਉੱਥੇ ਬੱਚੇ ਨੂੰ ਕਾਫੀ ਜਿਹੜੀ ਸਪੋਰਟ ਹੈ ਆਸ-ਪਾਸ। ਫਿਰ ਅੰਮ੍ਰਿਤਸਰ ਸਾਹਿਬ ਜਿਹਦਾ ਚੱਕ ਰਾਮਦਾਸਪੁਰ ਨਾਂ ਸੀ, ਉਹ ਵਸਾਇਆ ਗੁਰੂ ਅਰਜਨ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਜੀ ਨੇ। ਹਰਗੋਬਿੰਦਪੁਰ ਵਸਾਇਆ। ਕਿੰਨੇ ਨਗਰ ਵਸਾਏ ਨੇ? ਕਿਉਂ ਵਸਾਏ ਨੇ? ਕਿ ਇੱਕੋ ਜੀ ਰਹਿਤ ਬਹਿਤ ਵਾਲੇ, ਇੱਕੋ ਜੇ ਖਾਨ ਪਾਨ ਵਾਲੇ, ਇੱਕੋ ਜੀ ਸੋਚ ਰੱਖਣ ਵਾਲੇ ਇਕੱਠੇ ਰਹਿਣਾ। ਤਾਂ ਕਰਕੇ ਗੁਰਦੁਆਰਾ ਦਿੱਤਾ ਸੀ। ਗੁਰਦੁਆਰਾ ਕੋਈ ਠਾਕੁਰ ਦੁਆਰਾ ਨਹੀਂ ਵੀ ਉੱਥੇ ਜਾਇਓ, ਗੁਰੂ ਗ੍ਰੰਥ ਨੂੰ ਮੱਥਾ ਟੇਕਿਓ ਤੇ 2 ਸ਼ਬਦ ਭਾਈ ਦੇ ਤਬਲੇ ਵਾਜੇ ਨਾ ਸੁਣ ਲਿਓ ਤੇ ਆ ਜਾਓ ਲੰਗਰ ਛਕ ਕੇ। ਨਾ, ਗੁਰਦੁਆਰਾ ਦਿੱਤਾ ਇਕੱਠੇ ਹੋ ਕੇ ਬੈਠੋ, ਵਿਚਾਰਾਂ ਕਰੋ, ਮਤੇ ਪਕਾਓ, ਇੱਥੇ ਗੁਰਮਤ ਦੇ ਗਿਆਤਾ ਬਣੋ, ਗੁਰਬਾਣੀ ਸਿੱਖੋ, ਵਿਚਾਰਾਂ ਕਰੋ, ਝੰਡੇ ਲਾਏ। ਇਟ ਇਜ਼ ਅ ਸਟੇਟ ਵਿਦ ਇਨ ਸਟੇਟ। ਉਹ ਰਾਜ ਭਾਗ ਦੀ ਨਿਸ਼ਾਨੀ ਹੈ ਗੁਰਦੁਆਰਾ। ਦੱਸੋ ਅੱਜ ਕੀ ਬਣਾਏ ਹੋਏ ਨੇ? ਕਿਉਂ? ਕਿਉਂਕਿ ਅਨਪੜ੍ਹ ਗੁਰਮਤ ਤੋਂ ਕੋਰੇ ਬੰਦੇ ਉੱਥੇ ਪ੍ਰਧਾਨ ਬਣ ਕੇ ਬੈਠੇ ਆ। ਤੇ ਜਿਹੜੇ ਗੁਰਮਤ ਤੋਂ ਕੋਰੇ ਨੇ, ਜਿਨ੍ਹਾਂ ਨੇ 5ਵੀਂ 6ਵੀਂ ਪੜ੍ਹੀ ਆ, ਮਸਾ ਪਤਾ ਨਹੀਂ, ਨਾ ਕੋਈ ਉਹਨਾਂ ਨੂੰ ਸਾਜ਼, ਨਾ ਸੰਗੀਤ, ਨਾ ਕੋਈ ਉਹਨਾਂ ਨੂੰ ਗੁਰਬਾਣੀ ਦਾ ਗਿਆਨ, ਨਾ ਗ੍ਰੰਥ ਦਾ ਗਿਆਨ, ਉਹ ਉੱਥੇ ਭਾਈ ਰਾਗੀ ਢਾਡੀ ਰੱਖੇ ਹੋਏ ਨੇ। ਸਾਰੇ ਨਹੀਂ ਪਰ ਕੁਝ। ਇਸ ਕਰਕੇ ਉਹਦਾ ਕੋਈ ਅਸਰ ਨਹੀਂ ਹੋ ਰਿਹਾ। ਇਸ ਕਰਕੇ ਸਾਰੇ ਇਕੱਲੇ ਪੈ ਗਏ ਨੇ। ਹੁਣ ਅਸੀਂ ਹੁਣੇ ਵੀਰ ਨੇ ਅਰਜ਼ ਕੀਤਾ, ਵੀਰ ਜੀ ਨੇ ਇੰਨੀ ਸੋਹਣੇ, ਕਿ ਪਾਰਟੀਆਂ ਤੋਂ 50-50 ਹਜ਼ਾਰ ਰੁਪਇਆ ਲਾ ਰਿਹਾ। ਗੁਰਮਤ ਘਰੇ ਰੱਖੋ ਨਾ, ਗੁਰਮਤ ਦੀ ਗੋਸ਼ਟੀ ਰੱਖੋ ਘਰੇ, ਗੁਰਬਾਣੀ ਗਾਇਨ ਕਰੋ, ਇਕੱਠੇ ਬਹਿ ਬਹਿ ਕੇ ਬੱਚਿਆਂ ਨੂੰ ਨਵਾਜ਼ੋ, ਸੋਹਣੀਆਂ ਦਸਤਾਰਾਂ ਬਣਾ ਕੇ ਘਰੇ ਤੁਸੀਂ ਉਦਾਂ ਦੇ ਮਾਡਲ ਲਿਆਓ। ਤੁਸੀਂ ਘਰੇ ਉਹੋ ਜਿਹੀਆਂ ਆਪਣੇ ਘਰੇ ਪੇਂਟਿੰਗਸ ਲਾਓ ਸਿੱਖ ਸੂਰਬੀਰਾਂ ਦੀਆਂ। ਤੁਸੀਂ ਇਤਿਹਾਸ ਦੀਆਂ ਵਿਚਾਰਾਂ ਕਰੋ, ਤੁਸੀਂ ਕਵੀਸ਼ਰੀਆਂ ਪੜੋ। ਕਿੱਥੇ ਗਈਆਂ ਕਵੀਸ਼ਰੀਆਂ? ਕਿੱਥੇ ਗਈਆਂ ਢਾਡੀ ਵਾਰਾਂ? ਦੱਸੋ। ਇਹ ਚੀਜ਼ਾਂ ਅਸੀਂ ਖੁਦ ਗਵਾਈਆਂ ਨੇ। ਅਸੀਂ ਬੁੱਕ ਕਲੱਬ ਬਣਾਈਏ, ਅਸੀਂ ਇਤਿਹਾਸ ਦੀਆਂ ਵਿਚਾਰਾਂ ਕਰੀਏ, ਉਹ ਕਿਉਂ ਨਹੀਂ ਕਰਦੇ? ਅਸੀਂ ਕਿਹਦੀ ਗਲਤੀ ਹੈ? ਕਿਸੇ ਹੋਰ ਦੀ ਗਲਤੀ ਨਹੀਂ, ਸਾਡੀ ਆਪਣੀ ਗਲਤੀ। ਸੋ ਅਸੀਂ ਆਪਣੀ ਗਲਤੀ ਨੂੰ ਸੁਧਾਰੀਏ। ਜਸਬੀਰ ਸਿੰਘ ਜੀ, ਸਰ ਮੈਂ ਬਾਹਰ ਦੇ ਤੁਹਾਨੂੰ ਤੁਸੀਂ ਫਿਰ ਗੁਲਬਰਗ ਸਿੰਘ ਜੀ। ਹਾਂਜੀ ਹਾਂਜੀ, ਮੈਂ ਤਾਂ ਜਿੱਦਾਂ ਭੈਣ ਜੀ ਨੇ ਦੱਸਿਆ ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਸਿਰਫ ਮੈਂ 1-2 ਗੱਲਾਂ ਵਿੱਚ ਐਡ ਕਰਨੀਆਂ ਥੋੜੀ ਲੱਗਦੀ ਆ, ਜਿੱਦਾਂ ਮੈਨੂੰ ਅਨੁਭਵ ਹੋਇਆ ਵੀ ਅਸੀਂ ਪੰਜਾਬੀ ਕਲਚਰ ਤੇ ਸਿੱਖ ਕਲਚਰ ਨੂੰ ਥੋੜਾ ਰਲਗੜ ਜਿਹਾ ਹੋਊਗਾ ਲੱਗਦਾ ਜੇ ਸੁਣਨ ਵਾਲੇ ਨੇ। ਮੈਨੂੰ ਲੱਗਦਾ ਜੇ ਪੰਜਾਬੀ ਕਲਚਰ ਆਪਣੇ ਆਪ ਦੇ ਵਿੱਚ ਕੋਈ ਕਲਚਰ ਨਹੀਂ ਹੈ ਜਿੱਦਾਂ ਮੈਂ ਸਮਝਦਾ। ਇਹ ਅਸੀਂ ਨਾਂ ਲੈ ਲਿਆ, ਸਾਰੇ ਵਰਦੇ ਇਸੇ ਨੂੰ ਹੀ ਆ। ਪੰਜਾਬ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਹੋਰ ਵੀ ਧਰਮਾਂ ਦੇ ਬੰਦੇ ਰਹਿੰਦੇ ਆ। ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜੇ ਸੱਭਿਆਚਾਰ ਪੈਦਾ ਹੁੰਦੇ ਆ ਉਹ ਕਿਸੇ ਅਸੂਲਾਂ ਵਿੱਚੋਂ ਪੈਦਾ ਹੁੰਦੇ ਆ। ਜਿੱਦਾਂ ਕ੍ਰਿਸਚੀਅਨ ਕਲਚਰ ਆ, ਇਸਲਾਮਿਕ ਕਲਚਰ ਉਹਨੂੰ ਕਹਿੰਦੇ ਆਪਣੇ, ਉਹਨਾਂ ਦੇ ਅਸੂਲਾਂ ਵਿੱਚੋਂ, ਉਹਨਾਂ ਦੇ ਧਰਮ ਗ੍ਰੰਥਾਂ ਦੇ ਬੇਸ ਤੇ ਪੈਦਾ ਹੁੰਦੇ ਆ। ਏਦਾਂ ਹੀ ਜਿਹੜਾ ਹਾਂਜੀ ਏਦਾਂ ਜਿਹੜਾ ਅਸੀਂ ਇਹ ਸਮਝਦੇ ਪੰਜਾਬੀ ਕਲਚਰ, ਜੇ ਇਹ ਸਾਰੇ ਧਰਮਾਂ ਦਾ ਇਕੱਠ ਕਰ ਲਈਏ ਉਹਨੂੰ ਪੰਜਾਬੀ ਕਲਚਰ ਕਹਿੰਦੇ, ਏਦਾਂ ਹੋ ਨਹੀਂ ਸਕਦੀ। ਉਹ ਸਾਰੇ ਆਪੋ ਆਪਣੇ ਵੱਖੋ ਵੱਖਰੇ ਜਿਹੜੇ ਉਹਨਾਂ ਦੇ ਸੱਭਿਆਚਾਰ ਆ ਉਹਦੇ ਮੁਤਾਬਕ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਆ। ਇਹ ਪੰਜਾਬੀ ਕਲਚਰ ਨਹੀਂ ਕਹਿ ਸਕਦੇ ਉਹਨੂੰ। ਲੋਕਾਂ ਦਾ ਆਮ ਦਾ ਰਲਿਆ ਮਿਲਿਆ ਜਾਂ ਰਲਗੜ ਜਿਹਾ ਹੋ ਸਕਦਾ। ਵੀ ਸਿੱਖਾਂ ਦਾ ਜਿਹੜਾ ਸੱਭਿਆਚਾਰ ਆ ਇਹ ਸਿਰਫ ਤੇ ਸਿਰਫ ਇਹ ਸ਼ੁਰੂ ਗੁਰੂ ਸਾਹਿਬ ਜੀ ਦੇ ਨਾਲ ਹੀ ਹੋਇਆ। ਇਹ ਪਹਿਲਾਂ ਉੱਥੇ ਕੋਈ ਨਹੀਂ ਸੀ ਹੁੰਦਾ। ਇਹ ਕਲਚਰ ਸਿੱਖਾਂ ਦਾ ਜਿਹੜਾ ਕਲਚਰ ਦਾ ਆਪਣਾ ਬੇਸ ਆ ਇਹ ਗੁਰੂ ਗ੍ਰੰਥ ਸਾਹਿਬ ਆ, ਗੁਰੂ ਜੀ ਆ। ਉਸ ਬੇਸ ਦੇ ਉੱਪਰ ਹੀ ਇਹ ਸਭ ਕੁਝ ਪੈਦਾ ਹੁੰਦਾ। ਜਿੱਦਾਂ ਭੈਣ ਜੀ ਨੇ ਦੱਸਿਆ, ਇਹ ਕੋਈ ਬਾਕੀਆਂ ਨੂੰ ਤਾਂ ਹੀ ਵੱਖਰਾ ਹੈ। ਬਾਕੀਆਂ ਨੂੰ ਪੰਜਾਬੀ ਕਲਚਰ ਮੇਰੇ ਖਿਆਲ 'ਚ ਕਹਿਣਾ ਇੰਨਾ ਫੱਬਦਾ ਨਹੀਂ ਮੇਰੇ ਖਿਆਲ 'ਚ। ਜੇ ਕਹੀਏ ਬਾਕੀ ਪੰਜਾਬੀ ਕਲਚਰ ਹੈ ਉਹ 'ਚ ਬਹੁਤ ਕੁਛ ਰਲ ਕੱਢਿਆ। ਮੇਨਲੀ ਜਿਹੜਾ ਆਪਾਂ ਗੱਲਾਂ ਕਰਦੇ ਹਾਂ ਉਹ 'ਚ ਵਿਪਰਿਆ ਹੋ ਰਿਹਾ, ਜਿੱਥੇ ਸਿੱਖੀ ਆਪਣੇ ਸੱਭਿਆਚਾਰ ਨੂੰ ਧੱਕਾ ਲੱਗਦਾ, ਜਿਹੜਾ ਗੰਦੇ ਗੀਤ ਹੋਰ ਹੋਏ, ਇਹ ਬਹੁਤ। ਚਲੋ ਉਧਰ ਆਪਾਂ ਨਹੀਂ ਜਾਂਦੇ। ਤੇ ਦੂਸਰੀ ਮੈਂ ਗੱਲ ਕਰਨੀ ਸੀ ਵੀ ਇਹਦੇ ਬਾਰੇ ਥੋੜ੍ਹਾ ਆਪਾਂ ਨੂੰ ਸਪਸ਼ਟੀਕਰਨ ਕਰਨਾ ਚਾਹੀਦਾ ਵੀ ਉਹਨੂੰ ਪੰਜਾਬੀ ਕਲਚਰ ਮੇਰੇ ਖਿਆਲ 'ਚ ਕਹਿਣਾ ਬਹੁਤਾ ਫੱਬਦਾ ਨਹੀਂ, ਚੰਗਾ ਨਹੀਂ, ਫਿੱਟ ਨਹੀਂ ਆ ਰਿਹਾ। ਤੇ ਬਾਕੀ ਗੱਲ ਕੀਤੀ ਕਿ ਭਾਈ ਸਾਹਿਬ ਨੇ ਰਹਿਤ ਮਰਜ਼ਾਦਾ ਦੀ, ਮੇਰੇ ਖਿਆਲ ਦੇ ਵਿੱਚ ਸਿੱਖਾਂ ਵਾਸਤੇ
ਸਦੀਆਂ ਪੁਰਾਣੀ ਰਹਿਤ ਮਰਜ਼ਾਦਾ ਚੱਲੀ ਆਉਂਦੀ ਆ, ਉਹ ਹੈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ। ਬਹੁਤ ਵਧੀਆ ਉਹਦੇ ਮੁਤਾਬਕ ਜਦੋਂ ਆਹ ਕਿਤਾਬਚਾ ਨਹੀਂ ਸੀ, ਉਦੋਂ ਵੀ ਸਿੱਖ ਜੀਵਨ ਜੀ ਰਹੇ ਸੀਗੇ। ਉਹਨਾਂ ਦੇ ਕੋਲ ਆਹ ਜਿਹੜੀ ਕਿਤਾਬਚਾ ਬਣਿਆ 15 ਸਾਲ ਲਾ ਕੇ 32 ਤੋਂ ਲੈ ਕੇ 45 ਤਾਈਂ, ਜੇ ਕੋਈ ਜਿਹੜੀ 20-22 ਪੇਜ ਦਾ ਕਿਤਾਬਚਾ 15 ਸਾਲ ਇਹ ਲੱਗਦਾ ਉੱਥੇ ਗੜਬੜ ਸੀ। ਬੰਦਿਆਂ ਨੇ ਮਗਰੋਂ ਨਹੀਂ ਆ ਕੇ ਇੱਕ ਦੂਜੇ ਨੂੰ ਕਹਿ ਕੇ ਚਲੋ ਛੱਡੋ ਜੀ ਛੱਡੋ ਜੀ ਛੱਡੋ ਜੀ, ਆਪਾਂ ਉਧਰ ਨਹੀਂ ਜਾਣਾ। ਇਹ ਤਾਂ ਬਣਾਇਆ ਸੀ, ਇਹ ਸਿੱਖ ਦੀ ਰਹਿਤ ਮਰਜ਼ਾਦਾ ਸਿੱਖੀ ਅਸੂਲਾਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਬਿਲਕੁਲ ਨਹੀਂ ਬਣੀ, ਇਹ ਸਭ ਨੂੰ ਪਤਾ ਆ। ਪਰ ਆਪਾਂ ਉਧਰ ਨਹੀਂ ਜਾਈਏ। ਸਭ ਤੋਂ ਵੱਡੀ ਚੀਜ਼ ਹੈ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੀ ਰਹਿਤ ਮਰਜ਼ਾਦਾ ਹੋਣੀ ਚਾਹੀਦੀ ਆ। ਜੇ ਕੋਈ ਖਰੜਾ ਤਿਆਰ ਕਰਨਾ ਤੇ ਜਿਹੜਾ ਉਹਦੇ ਬਿਲਕੁਲ ਬਾਹਰ ਨਾ ਜਾਵੇ, ਉਹ ਠੀਕ ਹੋ ਸਕਦਾ। ਮੇਰੇ ਇੰਨੇ ਕੇ ਵਿਚਾਰ ਸੀ ਵਿੱਚ। ਜੇ ਹੋਰ ਸੋਧ ਕਰਨੀ ਭੈਣ ਜੀ ਕਰ ਸਕਦੇ ਆ, ਮੈਂ ਸਿਰਫ ਉਦਾਂ ਹੀ ਅਨੁਭਵ ਜਿਹਾ ਕੀਤਾ ਦਾ। ਠੀਕ ਹੈ, ਥੈਂਕ ਯੂ ਜੀ। ਮੋਰ ਆਫ ਏ ਕਮੈਂਟਸ। ਬਹੁਤ ਸੋਹਣਾ ਜੀ। ਹਾਂਜੀ, ਗੁਲਬਰਗ ਸਿੰਘ ਬਾਸੀ ਜੀ। ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਭੈਣ ਜੀ ਤੁਸੀਂ ਇੰਨੇ ਸੋਹਣੇ ਤਰੀਕੇ ਨਾਲ ਗੁਰਬਾਣੀ ਦੇ ਰੈਫਰੈਂਸ ਦੇ ਕੇ ਹਰ ਪੁਆਇੰਟ ਤੇ ਗੁਰਬਾਣੀ ਦਾ ਕੋਟ ਕਰਕੇ ਨਾ ਇੰਨੇ ਸੋਹਣੇ ਤਰੀਕੇ ਨਾਲ ਸਿੱਖੀ ਕਲਚਰ ਪ੍ਰੈਜ਼ੈਂਟ ਕੀਤੀ ਹੈ। ਆਪ ਜੀ ਦਾ ਬਹੁਤ ਧੰਨਵਾਦ। ਐਂਡ ਵੈਰੀ ਕਲੀਅਰਲੀ ਇਹ ਸਿੱਖੀ ਕਲਚਰ ਆਪ ਜੀ ਨੇ ਬੜੇ ਪਿਆਰ ਨਾਲ ਦੱਸਦਾ ਕਿ ਬੰਦਾ ਪੈਦਾ ਹੁੰਦਾ ਸਿੱਖ ਨਹੀਂ। ਉਹ ਜਿਹੜਾ ਬੰਦਾ ਸਿੱਖ ਘਰ ਦੇ ਵਿੱਚ ਪੈਦਾ ਹੋ ਗਿਆ, ਜੇ ਉਹਦੀ ਕਲਚਰ ਦੇਖੀਏ ਤਾਂ ਉਹ ਸਿੱਖੀ ਕਲਚਰ ਨਹੀਂ ਜਦੋਂ ਤੱਕ ਉਹਨੇ ਬਾਣੀ ਪੜ੍ਹ ਕੇ ਅਪਣਾਈ ਨਹੀਂ। ਹਾਂਜੀ। ਔਰ ਸਿੱਖੀ ਕਲਚਰ ਉਹ ਹੈ। ਐਂਡ ਆਪ ਜੀ ਦਾ ਧੰਨਵਾਦ, ਬੜੇ ਪਿਆਰ ਨਾਲ ਸਿੱਖੀ ਕਲਚਰ ਦੇ ਸਿਗਨੀਫਿਕੈਂਟ ਇੰਪੋਰਟੈਂਟ ਪੁਆਇੰਟ ਲਿਆਂਦੇ ਹੈ। ਐਂਡ ਬਾਕੀ ਵੀਰਾਂ ਨਾਲੋਂ ਮੇਰਾ ਜ਼ਰੂਰ ਥੋੜਾ ਜਿਹਾ ਵੱਖ ਹੈਗਾ ਕਿ ਪੰਜਾਬੀ ਕਲਚਰ ਜਿਹਨੂੰ ਕਹਿੰਦੇ ਆ, ਆਪਣਾ ਆਪਣੇ ਵਿਚਾਰ ਹੋਣੇ ਆ ਸਾਰਿਆਂ ਦੇ, ਲੇਕਿਨ ਮੇਰੇ ਵਿਚਾਰ ਦੇ ਵਿੱਚ ਜਿਹਨੂੰ ਅਸੀਂ ਪੰਜਾਬੀ ਕਲਚਰ ਕਹਿੰਦੇ ਡਿਫਰੈਂਟ ਦੈਨ ਸਿੱਖੀ ਕਲਚਰ ਹੈਗੀ ਆ, ਉਹ ਹੈਗੀ ਕਿ ਜੋ ਲੋਕੀ ਉੱਥੇ ਸੁਸਾਇਟੀ ਆਪਣੇ ਰੀਤੀ ਰਿਵਾਜ 'ਚ ਲੱਗੇ ਹੋਏ ਆ, ਕਦੇ ਲੋਹੜੀ ਬਣਾ ਲਈ ਤੇ ਕਦੇ ਹੋਲੀ ਬਣਾ ਲਈ, ਉਹ ਉਹਨਾਂ ਦੀ ਕਲਚਰ ਆ। ਉਹ ਕਿਸੇ ਨੇ ਰੱਖੜੀ ਬੰਨ੍ਹਦੀ ਜਾਂ ਕਿਸੇ ਨੇ ਕੁਝ ਹੋਰ ਕਰਤਾ, ਉਹਨਾਂ ਦੀ ਕਲਚਰ ਆ। ਐਂਡ ਦੈਟਸ ਪੰਜਾਬ ਦੇ ਵਿੱਚ ਸਾਰੇ ਹੀ ਇਕੱਠੇ ਹੋ ਕੇ ਹੀ ਕਰੀ ਜਾਂਦੇ ਆ। ਉਹ ਚਾਹੇ ਧਰਮ ਬੇਸ ਹੋਵੇ ਜਾਂ ਨਾਨ ਧਰਮ ਬੇਸ ਹੋਵੇ, ਉੱਥੇ ਸਾਰੇ ਹੀ ਲੋਕੀ ਇਕੱਠੇ ਹੋ ਕੇ ਹੋਲੀ ਖੇਡਣ ਲੱਗ ਪੈਂਦੇ ਆ। So you might call that a Punjabi culture, which is absolutely different than ਜੋ ਕੁਛ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ। ਐਂਡ ਭੈਣ ਜੀ ਨੇ ਬੜੇ ਸੁਚੱਜੇ ਤਰੀਕੇ ਨਾਲ ਉਹਨੂੰ ਐਕਸਪਲਿਸਿਟ ਤਰੀਕੇ ਨਾਲ ਸਾਨੂੰ ਦੱਸਿਆ। ਐਂਡ ਭੈਣ ਜੀ ਸੋ ਮਚ ਥੈਂਕ ਯੂ ਕਿ ਜਦੋਂ ਆਪ ਜੀ ਨੇ ਦੱਸਤਾ ਕਿ ਸਿੱਖਾਂ ਲਈ ਸਾਡੀ ਕਲਚਰ, ਸਾਡਾ ਨਿਤਨੇਮ ਤਾਂ ਪਹਿਲੇ 13 ਪੰਨਿਆਂ ਦੇ ਉੱਤੇ ਹੈ। ਬਾਕੀ ਜਿਹੜੀ ਰਹਿਤ ਮਰਿਆਦਾ ਹੈ, ਇਹ ਤਾਂ ਆਪ ਜੀ ਨੇ ਜਿੱਦਾਂ ਦੱਸਿਆ, ਹੋਰ ਸੱਜਣਾ ਨੇ ਦੱਸਿਆ ਕਿ 20 ਸਾਲ ਤਾਂ ਉਹਨਾਂ ਨੂੰ ਨੈਗੋਸ਼ੀਏਟ ਕਰਦੇ ਨੂੰ ਲੱਗ ਗਏ। ਬਿਲਕੁਲ। ਇੱਕ ਵਾਰ ਜੇ ਕਿਤੇ ਕੋਈ ਚੀਜ਼ ਇੱਕ ਸਫਾਈ ਤਰੀਕੇ ਨਾਲ ਪਈ ਹੁੰਦੀ ਤਾਂ 20 ਸਾਲ ਕਾਹਦੇ ਲਈ ਨੈਗੋਸ਼ੀਏਟ ਕਰਨਾ ਪੈਣਾ ਸੀ। ਇਹਦਾ ਮਤਲਬ ਐਬਸੋਲੂਟਲੀ ਹੈ ਕਿ ਇਹ ਜਿਹੜੀ ਰਹਿਤ ਮਰਿਆਦਾ ਬਣਾਈ ਗਈ ਹੈ, ਇਹ ਗਿਵ ਐਂਡ ਟੇਕ ਨਾਲ ਹੈ। ਤੇ ਜਿਹਦਾ ਜ਼ੋਰ ਲੱਗ ਗਿਆ ਉਹਨੇ ਕਰ ਲਈ। ਜਿੱਦਾਂ ਅੱਜ ਸਾਨੂੰ ਨਾਨਕਸ਼ਾਹੀ ਕੈਲੰਡਰ ਨਹੀਂ ਕੋਈ ਅਪਣਾਉਣ ਦਿੰਦੇ, ਏਦਾਂ ਹੀ ਉਦੋਂ ਜਿਹੜੀ ਅਸਲੀ ਗੁਰਬਾਣੀ ਬੇਸ ਰਹਿਤ ਮਰਿਆਦਾ ਆ ਉਹ ਨਹੀਂ ਅਪਣਾਉਣ ਦਿੱਤੀ। ਇਟਸ ਵੈਰੀ ਸਿੰਪਲ। ਜਦੋਂ ਕਹਿ ਦਿੰਦੇ ਮੇਰੇ ਵੀਰ ਕਈ ਵਾਰ ਇਹ ਜੀ ਪੰਥ ਪ੍ਰਵਾਨਿਤ ਹੈ, ਰਹਿਤ ਮਰਿਆਦਾ ਆਪ ਲਿਖਦੀ ਹੈ ਕਿ ਸਾਰੇ ਪੰਥ ਨੂੰ ਕਦੇ ਵੀ ਇਹ ਵੋਟਿੰਗ ਲਈ ਨਹੀਂ ਭੇਜੀ ਗਈ। ਸਿਰਫ ਤੇ ਸਿਰਫ ਉਹ ਉਸ ਕਮੇਟੀ ਨੇ ਜੋ ਵੀ ਆਪਸ ਵਿੱਚ ਗਿਵ ਐਂਡ ਟੇਕ ਕਰਕੇ ਲਿਖ ਦਿੱਤਾ, ਉਹ SGPC ਦੀ ਕਮੇਟੀ ਕੋ ਪੇਸ਼ ਕਰ ਦਿੱਤਾ। ਉਹ ਹਾਲਾਂਕਿ ਰਹਿਤ ਮਰਿਆਦਾ 'ਚ ਨਹੀਂ ਲਿਖਿਆ, ਲੇਕਿਨ ਅਸਿਊਮਡ ਹੈ ਕਿ SGPC ਦੀ ਕਮੇਟੀ ਨੇ ਉਹਨੂੰ ਠੱਪਾ ਲਾਤਾ ਤੇ ਕਹਿ ਦਿੱਤਾ ਪੰਥ ਪ੍ਰਵਾਨਿਤ। ਕਦੇ ਵੀ ਇਹ ਵੋਟਿੰਗ ਲਈ ਨਹੀਂ ਭੇਜੀ ਗਈ। ਸੋ ਸਾਡੇ ਅੰਮ੍ਰਿਤਸਰ ਤੋਂ ਬਥੇਰੇ ਝੂਠ ਬੋਲੇ ਜਾਂਦੇ ਆ ਅਕਾਲ ਤਖਤ ਦੀ ਸੀਟ ਦਾ ਬੈਨੀਫਿਟ ਲੈ ਕੇ। ਦਿਸ ਇਜ਼ ਵਨ ਆਫ ਦੈਟ ਝੂਠ। ਐਂਡ ਇੱਕ ਮੈਂ ਹੋਰ ਬੇਨਤੀ ਕਰਦਾ, ਭੈਣ ਜੀ ਨੇ ਬੜੇ ਪਿਆਰ ਨਾਲ ਦੱਸਤਾ ਵੀ ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਰਹਿਣੀ ਚਾਹੀਦੀ ਹੈ।
ਲੇਕਿਨ ਵੀਰ ਜੀ ਆਪ ਪਹਿਲਾਂ ਵੀ ਮੇਰੇ ਤੋਂ ਸਜਣਾ ਨੇ ਬੜੇ ਪਿਆਰ ਨਾਲ ਦੱਸਿਆ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬੰਦੇ ਗੁਰਬਾਣੀ ਦੀ ਰਹਿਤ ਮਰਿਆਦਾ ਨੂੰ ਨਹੀਂ ਅਪਣਾ ਰਹੇ। ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹੜਾ ਸਿੱਖਾਂ ਦਾ ਸੈਂਟਰ ਕਿਹਾ ਜਾਂਦਾ, ਕਹੌਤੀ ਸੈਂਟਰ, ਉੱਥੇ ਬੀਬੀਆਂ ਭੈਣਾਂ ਨੂੰ ਕੀਰਤਨ ਕਰਨੇ ਦੀ ਆਗਿਆ ਨਹੀਂ ਹੈ। ਔਰ ਫਿਰ ਅਸੀਂ ਸਾਰੇ ਜਣੇ ਆਲੇ ਦੁਆਲੇ ਅਬਰੋਡ ਕਹਿੰਦੇ ਆ ਕਿ ਜੀ ਸਾਡੇ ਸਿੱਖੀ ਵਿੱਚ ਜੈਂਡਰ ਇਕੁਆਲਿਟੀ ਹੈ। ਸੋ ਸਾਡੇ ਜਿਹੜੇ ਮੋਹਰੀ ਆ ਉਹੀ ਸਿੱਖ ਨਹੀਂ। ਠੀਕ ਹੈ। ਸਾਡੀ ਰੀਅਲ ਚੀਜ਼ ਹੈ ਜੋ ਕੁਝ ਭੈਣ ਜੀ ਕਹਿ ਗਏ ਆ ਨਾ ਕਿ ਸਾਨੂੰ ਆਪ ਹਰੇਕ ਬੰਦੇ ਨੂੰ ਸਿੱਖ ਬਣਨਾ ਪੈਣਾ। ਪਹਿਲਾਂ ਸਿੱਖ ਬਣਨਾ ਪੈਣਾ, ਫਿਰ ਅਸੀਂ ਰੋਲ ਮਾਡਲ ਬਣ ਸਕਦੇ ਹਾਂ। ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਰਾਹ ਤੇ ਲਾ ਸਕਦੇ ਹਾਂ। ਜਦੋਂ ਤੱਕ ਅਸੀਂ ਨਹੀਂ ਸਿੱਖ ਬਣੇ, ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਐਂਡ ਅਸੀਂ ਦੂਜਿਆਂ ਦੇ ਉੱਤੇ ਜਦੋਂ ਕਹਿ ਲਓ ਜੱਜਮੈਂਟ ਪਾਸ ਕਰਦੇ ਹਾਂ, ਐਬਸੋਲੂਟਲੀ ਨਾਟ ਏ ਸਿੱਖੀ ਪ੍ਰੋਸੈਸ। ਆਪਣੇ ਆਪ ਨੂੰ ਠੀਕ ਕਰੋ। I think ਅਸੀਂ ਥੋੜਾ ਜਿਹਾ ਜਿੰਨੇ ਵੀ ਮੈਂ ਕੁਐਸਚਨ ਕਰਨ ਵਾਲੇ ਨੂੰ, ਅਸੀਂ ਟੌਪਿਕ ਤੇ ਥੋੜਾ ਜਿਹਾ ਵਿਸ਼ੇ ਤੇ ਰਹੀਏ। ਅਸੀਂ ਕਾਫੀ ਅੱਗੇ ਪਿੱਛੇ ਹੋ ਜਾਂਦੇ ਆ। ਪਲੀਜ਼ ਅਸੀਂ, ਮੈਨੂੰ ਪਤਾ ਹੈ ਕਿ ਇਹ ਵਿਸ਼ੇ ਬਹੁਤ ਹੈਗੇ ਆ, ਔਰ ਜੇ ਇਹਨਾਂ ਤੇ ਖੋਲ ਦਿੱਤੀ ਜਾਏ ਤਾਂ we can have discussions for days together। ਹਾਂਜੀ, ਬਹੁਤ ਧੰਨਵਾਦ ਜੀ। ਇਸ ਕਰਕੇ ਅਸੀਂ ਜਿਹੜਾ ਟੌਪਿਕ ਆ ਉਹਨਾਂ ਵਿਸ਼ੇ ਤੇ ਰਹੀਏ। ਸੋ ਮੇਰੇ ਕੋ ਅਜੇ ਵੀ ਕੁਐਸਚਨ ਥੋੜੇ ਕਰ ਲਿਆ। ਜੋਗਿੰਦਰ ਸਿੰਘ ਢਿੱਲੋਂ ਜੀ, ਭੱਲਾ ਸਾਹਿਬ, ਮੈਂ ਵੀ ਲੈਣਾ। ਭੱਲਾ ਸਾਹਿਬ ਤੁਸੀਂ ਪਹਿਲੇ ਕਰ ਲਓ। ਹੈਲੋ ਡਾਕਟਰ ਆਰ ਐਸ ਭੱਲਾ। ਹੈਲੋ। ਹਾਂਜੀ 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 ਹਾਂਜੀ। ਹੈਲੋ। ਹਾਂ ਬੋਲੋ। ਕਿੱਥੇ ਹੋ ਤੁਸੀਂ? ਹਾਂਜੀ ਹਾਂਜੀ। ਕਿੱਥੇ ਭੈਣ? ਦੇਖੋ ਤੁਹਾਡੀ ਉਹਨਾਂ ਦੀ ਪਿਕਚਰ ਨਹੀਂ ਆ ਰਹੀ। ਹਾਂ, ਪਿਕਚਰ ਨਹੀਂ ਆ ਰਹੀ। ਤੁਹਾਡੀ ਪਿਕਚਰ ਨਹੀਂ ਆ ਰਹੀ। ਹਾਂਜੀ, ਤੁਸੀਂ ਆਪਣਾ ਵੀਡੀਓ ਔਨ ਕਰ ਲਓ ਨਾ। ਤੁਸੀਂ ਆਪਣਾ ਵੀਡੀਓ ਔਨ ਕਰ ਲਓ। ਹਾਂਜੀ, ਹੁਣ ਆ ਗਈ। ਭਾਈ ਅੱਛਾ, ਮੇਰਾ ਤਾਂ ਇੱਕੋ ਸਵਾਲ ਹੈ ਜੀ ਜੀ। ਸਵੇਰੇ ਅਸੀਂ ਜਦ ਪਾਠ ਕਰਦੇ ਹਾਂ ਜੀ, ਉਹਦੇ ਵਿੱਚ ਜਾਪ ਸਾਹਿਬ ਤੇ ਸਵਈਏ ਇਹ ਆਉਂਦੇ ਨਹੀਂ ਆਉਂਦੇ? ਨਹੀਂ ਜੀ, ਅਸੀਂ ਫਿਰ ਅੱਗੇ ਚਲੇ ਗਏ ਆ। ਅਸੀਂ ਫਿਰ ਨਹੀਂ ਜੀ, ਨਹੀਂ, ਅਸੀਂ ਫਿਰ ਡਾਇਵਰਟ ਕਰੀ ਜਾ ਰਹੇ ਹਾਂ। ਨਹੀਂ ਵੀਰ ਜੀ, ਕਲੀਅਰ ਦੇਖੋ, ਕਲੀਅਰ ਕਰਨਾ ਹੈ। ਆਪਾਂ ਦੱਸਿਆ ਬੜੀ ਵਾਰੀ, ਵੀਰ ਜੀ ਨੇ ਵੀ ਦੱਸਤਾ, ਹੁਣੇ ਗੁਲਵਰਗ ਭਾਜੀ ਵੀ ਦੱਸ ਕੇ ਪਹਿਲਾਂ ਪਹਿਲੇ 13 ਪੰਨੇ ਤੁਹਾਡਾ ਨਿਤਨੇਮ ਹੈ। ਜਪਜੀ ਪੜਨਾ ਸਵੇਰੇ, ਦੈਟਸ ਆਲ। ਉਹ ਜਿਹੜਾ ਹੋਰ ਕੁਝ ਵੀ ਦੱਸਦੇ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਵੀ ਨਹੀਂ ਹੈ। ਹੋਰ ਓਨਲੀ ਸਾਡਾ ਇੱਕ ਪੰਥ, ਇੱਕ ਗ੍ਰੰਥ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ। ਉਹ ਸਾਡੇ ਗੁਰੂ ਗ੍ਰੰਥ ਸਾਹਿਬ। ਉੱਥੇ ਸਭ ਖਜ਼ਾਨਾ ਹੈ। ਸਾਨੂੰ ਕਿਤੇ ਹੋਰ ਭਟਕਣ ਦੀ ਲੋੜ ਨਹੀਂ ਹੈ। ਇਹਨੂੰ ਭੁੱਲ ਜਾਓ, ਇਹਨੂੰ ਭੁੱਲ ਜਾਓ। ਪਾਠ ਨਹੀਂ ਹੈ। ਨਹੀਂ, ਕੀ ਕਹਿ ਰਹੇ ਹੋ ਜੀ? ਉਹਦੇ ਵਿੱਚ ਨਹੀਂ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਜਾਪ ਤੇ ਸਵਈਏ ਜਿਹੜੇ ਲਿਖੇ ਹੋਏ, ਜਾਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ। ਉਹ ਕਵੀ ਰਾਮ ਸ਼ਾਮ ਦੀ ਬਾਣੀ ਹੈ। ਹਾਂਜੀ, ਉਹ ਕਵੀ ਰਾਮ ਸ਼ਾਮ ਨੇ ਲਿਖਿਆ ਹੋਇਆ ਹੈ। ਮਾਰਕੰਡੇ ਪੁਰਾਣ ਦੇ ਉੱਤੇ ਤਰਜ਼ ਤੇ ਪੜ੍ਹ ਲੈਣਾ ਜੀ। ਮੈਂ ਹੁਣ ਓਡੀਆਂ ਲੰਬੀਆਂ ਹੋਰ ਪੜ੍ਹਨਾ ਨਾ ਖੋਲਾਂ। ਠੀਕ ਹੈ ਜੀ, ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ। ਚਲੋ ਜੀ, ਢਿੱਲੋਂ ਸਾਹਿਬ ਤੁਸੀਂ ਫਟਾਫਟ। ਹਾਂਜੀ, ਮੈਂ 1 ਮਿੰਟ ਤੋਂ ਵੱਧ ਨਹੀਂ ਲੈਣਾ। ਮੇਰਾ ਕਮੈਂਟ ਆ, ਦੇਖੋ ਇਹ ਬੜੀਆਂ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਹੁਣ ਮੈਂ ਸੁਣ ਰਿਹਾ ਤੇ ਸੁਣ ਕੇ ਦੇਖ ਲਿਆ ਬਈ ਇਹ ਅਖੀਰ ਚ ਮੈਂ ਜੋ ਕਮੈਂਟ ਹੈ ਮੇਰਾ ਇਹ ਬਈ ਇਹ ਇੱਕ ਸਾਡੀ ਧਾਰਮਿਕ ਤੌਰ ਤੇ ਨਸਲ ਕੁਸ਼ੀ ਹੋ ਰਹੀ ਆ। ਜਿਹੜਾ ਸੱਭਿਆਚਾਰ ਇਹ ਉਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਤੋਂ ਬਿਨਾਂ ਜੇ ਆਪਾਂ ਪਾਸੇ ਗਏ, ਇਹ ਤੁਹਾਡੀ ਨਸਲ ਕੁਸ਼ੀ ਆ। ਜਿੱਦਾਂ ਕਿ ਸਾਡੇ ਰਾਗਮਾਲਾ ਗਲ ਪਾਈ, ਸਾਡੇ ਦੂਸਰਾ ਜਿਹੜਾ 10 ਗ੍ਰੰਥ ਗਲ ਪਾਇਆ, ਹੋਰ ਵੀ ਜੋ ਮੈਂ ਉਹਦੇ ਹੁਣ ਬਹੁਤ ਵਿਸਤਾਰ ਚ ਨਹੀਂ। ਇਹ ਤੁਹਾਡੀ ਇੱਕ ਨਸਲ ਕੁਸ਼ੀ ਜਿਹੜੀ ਆ ਉਹ ਓਦਾਂ ਸਰੀਰਕ ਤੌਰ ਤੇ ਨਹੀਂ ਕਰ ਸਕੇ ਤੇ ਇਹ ਧਾਰਮਿਕ ਤੌਰ ਤੇ ਕਰਦੀ ਉਹਨਾਂ ਦੀ ਸਾਰੀ ਸਾਜ਼ਿਸ਼ ਆ। ਇਹਨੂੰ ਸੱਭਿਆਚਾਰ ਨਾਲ ਨਾ ਜੋੜੋ, ਇਹ ਬਾਹਰ ਰਹਿਣ ਦੀ। ਹਾਂਜੀ,
ਇਹ ਆਈਡੀਓਲੋਜੀ ਦਾ ਕਤਲ ਹੈ ਜੀ ਸਾਡੀ। ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੇ ਸ਼ਰੀਰਾਂ ਨੂੰ ਨਹੀਂ ਮਾਰ ਸਕਦੇ, ਉਹ ਆਈਡੀਓਲੋਜੀ ਤੇ ਆ ਗਿਆ। ਉਹਨਾਂ ਨੇ ਗੁਰੂ ਗ੍ਰੰਥ ਦਾ ਸ਼ਰੀਕ ਅੱਗੇ ਖੜਤਾ। ਹੁਣ ਉਹ ਤੁਲਸੀ ਦੀ ਮਾਂ ਨੇ ਪਤਾ ਨਹੀਂ ਕਿਹੜੀ ਰਮਾਇਣ ਲਿਖ ਕੇ ਅੱਗੇ ਮਾਰ ਦਿੱਤੀ ਹੈ ਮੋਦੀ ਦੇ ਸਾਹਮਣੇ। ਸੋ ਸਾਨੂੰ ਅੱਜ ਸਾਰਿਆਂ ਨੂੰ, ਤੁਹਾਨੂੰ ਸਭ ਨੂੰ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਹੈ ਕਿ ਇਸ ਬਚਿੱਤਰ ਨਾਟਕ ਦੇ ਖੜੇ ਹੋ ਕੇ ਪਹਿਰਾ ਦਿਓ ਕਿ ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ, ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਸ਼ੋਸ਼ਾ ਇਹ ਲੈ ਕੇ ਨਾ ਆ ਸਕਣ। ਇਹ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਨਾਲ ਇਸ ਕੂੜ ਗੰਦ ਗ੍ਰੰਥ ਨੂੰ ਜੋੜ ਰਿਹਾ ਹੈ, ਵਿਚ ਇਜ਼ ਅ ਪੋਰਨੋ ਬੁੱਕ। ਇਹਦਾ ਪਰਤ ਦਰ ਪਰਤ ਖੁੱਲ ਚੁੱਕਿਆ ਹੈ। ਸਿੰਘ ਨਾਲ ਰੇਡੀਓ ਤੋਂ ਸਾਡੇ ਵੀਰ ਰੋਜ਼ ਇਹਦੀ ਹੈਗੀ ਹੈ, ਇਹਦੇ ਅਧਿਆਏ ਦਰ ਅਧਿਆਏ ਦੱਸਦੇ ਕੀ ਗੰਦ ਲਿਖਿਆ ਪਿਆ ਹੈ। ਸਰਦਾਰ ਜਸਵੰਤ ਸਿੰਘ ਇਸਮਾਇਲਾਬਾਦ ਨੇ ਪੂਰਾ YouTube ਤੇ ਪਾਇਆ ਹੋਇਆ ਹੈ। ਇਹ ਕੁਝ ਵੀ ਨਹੀਂ ਸੀ 1887 ਚ ਕਿਸੇ ਨੇ ਲਿਖਿਆ ਨਾ ਬਿਪਰਾਂ ਨੇ ਗੋਰਿਆਂ ਦੇ ਨਾਲ ਰਲ ਕੇ, ਕਿਉਂਕਿ ਇਹਨਾਂ ਨੂੰ ਤੇ ਖਤਰਾ ਸਾਰਾ ਸਿੱਖੀ ਤੋਂ। ਹੁਣ ਜੇ ਸਿੱਖੀ ਕਾਮਯਾਬ ਹੋ ਗਈ, ਸਾਰਾ ਕੋਈ ਸ਼ੂਦਰ ਨਾ ਰਿਹਾ, ਕੋਈ ਬਨੀਆ ਨਾ ਰਿਹਾ, ਕੋਈ ਬਾਹਮਣ ਪੰਡਿਤ ਨਾ ਰਿਹਾ, ਜੱਟ ਨਾ ਰਿਹਾ, ਚੂੜਾ ਨਾ ਰਿਹਾ, ਸਾਰੇ ਸਿੱਖ ਹੋ ਗਏ, ਸਾਰੇ ਸਿਆਣੇ ਹੋ ਗਏ, ਤੇ ਇਹਨਾਂ ਦਾ ਹਲਵਾ ਮਾਂਡਾ ਕਿੱਦਾਂ ਚੱਲਣਾ? ਉਹਨਾਂ ਦੇ ਬਿਜ਼ਨਸ ਦੇ ਉੱਤੇ ਬੜਾ ਵੱਡਾ ਹਮਲਾ, ਇਸ ਕਰਕੇ ਉਹ ਸਾਨੂੰ ਮਾਰ ਰਹੇ ਨੇ ਹਰ ਪਾਸਿਓਂ। ਆਈਡੀਓਲੋਜੀ ਦਾ ਕਤਲ ਕਰਨਾ ਚਾਹ ਰਹੇ ਨੇ ਪਰ ਕਦੇ ਕਾਮਯਾਬ ਨਹੀਂ ਹੋਣਗੇ। ਇਹ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੱਚੀ ਹੋਣ ਦੇ ਨਾਤੇ ਇਹ ਚੈਲੰਜ ਹੈ ਕਿ ਜਦ ਤੱਕ ਗੁਰੂ ਗੋਬਿੰਦ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਦਾਤਾਰ ਦੇ ਬੱਚੇ ਜਿਉਂਦੇ ਨੇ, ਇਹ ਕਦੀ ਵੀ ਕਾਮਯਾਬ ਨਹੀਂ ਹੋ ਜਾਣੇ। ਇਹ ਬੇਸ਼ੱਕ ਅਸੀਂ 2 ਰਹਿ ਜਾਈਏ, ਭਾਈ ਬੋਤਾ ਸਿੰਘ, ਗਰਜਾ ਸਿੰਘ ਭਾਵੇਂ 4 ਰਹਿ ਜਾਈਏ, ਥੋੜੇ ਰਹਿ ਜਾਾਂਗੇ, ਪਰ ਇਹਨਾਂ ਨੂੰ ਕਦੀ ਕਾਮਯਾਬ ਨਹੀਂ ਹੋਣ ਦੇਵਾਂਗੇ, ਕਦੇ ਨਹੀਂ। ਥੈਂਕ ਯੂ। ਡਾਕਟਰ ਪੱਟੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੈਟ ਬਾਕਸ ਚ ਲਿਖਿਆ ਸੀਗਾ, ਇਟ ਇਜ਼ ਐਨ ਐਕਸਲੈਂਟ ਪ੍ਰੈਜੈਂਟੇਸ਼ਨ। ਜੀ ਥੈਂਕ ਯੂ ਜੀ। I felicitate you for your informative talk. मैं सिर्फ एक गल ऐड करना या अपनी इंफॉर्मेशन वास्ते पूछना चाहूँ जी। जी जी जी। आप जी ने बड़ा अच्छा किया कि nobody is a Sikh by birth, और इसके लिए बड़ी वड्डी मेहनत करनी पैंदी है जी, और वो सिखी दे सारे असूल धर्म दे समझने और उन्हां ते चलना पैंदा है, गुरबाणी नूं पढ़ना समझना और अपने जीवन में ढालना, तां इसदा कोई असीं सिख बनदे हां। आई 100% एग्री विद यू जी। लेकिन एक मेरे मन छोटी जी गल आई है, तुसीं उस नूं बहुत सियाणे हो, दस सकदे हो ओहदा की जवाब होना चाहिए जी। मैनूं ये लगा भी जिस वक्त कोई छोटा बच्चे दा जन्म हुंदा है, उस वक्त मैनू कदी कदी ये लगता भी वो ते बॉर्न सिख है। क्यों? तुसी अगर सिख परिवार विच है और उसनू सिखिज्म दे असूल नहीं सिखांदे, तां वो नॉन सिख बनदा है। जे किसी हिंदू परिवार विच ओहदा जन्म होया तां वो कुछ सालां बाद ओहदा मुंडन कर दिंदे ने, उस तो इलावा उसनूं जनेऊ पवांदे या होर इहो जिहे काम करदे ने। इहो जिहियां हरकतां दूसरे धर्मां 'च भी हुंदियां ने। सो इहदा मतलब है कि ओरिजिनली व्हेन ही वाज द चाइल्ड वाज बोर्न ही वाज अ सिख, पर हिंदू या मुसलमान या किसी होर ने उसनूं ओहदी जिहड़ी शरीरक या केसां दी बनतर सी उसनूं डिस्टॉर्ट किया, ਉਹਨੂੰ ਮਿਊਟੀਲੇਟ ਕੀਤਾ, ਖਰਾਬ ਕਰਕੇ ਉਸ ਬੌਰਨ ਸਿੱਖ ਨੂੰ ਨਾਨ ਸਿੱਖ ਬਣਾਇਆ। ਸੋ ਦਿਸ ਇਜ਼ ਜਸਟ ਅ ਵਿਊ ਪੁਆਇੰਟ, ਔਰ ਇਹ ਤੁਹਾਡੇ ਵਿਚਾਰ ਨਾਲੋਂ ਕੰਟਰਾਡਿਕਟ ਨਹੀਂ ਕਰਦਾ, ਕਿਉਂਕਿ ਮੈਂ ਜਿੱਦਾਂ ਪਹਿਲੇ ਕਿਹਾ ਵੀ ਉਹ ਗੱਲ ਠੀਕ ਹੈ ਕਿ ਸਿੱਖ ਬਣਨਾ ਇੰਨਾ ਵੀ ਸੌਖੀ ਨਹੀਂ ਹੈ। ਜਿਸ ਤਰ੍ਹਾਂ ਕਿਹਾ ਵੀ ਖੰਡੇ ਦੀ ਧਾਰ ਤੇ ਕੰਡਿਓਂ ਤਿੱਖੀ ਤੇ ਵਾਲੋਂ ਨਿੱਕੀ, ਉਹ ਸਾਰੀਆਂ ਗੱਲਾਂ ਠੀਕ ਨੇ, ਪਰ ਜਿਹੜੇ ਮੇਰੇ ਮਨ ਥੋੜਾ ਜਿਹਾ ਕੁਐਸਚਨ ਅਰਾਈਜ਼ ਹੋਇਆ, एक से काइंडली दस दिओ। बाकी मैनू इस सारे संगत ने जिहड़ी ये गल कही है, तुसीं भी कहा कि जब तक घरां दे विच नहीं ये गल्लां माँ बाप तो शुरू नहीं हुंदी, तब तक किसी होर नूं दोष देना बेकार है। जी। वाहिगुरू जी का खालसा, वाहिगुरू जी। हाँ जी, तुहाडी गल बहुत वाजिब है डॉक्टर साहब। देखो ਉਹਦੀ ਬਣਤਰ ਜਦੋਂ ਬੱਚਾ ਜੰਮਦਾ ਹੈ ਤੇ ਅਸੀਂ ਉਹਨੂੰ ਉਹਦੇ ਸਰੀਰ ਨੂੰ ਸਾਬਤ ਸੂਰਤ ਰੱਖਦੇ ਹਾਂ, ਉਹਦਾ ਸਰੀਰ ਮਿਊਟੀਲੇਟ ਨਹੀਂ ਕਰਦੇ, ਉਹਦੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਹਾਂ, ਉਹਦੀ ਦਿੱਖ ਤਾਂ ਸਿੱਖ ਵਾਲੀ ਜ਼ਰੂਰ ਹੋਏਗੀ, ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੁਰਤ ਸਿੱਖ ਬਣਦੀ ਹੈ। ਸੁਰਤ ਜਿਹੜੀ ਸਾਡੀ ਸੁਰਤ ਹੈ ਨਾ, ਉਹਦਾ ਕੋਈ ਜੈਂਡਰ ਵੀ ਨਹੀਂ ਹੈ,
ਉਹਦਾ ਕੋਈ ਰੂਪ ਰੰਗ ਵੀ ਨਹੀਂ ਹੈ, ਉਹਦੀ ਕੋਈ ਜ਼ਾਤ ਵੀ ਨਹੀਂ, ਕਿਉਂਕਿ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਸਿੱਧਾ ਨੇ ਮਹਾਰਾਜ ਨੂੰ ਪੁੱਛਿਆ ਸੀ ਨਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਉਹ ਬੜੇ ਪੁੱਗੇ ਹੋਏ ਵਿਦਵਾਨ ਲੋਕ ਸਨ, ਉਹ ਐਵੇਂ ਨਹੀਂ ਸੀਗੇ, ਉਹ ਬੜੇ ਆਤਮਿਕ ਤੌਰ ਤੇ ਬੜੇ ਹੀ ਗਿਆਨਵਾਨ ਪੁੱਗੇ ਹੋਏ ਸਿੱਧ ਸਨ, ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ। ਜਦੋਂ ਸਾਹਿਬ ਦੇ ਨਾਲ ਉਹਨਾਂ ਦਾ ਡਿਸਕੋਰਸ ਚੱਲਿਆ ਹੈ, ਜਦੋਂ ਉਹਨਾਂ ਦੀ ਇਹ ਸਾਰੀ ਗੱਲਬਾਤ ਹੋਈ ਹੈ, ਤੇ ਮਹਾਰਾਜ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ। ਤੇ ਮਹਾਰਾਜ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹ ਮੇਰਾ ਜਵਾਬ ਨਹੀਂ, ਇਹ ਗੁਰੂ ਨਾਨਕ ਦਾ ਜਵਾਬ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਗੁਰਬਾਣੀ ਦੇ ਨਾਲ ਆਪਣੀ ਸੁਰਤ ਦੀ ਅੱਖ ਨੂੰ ਨਹੀਂ ਘੜਿਆ, ਜਾਂ ਮੈਂ ਆਪਣੀ ਸੁਰਤ ਨੂੰ ਗੁਰੂ ਨਾਨਕ ਦੇ ਬੋਲਾਂ ਨੂੰ ਸਮਰਪਣ ਨਹੀਂ ਕੀਤਾ, ਮੈਂ ਕਦੇ ਸਿੱਖ ਨਹੀਂ ਹੋ ਸਕਦੀ। ਬੇਸ਼ੱਕ ਮੇਰਾ ਸਰੀਰ ਮਿਊਟੀਲੇਟ ਨਹੀਂ ਕੀਤਾ, ਮੇਰੇ ਵਾਲ ਨਹੀਂ ਕੱਟੇ, ਕਿਉਂਕਿ ਬੜੇ ਜੋਗੀ ਵੀ ਜਟਾ ਜੂਟ ਹੁੰਦੇ ਸੀ, ਉਹ ਕਦੀ ਵਾਲ ਨਹੀਂ ਸੀ ਕੱਟਦੇ। ਬੜੇ ਮੁਸਲਮਾਨ ਵੀਰ ਨੇ, ਉਹਨਾਂ ਦੀਆਂ ਬੀਬੀਆਂ ਕਦੇ ਵਾਲ ਨਹੀਂ ਕੱਟਦੀਆਂ, ਕਿਉਂਕਿ ਉਹਨਾਂ ਨੂੰ ਵੀ ਮਨਾ ਸੀਗਾ। ਬੜੇ ਕ੍ਰਿਸਚਨ ਨੇ ਇੱਥੇ ਵੀ, ਉਹ ਕਹਿੰਦੇ ਸੀ ਜੀਸਸ ਵਰਗੇ, ਯੂ ਸ਼ੁਡ ਹੈਵ ਲੌਕਸ ਲਾਈਕ ਜੀਸਸ, ਯੂ ਸ਼ੁਡ ਨੈਵਰ ਡਿਸਆਨਰ ਯੋਰ ਹੇਅਰ। ਤੇ ਉਹਦੀ ਜਿਹੜੀ ਬਣਤਰ ਸਰੀਰ ਦੀ ਹੈ, ਉਹ ਤਾਂ ਰਹੇਗੀ ਸਿੱਖੀ ਵਰਗੀ, ਦਿਖਾਈ ਦੇਵੇਗੀ। ਜਿੱਦਾਂ ਅੱਜ ਬੜੇ, ਮਾਫ ਕਰਨਾ, ਬੜੇ ਹੀ ਤੁਹਾਨੂੰ ਲੋਕ ਅੱਜ ਸਿੱਖੀ ਵਰਗੇ, ਸਿੱਖੀ ਰੂਪ ਚ ਦਿਸਦੇ ਨੇ, ਜਿਨ੍ਹਾਂ ਦੀ ਹੁਣੇ ਗੱਲ ਕਰਕੇ ਹਟੇ ਆ। ਸ਼੍ਰੋਮਣੀ ਕਮੇਟੀ ਚ ਬੈਠੇ ਆ, ਅਕਾਲ ਤਖਤ ਤੇ ਬੈਠੇ ਆ, ਅੰਮ੍ਰਿਤਸਰ ਬੈਠੇ ਆ, ਰਾਗੀਆਂ ਢਾਡੀਆਂ ਦੇ ਰੂਪ ਚ ਬੈਠੇ। ਜਦੋਂ ਕਾਰਨਾਮੇ ਸੁਣੀਦੇ, ਉਹਨਾਂ ਦੇ ਕੰਨਾਂ ਚੋਂ ਧੂੰ ਨਿਕਲ ਜਾਂਦਾ, ਤੇ ਅਸੀਂ ਕਹਿੰਦੇ ਅੱਜ ਹੀ ਜਾ ਕੇ ਇਹਨਾਂ ਨੂੰ ਨਾ ਬਸ ਸਬਕ ਇਹਨਾਂ ਦੀ ਨਾਨੀ ਯਾਦ ਕਰਾ ਦਈਏ। ਇਹਨਾਂ ਉੱਥੇ ਬਹਿ ਕੇ ਇੰਨਾ ਜ਼ੁਲਮ ਕਰ ਰਹੇ, ਸਾਡਾ ਸਾਰਾ ਕੁਝ ਇਹਨਾਂ ਮਲੀਆ ਮੇਟ ਕਰਤਾ। ਕਿਉਂ? ਕਿਉਂਕਿ ਉਹ ਮਨਮੁਖੀ ਅਹੰਕਾਰੀ ਲੋਕ, ਲੋਭ ਲਾਲਚ ਨਾਲ ਉਹਨਾਂ ਦੇ ਅੰਦਰ ਗੰਦਗੀ ਭਰੀ ਹੋਈ ਹੈ। ਤੇ ਮਹਾਰਾਜ ਗੰਦੀ ਸੁਰਤ ਦੇ ਅੰਦਰ ਸ਼ਬਦ ਨਹੀਂ ਸਮਾ ਸਕਦਾ। ਜਿਹੜੀ ਸੁਰਤ ਔਰ ਮਨ ਦੇ ਉੱਤੇ, ਦੇਖੋ ਮਹਾਰਾਜ ਦੀ ਬਾਣੀ ਚ ਜਪਜੀ ਚ ਆਉਂਦਾ ਹੈ, ਘੜੀਐ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ। ਫਿਰ ਉੱਥੇ ਅੱਗੇ ਆਉਂਦਾ ਹੈ, ਹੁਣ ਅਸੀਂ ਰੋਜ਼ ਗੁਰੂ ਨਾਨਕ ਦੇ ਬੋਲਾਂ ਨਾਲ ਜੁੜ ਕੇ, ਅਗੰਮੀ ਬਾਣੀ ਨਾਲ ਜੁੜ ਕੇ, ਅਸੀਂ ਆਪਣੀ ਸੁਰਤ ਦੀ ਅੱਖ ਨੂੰ ਘੜਨਾ ਹੁੰਦਾ ਹੈ। ਕਿਵੇਂ? ਜੇ ਮੇਰੇ ਅੰਦਰ ਲੋਭ ਲਾਲਚ ਆ ਰਿਹਾ, ਮੈਂ ਉਹਨੂੰ ਰੋਕਾਂ ਵੀ ਮੈਨੂੰ ਕਾਹਦਾ ਲੋਭ ਆ ਰਿਹਾ, ਮੈਨੂੰ ਸਾਰਾ ਕੁਝ ਦਿੱਤਾ ਹੈ ਪਾਤਸ਼ਾਹ ਨੇ। ਮੈਨੂੰ ਗੁੱਸਾ ਚੜ ਰਿਹਾ, ਮੈਂ ਪੁੱਛਾਂ ਮੈਨੂੰ ਕਿਉਂ ਗੁੱਸਾ ਆ ਰਿਹਾ ਹੈ। ਜਿਹਦੇ ਨਾਲ ਮੈਂ ਅੰਦਰ ਬੈਠੀ ਬੈਠੀ ਕਮਰੇ 'ਚ ਲੜ ਰਹੀ ਹਾਂ, ਉਹ ਤੇ ਮੇਰਾ ਇੰਡੀਆ ਬੈਠਾ ਬੰਦਾ, ਤੇ ਮੈਂ ਇੱਥੇ ਬੈਠੀ ਲੜੀ ਜਾ ਰਹੀ ਹਾਂ। ਮੈਨੂੰ ਪ੍ਰੋਬਲਮ ਹੈ, ਮੇਰਾ ਇਹਦਾ ਮਤਲਬ ਮੇਰੀ ਸੁਰਤ ਬਿਮਾਰ ਹੈ। ਜੇ ਮੈਂ ਡਿਪਰੈਸ਼ਨ 'ਚ, ਮੇਰੀ ਸੁਰਤ ਬਿਮਾਰ ਹੈ। ਜੇ ਮੈਂ ਲੋਭੀ ਆ, ਲਾਲਚੀ ਆ, ਕਾਮੀ ਆ, ਇਹੋ ਜਿਹੇ ਗੰਦੇ ਭਾਂਡੇ ਵਿੱਚ ਸ਼ਬਦ ਰੂਪ ਦੁੱਧ ਨਹੀਂ ਸਮਾ ਸਕਦਾ। ਇਸ ਕਰਕੇ ਬਾਣੀ ਕਹਿੰਦੀ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਹਾਂਜੀ, ਸੋ ਜਦੋਂ ਅਸੀਂ ਸੁਰਤ ਨੂੰ ਸ਼ੁੱਧ ਕਰਾਂਗੇ, ਸਾਫ਼ ਕਰਾਂਗੇ, ਅਸੀਂ ਅਰਦਾਸਾਂ ਵੀ ਕਰਾਂਗੇ, ਸਤਿਗੁਰੂ ਜੀ ਮੈਂ ਤੇਰਾ ਇੱਕ ਅਣਜਾਣ ਬੱਚਾ ਵਾਂ, ਮੈਂ ਮੈਲਾ ਵਾਂ, ਮੇਰੀ ਸੁਰਤ ਮੈਲੀ, ਤੁਸੀਂ ਇਹਨੂੰ ਆਪ ਹੀ ਚਾਨਣ ਦਿਓ। ਤੁਸੀਂ ਮੈਨੂੰ ਅਸੀਂ ਕਹਿੰਦੇ ਗੁਰਮਤ ਬਖਸ਼ੋ ਤੇ ਹਿੰਮਤ ਬਖਸ਼ੋ, ਏਦਾਂ ਕਹਿੰਦੇ ਅਸੀਂ ਜਦੋਂ ਅਸੀਂ ਦਾਨ ਮੰਗਦੇ ਆ। ਦੇਖੋ ਕਿੰਨੇ ਦਾਨ ਅਰਦਾਸ ਚ ਮੰਗਦੇ ਆ। ਸੋ ਗੱਲ ਇਹ ਹੈ ਜੀ ਕਿ ਤੁਹਾਡੀ ਗੱਲ ਦਾ ਇਹ ਜਵਾਬ ਹੈਗਾ ਕਿ ਉਹ ਬੱਚਾ ਬੇਸ਼ੱਕ ਦੇਖਣ ਨੂੰ ਸਿੱਖ ਲੱਗੇਗਾ, ਬੀਬੀ ਜਾਂ ਬੱਚਾ ਹੋਵੇ, ਪਰ ਉਹ ਹੋਏਗਾ ਨਹੀਂ, ਕਿਉਂਕਿ ਉਹਦੀ ਸੁਰਤ ਨਹੀਂ ਘੜੀ ਗਈ, ਉਹਦੀ ਸੁਰਤ ਵਿੱਚ ਸ਼ਬਦ ਨਹੀਂ ਸਮਾਇਆ, ਉਹਦੀ ਸੁਰਤ ਦੇ ਵਿੱਚ ਸਾਡੇ ਘੜਨਹਾਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਨਹੀਂ ਸਮਾਇਆ, ਉਹਦਾ ਪਿਆਰ ਨਹੀਂ ਸਮਾਇਆ। ਇਸ ਕਰਕੇ ਉਹਦੇ ਚ ਉਹ ਗੱਲ ਹੀ ਨਹੀਂ ਹੋਣੀ। ਠੀਕ ਹੈ ਜੀ, ਬਹੁਤ ਅੱਛਾ ਤੁਹਾਡਾ ਆਨਸਰ ਹੈ। ਬੱਚਾ ਕੀ ਕਰੇਗਾ? ਸਿਰਫ ਇੱਕ ਸੈਕਿੰਡ, ਮੈਂ ਇੱਕ ਛੋਟੀ ਜੀ ਗੱਲ ਹੋਰ ਪੁੱਛਣਾ ਚਾਹੁੰਦਾ ਜੀ। ਹਾਂਜੀ, ਯੂ ਆਰ ਅ ਲੇਡੀ, ਔਰ ਤੁਸੀਂ ਦੇਖੋ ਵੀ ਪੂਰਾ ਕੀਰਤਨ ਪਾਠ ਹਰ ਇੱਕ ਚੀਜ਼ ਨੂੰ, ਗੁਰਬਾਣੀ ਨੂੰ ਸਮਝਦੇ ਹੋ, ਸ਼ਾਇਦ ਕਰਦੇ ਵੀ ਹੋ ਸਾਰੀਆਂ ਚੀਜ਼ਾਂ। ਤਾਂ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਸੀਂ ਦੇਖੋ ਵੀ ਜਦ ਸਾਨੂੰ ਗੁਰੂ ਸਾਹਿਬ ਨੇ ਇਕੁਐਲਿਟੀ ਦਿੱਤੀ ਹੈ, ਜਿਹੜੀ ਕਿ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਸੀ, ਤੇ ਫਿਰ ਅਸੀਂ ਬਾਕੀ ਗੁਰਦੁਆਰਿਆਂ ਦੇ ਵਿੱਚ, ਘਰਾਂ ਵਿੱਚ ਸਾਡੀਆਂ ਲੇਡੀਜ਼ ਪਾਠ ਵੀ ਕਰਦੀਆਂ ਨੇ, ਕੀਰਤਨ ਵੀ ਕਰਦੀਆਂ ਨੇ, ਪਰ ਵਾਈ ਇਜ਼ ਇਟ ਦੈਟ ਦ ਹਾਈਐਸਟ ਸੀਟਸ ਜਿਹੜੀਆਂ ਨੇ ਸਾਡੀਆਂ, 5 ਤਖਤ ਨੇ ਜਿਹੜੇ, ਉਹਨਾਂ ਦੇ ਉੱਤੇ ਲੇਡੀਜ਼ ਨੂੰ ਕੀਰਤਨ ਕਰਨ ਦੀ ਆਗਿਆ ਕਿਉਂ ਨਹੀਂ ਹੈ? ਔਰ ਤੁਸੀਂ ਯੂ ਬੀਇੰਗ ਅ ਲੇਡੀ ਐਂਡ ਸੋ ਨੌਲੇਜੇਬਲ ਐਂਡ ਲਰਨਡ, ਤੁਸੀਂ ਕੀ ਇਸ ਬਾਰੇ ਵਿਚਾਰ ਰੱਖਦੇ ਹੋ, ਕੀ ਕਰ ਰਹੇ ਹੋ? ਦੇਖੋ ਵੀਰ ਜੀ, ਇੱਕ ਨਾ ਜਿਹੜਾ ਹੈਗਾ, ਮਹਾਰਾਜ ਨੇ ਪੁਜਾਰੀਆਂ ਨੂੰ ਕੋਈ ਥਾਂ ਨਹੀਂ ਦਿੱਤੀ ਹੋਈ ਸਿੱਖੀ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਕੀਰਤਨੀਆ ਹੈ,
ਮੇਰਾ ਸਿੱਖ ਕਥਾਵਾਚਕ ਹੈ, ਮੇਰਾ ਸਿੱਖ ਯੋਧਾ ਹੈ, ਸੂਰਬੀਰ ਹੈ। ਹੁਣ ਉੱਥੇ ਹੋ ਗਿਆ ਪੁਜਾਰੀਆਂ ਦਾ ਕਬਜ਼ਾ, ਕਿਉਂਕਿ ਸਿੱਖ ਆਲਸੀ ਬਣ ਗਏ। ਸਿੱਖ ਕਹਿੰਦੇ ਜ਼ਿਆਦਾਤਰ ਵੀ ਅਸੀਂ ਪਾਠ ਨਹੀਂ ਕਰਨਾ, ਭਾਈ ਤੋਂ ਕਰਾ ਲਾਂਗੇ। ਹੁਣ ਕੀਰਤਨ ਨਹੀਂ ਕਰਨਾ, ਰਾਗੀ ਤੋਂ ਕਰਾ ਲਾਂਗੇ। ਇਹ ਨਹੀਂ ਕਿ ਰਾਗੀ ਨਹੀਂ ਹੋਣੇ ਚਾਹੀਦੇ, ਹੋਣੇ ਚਾਹੀਦੇ ਆ, ਪਰ ਉੱਥੇ ਕਾਬਜ਼ ਹੋ ਗਏ ਪੁਜਾਰੀ। ਪੁਜਾਰੀ ਹੁੰਦਾ ਬਿੱਪਰ, ਜਿਹੜਾ ਤੁਹਾਨੂੰ ਰੱਬ ਤੇ ਗੁਰੂ ਨਾਲੋਂ ਤੋੜਦਾ, ਕਿਉਂਕਿ ਉਹਨੂੰ ਵਪਾਰ ਬਣਾ ਲੈਂਦਾ ਹੈ। ਜਿਹੜੇ ਉੱਥੇ ਬੈਠੇ ਹੋਏ ਨੇ ਉਹ ਵਪਾਰੀ ਨੇ, ਉਹ ਬਿੱਪਰ ਦੀ ਔਲਾਦ ਨੇ, ਉਹ ਸਿੱਖ ਨਹੀਂ ਨੇ, ਕਿਉਂਕਿ ਉਹਨਾਂ ਨੂੰ ਤੇ ਸਮਝ ਹੀ ਨਹੀਂ ਆਈ ਕਿ ਬਈ ਸਾਡੇ ਗੁਰੂ ਨੇ, ਸਾਡੇ ਬਾਪ ਨੇ ਸਾਨੂੰ ਕਿਹਾ। ਕਿ ਤੁਹਾਨੂੰ ਮੈਂ ਯਾਦ ਦਿਵਾ ਦੇਵਾਂ ਕਿ ਮਾਤਾ ਜੀਵਨ ਕੌਰ ਜੀ ਸਾਡੇ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ ਜੀ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ ਨੇ ਆਪ, ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਜਾ ਕੇ ਕਿਹਾ ਸੀ ਬਈ ਤੁਸੀਂ ਏਦਾਂ ਯੋਧੇ ਬਣਨਾ ਹੈ, ਏਦਾਂ ਤੁਸੀਂ ਸੂਰਬੀਰ ਬਣਨਾ ਹੈ, ਔਰ ਉਹਨਾਂ ਦੀ ਸਾਰੀ ਉਹਨਾਂ ਨੇ ਤਰਬੀਅਤ ਉਦਾਂ ਕੀਤੀ। ਦੇਖੋ ਹੋਰ ਸਾਰੇ ਗੁਰਦੁਆਰਿਆਂ 'ਚ ਬੀਬੀਆਂ ਚਲੀਆਂ ਨੇ, ਮੈਂ ਹਰ ਗੁਰਦੁਆਰੇ 'ਚ ਜਾ ਕੇ ਕਥਾ ਵਿਚਾਰ ਕਰਦੀ ਹਾਂ, ਕੀਰਤਨ ਕਰਦੀ ਹਾਂ, ਬੱਚਿਆਂ ਨੂੰ ਪੜਾਉਣੀ ਆ, ਬਜ਼ੁਰਗਾਂ ਨੂੰ, ਬੀਬੀਆਂ ਨੂੰ, ਸਭ ਨੂੰ। ਪਰ ਦਰਬਾਰ ਦੇ ਅੰਦਰ, ਕਿਉਂਕਿ ਦਰਬਾਰ ਦੇ ਅੰਦਰ ਤਾਂ ਉਹਨਾਂ ਗੁਰੂ ਤੇਗ ਬਹਾਦਰ ਨੂੰ ਨਹੀਂ ਵੜਨ ਦਿੱਤਾ। ਗੁਰੂ ਤੇਗ ਬਹਾਦਰ ਜੀ ਨੂੰ ਵੀ ਉਹਨਾਂ ਨੇ ਮੋੜਤਾ ਸੀ, ਕਿਉਂਕਿ ਪੁਜਾਰੀ ਡਰਦੇ ਨੇ ਵੀ ਅਸਲੀ ਵਾਰਿਸ ਜਦੋਂ ਆ ਗਏ ਸਾਡੇ ਹਲਵੇ ਮਾਂਡੇ ਖਤਮ। ਤੇ ਉਹਨਾਂ ਨੇ ਉੱਥੇ ਪੱਕੇ ਗੜ ਜਮਾਏ ਹੋਏ ਨੇ। ਇਸੇ ਕਰਕੇ ਬਿੱਪਰ ਜਿਹੜਾ ਹੈ ਉਹ ਮੰਦਿਰਾਂ 'ਚ ਬੀਬੀਆਂ ਨੂੰ ਨਹੀਂ ਵੜਨ ਦਿੰਦਾ, ਉੱਥੇ ਦੂਜਿਆਂ ਨੂੰ ਨਹੀਂ ਆਉਣ ਦਿੰਦਾ, ਪੁਸ਼ਤ ਦਰ ਪੁਸ਼ਤ ਪੰਡਤ ਚੱਲਦੇ ਰਹਿੰਦੇ। ਸੋ ਇਹ ਬਿੱਪਰ ਦੇ ਚੇਲੇ, ਉਹ ਸਿੱਖ ਨਹੀਂ ਨੇ। ਸਾਨੂੰ ਸਭ ਨੂੰ ਇਕੱਠੇ ਹੋ ਕੇ ਜਦੋਂ ਇਹ ਆਵਾਜ਼ ਬੁਲੰਦ ਕਰਾਂਗੇ ਤੇ ਇਹ ਸਾਡਾ ਜਿਹੜਾ ਸਾਡਾ ਘਰ ਹੈ ਉਹ ਆਜ਼ਾਦ ਹੋਏਗਾ। ਜਿੱਦਾਂ ਸਾਡੇ ਪੁਰਖਿਆਂ ਨੇ, ਜਿੱਦਾਂ ਕਰਤਾਰ ਸਿੰਘ ਝੱਬਰ ਜੀ ਨੇ, ਜਿੱਦਾਂ ਧਾਰੋ ਵਾਲੀ ਸਰਦਾਰ ਨੇ ਨਨਕਾਣਾ ਸਾਹਿਬ ਗੁਰੂ ਕੇ ਬਾਗ ਆਜ਼ਾਦ ਕਰਾਏ ਸਨ ਇਹਨਾਂ ਮਸੰਦਾਂ ਤੋਂ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਨੂੰ ਸਾੜਿਆ ਵੀ ਸੀ, ਤੁਹਾਨੂੰ ਯਾਦ ਹੋਣਾ। ਸੋ ਇਹ ਇੱਕ ਯੁੱਧ ਹੈ, ਧਰਮ ਯੁੱਧ। ਤੇ ਜਦੋਂ ਉਹਨਾਂ ਪੁਜਾਰੀਆਂ ਨੂੰ ਉੱਥੋਂ ਅਸੀਂ ਖਿੱਚ ਕੇ ਬਾਹਰ ਕੱਢਾਂਗੇ, ਫਿਰ ਕੋਈ ਮਾਈ ਦਾ ਲਾਲ ਬੀਬੀਆਂ ਨੂੰ ਉੱਥੇ ਕੀਰਤਨ ਕਰਨੋਂ ਨਹੀਂ ਰੋਕੇਗਾ। ਪਰ ਉੱਥੇ ਪੁਜਾਰੀਆਂ ਦਾ ਕਬਜ਼ਾ ਹੈ, ਇਸ ਕਰਕੇ। ਜੋਲ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਭੈਣ ਜੀ ਹੁਣਾਂ ਦਾ ਬਹੁਤ ਹੀ ਧੰਨਵਾਦ ਕਰਦਾ, ਜਿਨ੍ਹਾਂ ਨੇ ਸਿੱਖ ਕਲਚਰ ਬਾਰੇ ਆਪ ਦੇ ਨਾਲ ਸਾਂਝ ਕੀਤੀ। ਤੇ ਦੂਜੇ ਪਾਸੇ ਜਿਹੜੇ ਅੱਜ ਕੱਲ੍ਹ ਮੈਂ ਸੋਚਦਾ ਹੈ ਵਾ ਜਿਹੜੀ ਟੱਕਰ ਹੈਗੀ ਆ, ਉਹ ਵਿਰੋਧੀ ਜਿਹੜਾ ਸਾਡਾ, ਉਹ ਬੜੇ ਪਲੈਨਡ ਤਰੀਕੇ ਦੇ ਨਾਲ ਲੱਗਾ ਹੋਇਆ। ਜਿਸ ਤਰ੍ਹਾਂ ਤੁਸੀਂ ਵਰਣਨ ਕੀਤਾ ਕਿ 1984 ਤੋਂ ਬਾਅਦ ਦਾ ਜਿਹੜਾ ਕਲਚਰ ਸੀਗਾ, ਉਹ ਪਹਿਲਾਂ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਨੱਚਣ ਗਾਉਣ ਦਾ, ਇਹ ਪੋਲੀਟੀਸ਼ੀਅਨਾਂ ਨੇ ਸ਼ੁਰੂ ਕੀਤਾ। ਉਸ ਤੋਂ ਥੋੜ੍ਹਾ ਚਿਰ ਬਾਅਦ ਹੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਆ ਗਿਆ, ਤੇ ਅੱਜ ਵੀ ਉਹ ਭਾਰੂ ਹੈ ਇਹਨਾਂ ਦੇਸ਼ਾਂ ਦੇ ਵਿੱਚ। ਇਹ ਸਿਰਫ ਉਹ ਜੋ ਕੁਛ ਹੈਗਾ, ਇਹ ਸਭ ਪਲੈਨਡ ਤਰੀਕੇ ਨਾਲ ਕੀਤਾ ਜਾ ਰਿਹਾ। ਪਰ ਜ਼ਰੂਰਤ ਤਾਂ ਇਹ ਹੈਗੀ ਵੀ ਸਿੱਖ ਨੂੰ ਸਿੱਖ ਬਣਨ ਦੀ ਲੋੜ ਆ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਿੱਖ ਜਿਹੜਾ ਜਮਾਂਦਰੂ ਨਹੀਂ, ਪਰ ਸਿੱਖੀ ਅਪਣਾਉਣੀ ਪੈਂਦੀ ਆ। ਪਰ ਦੂਜੀ ਗੱਲ ਇਹ ਵੀ ਜਿਹੜੇ ਸਾਡੇ ਗੁਰਦੁਆਰਿਆਂ ਦੇ ਚੌਧਰੀ ਆ, ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਉਹ ਸਿੱਖੀ ਤੋਂ ਕੋਹਾਂ ਦੂਰ ਬੈਠੇ ਆ। ਜਿਹੜਾ ਬੱਚਿਆਂ ਨੂੰ ਵੀ ਉੱਥੇ ਜਾ ਕੇ ਸਮਝ ਨਹੀਂ, ਸਾਨੂੰ ਨਹੀਂ ਸਮਝ ਲੱਗਦੀ, ਬੱਚਿਆਂ ਨੂੰ ਕੀ ਸਮਝ ਲੱਗਣੀ ਆ। ਤੇ ਜੋ ਤੁਸੀਂ ਇਹ ਕੰਮ ਕਰ ਰਹੇ ਆ ਭੈਣ ਜੀ, ਤੁਹਾਨੂੰ ਅਸੀਂ ਦੇਣ ਨਹੀਂ ਦੇ ਸਕਦੇ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ। ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਡਾਕਟਰ ਸੰਗੇੜਾ, ਤੁਸੀਂ ਕੁਝ ਕਹਿਣਾ ਸੀ? ਨਹੀਂ, ਬਹੁਤ ਵਧੀਆ, ਠੀਕ ਹੈ। ਅੱਛਾ, ਮੈਂ ਕਿਹਾ ਤੁਸੀਂ ਅਨਮਿਊਟ ਕੀਤਾ। ਨਹੀਂ, ਕੋਈ ਨਹੀਂ। ਅੱਛਾ, ਨਹੀਂ, ਬਹੁਤ ਥੈਂਕਸ, ਬਹੁਤ ਵਧੀਆ। ਠੀਕ ਹੈ ਜੀ। ਐਨੀਬਡੀ ਐਲਸ? ਹਾਂਜੀ ਰਣਜੀਤ, ਤੁਸੀਂ ਅਨਮਿਊਟ ਕਰ ਲਓ ਜੀ ਆਪਣੇ ਆਪ ਨੂੰ। ਤੁਸੀਂ ਆਪਣਾ ਸਪੀਕਰ ਔਨ ਕਰ ਲਓ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭੈਣ ਜੀ ਦੇ। ਤੇ ਮੈਂ ਇੱਕ ਬੇਨਤੀ ਕਰਨੀ, ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੈ, ਉੱਥੇ ਸਾਡੇ ਲਈ ਦੋ ਕਿਤਾਬਾਂ ਬਹੁਤ ਜ਼ਰੂਰੀ ਪੜ੍ਹਨੀਆਂ ਨੇ। ਇੱਕ ਹੈ ਗਿਆਨੀ ਦਿੱਤ ਸਿੰਘ ਜੀ ਦੇ ਜਿਹੜੇ ਅਖਬਾਰ ਜੋ ਲੇਖ ਛਪਦੇ ਰਹੇ ਨੇ, ਉਹ ਸਾਡੇ ਮਨੋਬਲ ਨੂੰ ਬਹੁਤ ਉੱਚਾ, ਜਿਵੇਂ ਉਹਨਾਂ ਨੇ ਸਾਡੀ ਉਸ ਟਾਈਮ ਦੀ ਹਾਲਤ ਨੂੰ ਦਰਸਾਇਆ, ਉਹ ਪੜ੍ਹਨੇ ਜ਼ਰੂਰੀ ਨੇ। ਦੂਜਾ ਗੁਰਮਤ ਮਾਰਤੰਡ, ਵੈਰੀ ਗੁੱਡ, ਭਾਈ ਕਾਹਨ ਸਿੰਘ ਦਾ ਨਾਭਾ, ਬਹੁਤ ਸੋਹਣਾ। ਇਹ ਦੋ ਬੁੱਕਾਂ ਸਾਨੂੰ ਨਾਲ ਨਾਲ ਪੜ੍ਹਨੀ ਚਾਹੀਦੀਆਂ ਨੇ। ਦੂਜਾ ਇਹ ਕਿ ਸਾਨੂੰ ਕੋਈ ਕਿਸੇ ਤੇ ਗਿਲਾ ਨਹੀਂ, ਕਿਉਂ ਗੁਰ ਕੀ ਸਿੱਖ ਕੋਈ ਵਿਰਲਾ ਲੈਵੇ, ਗੁਰ ਕੀ ਮਤ ਕੋਈ ਵਿਰਲਾ ਲੈਵੇ। ਬਿਲਕੁਲ ਬਿਲकुल। सच का गा कोई विरला जान। बिल्कुल।
ਇਹ ਸਿੱਖੀ ਮਾਰ ਗਏ। ਇਹ ਤਾਂ ਵੀਰ ਜੋ ਮਿਹਨਤ ਕਰਨੀ ਪੈਣੀ ਆ, ਨਾਲ ਨਾਲ ਇਹ ਚੀਜ਼ਾਂ ਤਿੰਨੇ ਪੈਰਲਲ ਚੱਲਣਗੀਆਂ ਤਾਂ ਤੁਹਾਨੂੰ ਸਾਨੂੰ ਸਿੱਖ ਇਤਿਹਾਸ, ਸਿੱਖ ਵਿਰਸਾ, ਗੁਰੂ ਦੀ ਮੱਤ ਤੇ ਸਾਨੂੰ ਤੁਰਿਆ ਅੱਗੇ ਕਾਮਯਾਬੀ ਮਿਲਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ, ਬਹੁਤ ਵਧੀਆ। ਐਟ ਦੀ ਐਂਡ ਭੈਣ ਜੀ ਰੈਪ ਅਪ ਕਰੋ ਤੇ ਫਿਰ 2-3 ਮਿੰਟ। ਹਾਂਜੀ, ਸਭ ਤੋਂ ਪਹਿਲਾਂ ਜੀ ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਆਪ ਦੇ ਸੋਹਣੇ ਮੁਲਕ ਕੈਨੇਡਾ ਦੇ ਵਿੱਚ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ। ਮੈਂ ਇੱਕੋ ਵਾਰੀ ਆਈ ਸੀ, ਹੁਣ ਬਾਰਡਰ ਖੁੱਲਣਗੇ ਫਿਰ ਜ਼ਰੂਰ ਆਵਾਂਗੇ। ਹਾਂਜੀ ਹਾਂਜੀ, ਪਿਛਲੀ ਵਾਰੀ ਆਏ ਸੀ ਤੁਸੀਂ, ਸਾਰਿਆਂ ਨੂੰ ਬਹੁਤ ਖੁਸ਼ੀ ਉੱਥੇ ਹਾਂਜੀ ਹੋਈ। ਤੇ ਮੈਂ ਸਾਰੇ ਵੀਰਾਂ ਦਾ, ਸਾਰਿਆਂ ਜਿੰਨਿਆਂ ਦੇ ਤੁਸੀਂ ਜਿੰਨੇ ਵੀ ਸਾਰੇ ਵੀਰ ਸੱਜਣ ਬੈਠੇ ਜੇ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੇਰੀ ਤੁੱਛ ਜੀ ਬੁੱਧ ਹੈ, ਮੈਨੂੰ ਸ਼ੌਕ ਹੈ, ਮੈਂ ਗੁਰੂ ਪੰਥ ਦਾ ਇੱਕ ਭੌਰਾ ਵਾਂ। ਗੁਰੂ ਦੇ ਇਸ ਸੋਹਣੇ ਜਾਹੋ ਜਲਾਲ ਭਰੇ ਖਾਲਸਾਈ ਪੰਥ ਦਾ ਇੱਕ ਮੈਂਬਰ ਹਾਂ ਤੇ ਉਹਦੇ ਵਿੱਚ ਖੁਸ਼ੀਆਂ ਖੇੜੇ ਮਾਣਦੇ ਆ ਰਾਤ ਦਿਨੇ। ਤੇ ਮਹਾਰਾਜ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਸਿੱਖ ਕਦੇ ਨਿੰਮੋ ਝੂਣਾ ਨਹੀਂ ਹੁੰਦਾ। ਹਾਂ, ਸਾਡੇ ਅੱਗੇ ਬਹੁਤ ਵੱਡੇ ਵੱਡੇ ਹੈਗੇ ਨੇ ਚੈਲੰਜਸ, ਉਹਨੂੰ ਵੰਗਾਰਾਂ ਬੜੀਆਂ ਨੇ ਸਾਡੇ ਸਾਹਮਣੇ, ਪਰ ਸਿੱਖ ਕਿਸੇ ਵੰਗਾਰ ਤੋਂ ਨਹੀਂ ਹਾਰਦਾ। ਸਿੱਖ ਹਮੇਸ਼ਾ ਹੀ ਮੱਲਾਂ ਮਾਰਦਾ ਹੈ। ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦਾ। ਕਿੱਦਾਂ ਰਹਿੰਦਾ ਹੈ? ਜਦੋਂ ਅਸੀਂ ਸਾਹਿਬ ਦੀ ਬਾਣੀ ਨੂੰ ਗਾ ਗਾ ਕੇ ਰਸ ਮਾਣਦੇ ਹਾਂ ਤੇ ਉਹਦੇ ਚੋਂ ਅਸੀਂ ਮੱਤ ਪ੍ਰਾਪਤ ਕਰਦੇ ਹਾਂ। ਮਨ ਦਾ ਜੁੜਨਾ ਜਿਹੜਾ ਹੈਗਾ ਉਹ ਗਾਉਣ ਦੇ ਤਰੀਕੇ ਹੀ ਹੈ। ਮਨ ਇਕਾਗਰ ਹੁੰਦਾ ਹੈ, ਮਨ ਤਕੜਾ ਹੁੰਦਾ ਹੈ, ਮਨ ਬੈਰਾਗੀ ਬਣਦਾ ਹੈ ਜਦੋਂ ਅਸੀਂ ਮਹਾਰਾਜ ਦੇ ਬੋਲਾਂ ਨੂੰ ਗਾਉਂਦੇ ਹਾਂ, ਰਸ ਮਾਣਦੇ ਹਾਂ ਔਰ ਉਹਨਾਂ ਨੂੰ ਵਿਚਾਰਦੇ ਹਾਂ। ਦੇਖੋ, ਗਾਇਆ ਜਾ ਹੀ ਨਹੀਂ ਸਕਦਾ ਜਦ ਤੱਕ ਸਾਨੂੰ ਉਸ ਚੀਜ਼ ਦੀ ਸਮਝ ਹੀ ਨਾ ਹੋਏ, ਉਹ ਗਾਉਣਾ ਨਹੀਂ ਹੁੰਦਾ। ਸੋ ਉਹ ਅਸੀਂ ਇੱਕ ਦੂਜੇ ਦੇ ਇਕੱਠੇ ਹੋਇਆ ਕਰੀਏ, ਅਸੀਂ ਇਹੋ ਜਿਹੀਆਂ ਗੁਰਮਤ ਸਭਾਵਾਂ ਕਰੀਏ, ਇਹੋ ਜਿਹੀਆਂ ਗੋਸ਼ਟੀਆਂ ਕਰੀਏ, ਔਰ ਸਾਡੇ ਨੌਜਵਾਨ ਹੋਣ ਸਾਡੇ ਨਾਲ। ਵੇਖੋ, ਭੈਣ ਕੋਈ ਵੀ ਨਹੀਂ ਹੈ। ਮੈਨੂੰ ਇੰਨਾ ਅਫਸੋਸ ਹੋਇਆ ਕਿ ਭੈਣ ਕੋਈ ਨਹੀਂ ਹੈਗੀ। ਬਸ ਹੈਗੇ ਨੇ। ਅੱਛਾ ਜੀ, ਹੈਗੇ 3-4 ਹੈਗੇ। ਸਵਾਲ ਨਹੀਂ ਪੁੱਛਿਆ, ਸਵਾਲ ਨਹੀਂ ਪੁੱਛਿਆ ਪਰ ਹੈਗੇ। ਚਲੋ ਫਿਰ ਸ਼ੁਕਰ ਹੈ। ਤੇ ਮੇਰੀਆਂ ਭੈਣਾਂ, ਮੇਰੀਆਂ ਬੀਬੀਆਂ, ਮੇਰੀਆਂ ਬੱਚੀਆਂ, ਮਾਤਾਵਾਂ, ਬੱਚੇ ਸਭ ਹੋਣ ਤੇ ਇਹੋ ਜਿਹੇ ਸਮਾਗਮ ਕਰੀਏ ਜਿੱਥੇ ਅਸੀਂ ਏਦਾਂ ਗਾਈਏ ਵੀ, ਵਿਚਾਰਾਂ ਵੀ ਕਰੀਏ, ਇਤਿਹਾਸ ਵੀ ਵਿਚਾਰ। ਜਿੱਦਾਂ ਵੀਰ ਜੀ ਨੇ ਬਹੁਤ ਸੋਹਣਾ ਕਿਹਾ ਹੈ ਕਿ ਵਿਰਸਾ ਮੇਰਾ, ਮੇਰੇ ਜੋ ਸ਼ਹੀਦਾਂ ਗੁਰੂਆਂ ਨੇ ਸਿਰਜਿਆ ਉਹ ਮੇਰਾ ਵਿਰਸਾ ਹੈ। ਗੁਰਬਾਣੀ ਮੇਰਾ ਆਧਾਰ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਅਸੀਂ ਗੁਰਬਾਣੀ ਬਣਨਾ ਹੈ। ਸਿੱਖੀ ਸਾਰੀ ਦੀ ਸਾਰੀ ਮਾਡਲਿੰਗ ਹੈ। ਇਹ ਚਰਚੇ ਦਾ ਵਿਸ਼ਾ ਹੈ ਹੀ ਨਹੀਂ। ਇਹ ਤੇ ਮਾਡਲ ਮੁਹੱਬਤ ਹੋ ਗਈ। ਮੁਹੱਬਤ ਦੀ ਚਰਚਾ ਕੀ ਕਰਨੀ? ਪਿਆਰ ਤੇ ਹੋ ਜਾਂਦਾ ਨਾ। ਜੋ ਤੁਹਾਨੂੰ ਪਿਆਰ ਹੀ ਹੋ ਗਿਆ। ਹੁਣ ਜਦੋਂ ਮੈਨੂੰ ਮੇਰੇ ਹਸਬੈਂਡ ਨਾਲ ਪਿਆਰ ਹੋਇਆ, ਮੈਂ ਕਿਹੜੀ ਦੁਨੀਆ ਨੂੰ ਦੱਸਦੀ ਫਿਰੀ, ਚਰਚਾ ਥੋੜੀ ਕੀਤੀ ਮੈਂ ਉਹਦੀ। ਬਟ ਆਈ ਵਾਸ ਇਨ ਲਵ ਐਂਡ ਆਈ ਐਮ ਸਟਿਲ ਇਨ ਲਵ ਐਂਡ ਆਈ ਆਲਵੇਜ਼ ਇੰਜੋਇਡ ਹਿਸ ਕੰਪਨੀ। ਸੇਮ ਇਜ਼ ਗੁਰੂ। ਗੁਰੂ ਮੇਰਾ ਅਸਲ ਸੁਹਾਗ ਹੈ। ਗੁਰੂ ਦੀ ਸੁਹਾਗਣ ਆ ਮੈਂ, ਤੇ ਮੇਰਾ ਸੁਹਾਗ ਮੇਰੇ ਨਾਲ ਹੈ। ਉਹਦਾ ਪਿਆਰ, ਉਹਦੀ ਮੁਹੱਬਤ, ਉਹਦੀ ਛਾਂ, ਉਹਦੀ ਠੰਡਕ, ਇਹ ਮੰਨਣੀ ਹੈ ਸਿੱਖ ਨੇ। ਤੇ ਦੂਜਿਆਂ ਨੂੰ, ਦੂਜੇ ਪੁੱਛਦੇ ਨੇ ਤੁਹਾਡੇ ਕੋਲ ਕੀ ਹੈ ਜਿਹੜੇ ਤੁਸੀਂ ਇੰਨੇ ਖੁਸ਼ ਹੋ, ਤੁਸੀਂ ਸਾਰਿਆਂ ਨੂੰ ਪਿਆਰ ਵੰਡਦੇ ਹੋ, ਤੁਸੀਂ ਸਾਰਿਆਂ ਨੂੰ ਰੋਟੀਆਂ ਖਵਾਉਂਦੇ ਹੋ, ਤੁਸੀਂ ਦੁੱਖਾਂ ਦਰਦਾਂ ਵਿੱਚ ਉਹਨਾਂ ਦੇ ਹਾਣੀ ਬਣਦੇ। ਜਿਵੇਂ ਅਸੀਂ ਹੁਣ ਕਾਉਂਸਲ ਦੇ ਵੱਲੋਂ ਪੰਜਾਬ ਦੇ ਵਿੱਚ ਅਸੀਂ ਉਹ ਛੋਟਾ ਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਤਰਨਤਾਰਨ ਸਾਹਿਬ ਤੇ ਅੰਮ੍ਰਿਤਸਰ ਏਰੀਆ ਦੇ ਪਿੰਡਾਂ ਦੇ ਵਿੱਚ, ਜਿੱਥੇ ਸਾਡੀਆਂ ਬੀਬੀਆਂ ਭੈਣਾਂ ਕੱਲੀਆਂ ਨੇ, ਵੀਰ ਸਾਡੇ ਬਾਹਰ ਬਾਰਡਰਾਂ ਤੇ ਉੱਥੇ ਕਿਸਾਨ ਮੋਰਚੇ ਦੇ ਵਿੱਚ ਬੈਠੇ ਨੇ, ਜਾਂ ਕਿਸੇ ਦੀ ਡੈਥ ਹੋ ਗਈ ਹੈ। ਮਤਲਬ ਉਹਨਾਂ ਦੇ ਨਾਲ ਜੁੜ ਕੇ ਇੰਝ ਲੱਗਦਾ ਜਿਸ ਤਰ੍ਹਾਂ ਰੱਬ ਦੇ ਨਾਲ ਮਿਲ ਗਏ ਹੋਈਏ। ਉਹ ਇੰਨੀਆਂ ਦੁਆਵਾਂ, ਇੰਨਾ ਪਿਆਰ, ਇੰਨੀ ਖੁਸ਼ੀ ਮਿਲਦੀ ਹੈ। ਸੋ ਅਸੀਂ ਇਹ ਖੁਸ਼ੀਆਂ, ਇਹ ਪਿਆਰ, ਇਹ ਹਿੰਮਤ ਉਹਦੇ ਸਾਰੇ ਸੋਹਣੇ ਸੰਸਾਰ ਨੂੰ ਵੰਡਣੀ ਹੈ ਤਾਂ ਕਿ ਸਾਡੇ ਕੋਲ ਵੀ ਉਹ ਜਿਹੜਾ ਭੰਡਾਰਾ ਹੈ ਉਹ ਹਮੇਸ਼ਾ ਭਰਿਆ ਰਹੇ ਜੀ। ਤੇ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਨਾ, ਗੁਰੂ ਦੇ ਪਿਆਰ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਸਾਂਭੋ ਤੇ ਸਾਰਿਆਂ ਨੂੰ ਤਕੜੇ ਕਰੋ, ਚੜ੍ਹਦੀ ਕਲਾ ਵਿੱਚ ਰਹੀਏ। ਤੇ ਸਾਡੇ ਬਸ ਵਾਰੇ ਨਿਆਰੇ ਰੱਖਦਾ ਹੈ ਗੁਰੂ ਮੇਰਾ, ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਾਰਾ ਰਾਮ। ਸੋ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਥੈਂਕਸ। ਮੈਂ ਰਣਜੀਤ ਸਿੰਘ ਜੀ ਨੂੰ ਕਹਾਂਗਾ ਕਿ ਉਹ ਤੁਹਾਡੇ ਨਾਲ ਕੰਟੈਕਟ ਕਰ ਲੈਣ ਤੇ ਆਪਣੇ ਅਜੇ ਜਿਹੜੀ ਡਿਸਕਸ਼ਨ ਆ ਉਹਨੂੰ ਅੱਗੇ ਪਰਸਨਲ ਲੈਵਲ ਤੇ ਕਰ ਲੈਣ। ਸੋ ਉਹਨਾਂ ਨੂੰ ਠੀਕ ਹੈ ਸਰਦਾਰ ਸਾਹਿਬ, ਜਿਹੜੀ ਇੱਥੇ ਗੱਲ ਆਉਂਦੀ ਨਾ, ਇੱਥੇ ਗੱਲ ਕਰਨ ਦਾ ਮਜ਼ਾ ਆਉਂਦਾ, ਉਹ ਇਕੱਲਿਆਂ ਕਰਨ ਦਾ ਨਹੀਂ ਮਜ਼ਾ ਆਉਂਦਾ। ਸਾਰੇ ਸੁਣਦੇ ਆ, ਤੁਸੀਂ ਸਾਨੂੰ ਕਰੈਕਟ ਕਰ ਸਕਦੇ ਆ, ਤੁਸੀਂ ਵੀ ਸਾਰੇ ਸਾਡੇ ਲੈਵਲ ਤੋਂ ਉੱਤੇ ਆ। ਗੱਲ ਇੱਥੇ ਕੀਤਾ ਮਜ਼ਾ ਆਉਂਦਾ, ਘਰ ਬੈਠੇ ਤਾਂ ਸਾਰੇ ਕੋਈ ਨਹੀਂ। ਥੈਂਕ ਯੂ ਤੁਹਾਡਾ। ਭੈਣ ਜੀ ਆਣਗੇ ਤੇ ਉਹਨਾਂ ਨੂੰ ਮਿਲ ਕੇ ਸਿੱਧੇ ਸਾਹਮਣੇ ਆਮਣੋ ਸਾਹਮਣੇ ਕਰ ਲੈਣਾ। ਤੁਸੀਂ ਉੱਥੇ ਦੌਰਾ ਰਖਵਾਓ ਨਾ। ਦੇਖੋ ਤੁਸੀਂ ਹੁਣੇ ਗੱਲ ਕੀਤੀ ਹੈ ਬੀਬੀਆਂ ਨੂੰ, ਮੈਂ ਕਿਹਾ ਤੁਸੀਂ ਮੇਰਾ ਫਿਰ ਅਸੀਂ ਕਰਾਉਂਦੇ ਆ ਉੱਥੇ ਗੁਰਦੁਆਰਿਆਂ 'ਚ ਦੌਰਾ ਰਖਵਾਓ, ਫਿਰ ਦੱਸੀਏ ਗੁਰੂ ਕੇ ਸਿੱਖ ਕਿੱਦਾਂ ਗੂੰਜਾਂ ਪਾਉਂਦੇ ਆ, ਕਿੱਦਾਂ ਪਿਆਰ ਮੁਹੱਬਤ ਵੰਡਦੇ, ਫਿਰ ਪਤਾ ਲੱਗੇ। ਹਾਂਜੀ, ਥੈਂਕ ਯੂ ਜੀ।
ਸਾਰੇ ਭੈਣ ਜੀ ਦਾ ਬਹੁਤ ਬਹੁਤ ਥੈਂਕਸ, ਇੰਨਾ ਟਾਈਮ ਕੱਢਿਆ, ਸਾਰਾ ਕੁਝ ਕੀਤਾ। ਵੀ ਵਰ ਲੌਂਗ, ਮੈਂ ਤਾਂ ਬਹੁਤ ਦੇਰ ਤੋਂ ਉਡੀਕ ਕਰ ਰਿਹਾ ਸੀ ਇਹਨਾਂ ਦੇ ਲੈਕਚਰ ਦੀ। ਬਹੁਤ ਸ਼ੁਕਰੀਆ ਜੀ। ਇਟ ਇਜ਼ ਪੋਸੀਬਲ ਟੁਡੇ, ਤੇ ਆਈ ਥੈਂਕ ਸਾਰਿਆਂ ਦਾ ਥੈਂਕਸ। ਅਗਲਾ ਮੈਂ ਅਜੇ ਅਨਾਉਂਸ ਨਹੀਂ ਕਰ ਸਕਦਾ ਕਿਉਂਕਿ ਥੋੜੇ ਜਿਹੇ ਮੇਰੇ ਉਹ ਵੀ ਇੱਕ ਦੋ ਵਿੱਚ ਹੈਗੇ ਆ ਕਿ ਕਿਹੜੇ ਆ ਰਹੇ ਆ, ਮੈਨੂੰ ਫਿਕਸ ਨਹੀਂ ਕੀਤਾ ਉਹਨਾਂ ਨੇ, ਸੋ ਨੈਕਸਟ ਲਈ ਮੈਂ ਨਹੀਂ ਕਰਦਾ। ਪਰ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸਾਰਿਆਂ ਨੂੰ ਪਾਰਟੀ ਬੜੇ ਇਸ਼ੂਜ਼ ਹੈਗੇ ਆ, ਆਈ ਥਿੰਕ ਅਸੀਂ ਇਹਨਾਂ ਇਸ਼ੂਜ਼ ਦੇ ਉੱਤੇ ਤਗੜੇ ਹੋ ਕੇ ਸਾਰਿਆਂ ਨੇ ਪਹਿਰਾ ਵੀ ਦੇਣਾ, ਔਰ ਮੇਰੇ ਖਿਆਲ ਇਹ ਗਰੁੱਪ ਕਾਫੀ ਹੱਦ ਤੱਕ ਪਹਿਰਾ ਦਿੰਦਾ। ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਸਾਡਾ ਗਰੁੱਪ ਹੈ ਕਾਫੀ ਹੱਦ ਤੱਕ ਕਈ ਮਸਲਿਆਂ ਦੇ ਉੱਤੇ ਕਾਫੀ ਕਲੀਅਰ ਹੈਗੇ ਆ ਔਰ ਬੜੇ ਇਸ ਬਾਰੇ ਪਹਿਰਾ ਦਿੰਦੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।